हाँ जी, सत श्री अकाल। मैं कुलदीप सिंह सिद्धू ਤੇ ਆਪਾਂ ਲੜੀਵਾਰ ਚਰਚਾ ਕਰ ਰਹੇ ਹਾਂ। ਜਿੰਨੇ ਵੀ PEET+B ਦੇ ਪੇਪਰ ਆ ਰਹੇ ਨੇ ਉਹਦੇ ਵਿੱਚ ਕੰਪਿਊਟਰ ਦੇ ਕੁਐਸਚਨ ਆਪਾਂ ਡਿਸਕਸ ਕਰ ਰਹੇ ਹਾਂ। ਆਪਾਂ ਸੀਰੀਜ਼ ਸਟਾਰਟ ਕੀਤੀ ਹੋਈ ਹੈ ਜਿਹਦਾ ਨਾਮ ਹੈ ਗ੍ਰੈਂਡ ਸੀਰੀਜ਼ ICT ਐਂਡ ਕੰਪਿਊਟਰ। ਇਹਦੇ ਵਿੱਚ ਆਪਾਂ ਲੈਵਲ ਵਾਈਜ਼ ਅਪਰੋਚ ਲੈ ਕੇ ਚੱਲ ਰਹੇ ਹਾਂ। ਲੈਵਲ 1, ਲੈਵਲ 2 ਤੇ ਲੈਵਲ 3। ਲੈਵਲ 1 ਦੇ ਵਿੱਚ ਬੇਸਿਕ, ਫਿਰ ਮੀਡੀਅਮ ਤੇ ਲੈਵਲ 3 ਦੇ ਵਿੱਚ ਹਾਰਡ ਲੈਵਲ ਦੇ ਕੁਐਸਚਨ ਆਪਾਂ ਡਿਸਕਸ ਕਰ ਰਹੇ ਹਾਂ। ਸੋ PEET+B ਦੇ ਜਿੰਨੇ ਵੀ ਪੇਪਰ ਆ ਰਹੇ ਨੇ ਉਹਨਾਂ ਸਾਰੇ ਪੇਪਰਸ ਵਾਸਤੇ ਲੈਵਲ 1 ਤੇ 2 ਸਫੀਸ਼ੀਐਂਟ ਹੈ। ਬੇਸਿਕ ਲੈਵਲ ਤੇ ਮੀਡੀਅਮ ਲੈਵਲ। ਜਿਹੜਾ ਹਾਰਡ ਲੈਵਲ ਹੈ ਇਹ ਜਿਵੇਂ ਆਪਣੇ ਕੋਲੇ ਪੰਜਾਬ ਪੁਲਿਸ ਦੇ ਪੇਪਰ ਹੋਏ ਨੇ ਹਨਾ, ਜਾਂ PPSC ਕੋਈ ਪੇਪਰ ਲੈਂਦਾ ਉਹਦੇ 'ਚ ਵੈਸੇ PPSC ਦੇ ਵਿੱਚ ਕੰਪਿਊਟਰ ਬਹੁਤ ਘੱਟ ਆਉਂਦਾ, ਜਿੰਨੇ ਕੁ ਵੀ ਆਉਂਦੇ ਨੇ ਉਹਨਾਂ ਦਾ ਥੋੜਾ ਜਿਹਾ ਲੈਵਲ ਹੁੰਦਾ ਅਪ ਹਨਾ। ਸੋ ਉਹਦੇ ਵਿੱਚ ਆਪਾਂ ਹਾਰਡ ਲੈਵਲ ਦੇ ਕੁਐਸਚਨ ਰੱਖੇ ਹੋਏ ਨੇ। ਇਹ ਬੇਸਿਕ ਤੇ ਮੀਡੀਅਮ ਲੈਵਲ ਦੇ ਕੁਐਸਚਨਾਂ ਦੇ ਨਾਲ ਹੀ ਆਪਾਂ ਥਿਊਰੀ ਡਿਸਕਸ ਕਰਾਂਗੇ। ਤੇ ਇਸ ਤੋਂ ਪਹਿਲਾਂ ਆਪਾਂ 4 ਚੈਪਟਰ ਡਿਸਕਸ ਕਰ ਚੁੱਕੇ ਹਾਂ, ਪਹਿਲਾ, ਦੂਜਾ, ਤੀਜਾ, ਚੌਥਾ ਤੇ ਇੱਕ 8ਵਾਂ ਚੈਪਟਰ ਜਿਹਦੇ ਵਿੱਚ ਆਪਾਂ ਉਹ ਪੂਰੀ ਸੀਰੀਜ਼ ਹੈ ਆਪਣੀ, ਜਿਹਦੇ ਵਿੱਚ ਆਫਿਸ ਪ੍ਰੋਡਕਟਿਵਿਟੀ ਟੂਲ, ਜਿਹਦੇ ਵਿੱਚ ਵਰਡ, ਐਕਸਲ, ਪਾਵਰਪੁਆਇੰਟ ਆਪਾਂ ਸਾਰੇ ਡਿਸਕਸ ਕੀਤੇ ਨੇ। ਠੀਕ ਹੈ, ਸੋ ਉਸੇ ਲੜੀ ਦੇ ਵਿੱਚੋਂ ਹੀ ਅੱਜ ਆਪਾਂ ਗੱਲਬਾਤ ਕਰਾਂਗੇ। 5ਵਾਂ ਚੈਪਟਰ ਹੈ ਕੰਪਿਊਟਰ ਮੈਮਰੀ, ਬੇਸਿਕ ਲੈਵਲ ਦੇ ਕੁਐਸਚਨ ਦੇਖਾਂਗੇ। ਠੀਕ ਹੈ, ਸੋ ਥਿਊਰੀ ਨਾਲ ਹੀ ਦੇਖਾਂਗੇ ਆਪਾਂ। ਜੇ ਮੈਂ ਤੁਹਾਨੂੰ ਇਕੱਲੀ ਥਿਊਰੀ ਪੜਾਉਣ ਲੱਗ ਗਿਆ ਤਾਂ ਤੁਹਾਡਾ ਵੀ ਇੰਟਰਸਟ ਨਹੀਂ ਬਣਨਾ, ਪੇਪਰ ਨੇੜੇ ਆ ਰਿਹਾ, ਇੰਨਾ ਸਮਾਂ ਨਹੀਂ ਹੁੰਦਾ। ਤੁਸੀਂ ਮੈਨੇਜਮੈਂਟ ਵੀ ਕਰਨੀ ਆ ਬਾਕੀ ਚੀਜ਼ਾਂ ਦੀ, ਬਾਕੀ ਵੀ ਸਬਜੈਕਟ ਨੇ ਹਨਾ। ਤਾਂ ਤੁਹਾਨੂੰ ਜਿਵੇਂ ਪਤਾ ਹੀ ਹੈ ਕਿ ਜਿਹੜਾ ਆਪਣੇ ਕੋਲੇ ਪੇਪਰ ਆ ਰਿਹਾ ਹੈ ਹੁਣ, ਫੋਰੈਸਟ ਗਾਰਡ ਦਾ ਪੇਪਰ ਆ ਰਿਹਾ ਹੈ, ਚਾਹੇ ਕਲਰਕ ਦਾ ਪੇਪਰ ਹੈ, ਚਾਹੇ ਐਕਸਾਈਜ਼ ਇੰਸਪੈਕਟਰ ਦਾ ਪੇਪਰ ਹੈ ਹਨਾ। ਸੋ ਇਹਨਾਂ ਵਿੱਚ 10 ਨੰਬਰ ਦਾ ਕੰਪਿਊਟਰ ਆਊਗਾ। ਜਿਵੇਂ ਲਾਇਬ੍ਰੇਰੀਅਨ ਦਾ ਪੇਪਰ ਹੈ 30 ਨੂੰ, ਉਹਦੇ ਵਿੱਚ 15 ਨੰਬਰ ਦਾ ਕੰਪਿਊਟਰ ਆਊਗਾ। ਠੀਕ ਹੈ, ਉਹਦੇ ਲਈ ਮੈਂ ਇੱਕ ਮੈਰਾਥਨ ਵੀ ਬਣਾਈ ਹੈ। ਵੈਸੇ ਆਪਾਂ ਸਾਰੇ ਕਿਉਂਕਿ ਬੋਡੀ ਇੱਕੋ ਹੀ ਪੇਪਰ ਕੰਡਕਟ ਕਰਾ ਰਹੀ ਹੈ PEET+B, ਤਾਂ ਤੁਸੀਂ ਇਹ ਨਹੀਂ ਸੋਚਣਾ ਕਿ ਉਹ ਕੱਲੀ PEET+B ਲਾਇਬ੍ਰੇਰੀਅਨ ਵਾਲਿਆਂ ਵਾਸਤੇ ਟੈਸਟ ਸੀਰੀਜ਼ ਹੈ ਹਨਾ। ਕਿੱਧਰ ਆ ਗਿਆ ਜਹਾਜ਼ ਹਾਂ, ਤਾਂ ਉਹ ਸਾਰਿਆਂ ਵਾਸਤੇ ਹੀ ਆ। ਚਾਹੇ ਤੁਸੀਂ ਕਲਰਕ ਦਾ, ਉਹ ਬੇਸਿਕ ਲੈਵਲ ਦੀ ਆ, ਬਹੁਤ ਸੌਖੇ ਕੁਐਸਚਨ ਆ, ਉਹਦੇ ਚੋਂ 4-5 ਕੁਐਸਚਨ ਤੁਹਾਡੇ ਕਵਰ ਹੋ ਜਾਣਗੇ। ਸੋ ਜਿਹੜਾ ਰਹਿੰਦਾ ਪੋਰਸ਼ਨ ਹੈ ਉਹਦੇ ਲਈ ਮੈਂ ਹੋਰ ਵੀ ਮੈਰਾਥਨ ਬਣਾਵਾਂਗੇ ਆਪਾਂ। ਬਟ ਮੈਰਾਥਨ ਇਹ ਹੁੰਦਾ ਵੀ ਸਮਾਂ ਥੋੜਾ ਕਨਸੈਪਟ ਨੂੰ ਰੀਕਾਲ ਕਰ ਲੈਂਦੇ ਆ। ਅਸਲ ਜੇ ਆਪਾਂ ਰੂਟ ਦੀ ਗੱਲ ਕਰੀਏ ਕਿ ਪੇਪਰ ਕਿੱਥੋਂ ਆਊਗਾ, ਤਾਂ ਉਹ ਤੁਸੀਂ ਗ੍ਰੈਂਡ ਸੀਰੀਜ਼ ਆਪਣੀ 2 ਸੀਰੀਜ਼ ਨੇ, ਜਿਹਦੇ ਵਿੱਚ ਐਕਸਲ, ਵਰਡ, ਪਾਵਰਪੁਆਇੰਟ, ਆਫਿਸ ਪ੍ਰੋਡਕਟਿਵਿਟੀ ਟੂਲ, ਤੇ ਦੂਜਾ ਹੈਗਾ ਜਿਹਦੇ ਵਿੱਚ ਆਪਾਂ ਚੈਪਟਰ ਵਾਈਜ਼ ਚੱਲੇ ਹੋਏ। ਤਾਂ ਇਹ ਤੁਸੀਂ ਕਿਸੇ ਵੀ ਹਾਲਤ ਤੇ ਸਕਿਪ ਨਹੀਂ ਕਰਨੀਆਂ। ਤਾਂ ਹੋ ਹੀ ਨਹੀਂ ਸਕਦਾ, ਤੁਹਾਨੂੰ ਕਿਤੇ ਵੀ ਜਾਣ ਦੀ ਲੋੜ ਨਹੀਂ। ਨੋਟਸ ਮੈਂ ਤੁਹਾਨੂੰ ਫ੍ਰੀ ਪ੍ਰੋਵਾਈਡ ਕਰਾਉਂਗਾ, ਤੁਸੀਂ ਮੈਨੂੰ ਮੈਸੇਜ ਕਰੋ। ਇੰਸਟਾਗ੍ਰਾਮ ਦਾ ਮੈਂ ਲਿੰਕ ਦਿੱਤਾ ਹੋਇਆ, ਕੋਈ ਤੁਸੀਂ ਪੈਸੇ ਲਾਉਣ ਦੀ ਲੋੜ ਨਹੀਂ। ਸਟੂਡੈਂਟਸ ਨੇ ਮੈਨੂੰ ਦੱਸਿਆ ਕੋਈ 1000 ਰੁਪਇਆ ਦੇ ਰਿਹਾ ਜੀ, ਕੋਈ ਐਂ ਕਰਾਂ, ਤੁਹਾਨੂੰ ਕਿਤੇ ਜਾਣ ਦੀ ਲੋੜ ਨਹੀਂ, ਕੋਈ ਬੁੱਕ ਚੱਕਣ ਦੀ ਲੋੜ ਨਹੀਂ, ਕੋਈ ਟਰੂਮੈਨ, ਸ਼ਰੂਮੈਨ, ਅਰੀਹੰਤ ਕੁਝ ਨਹੀਂ ਚੱਕਣ ਦੀ ਲੋੜ। ਬੜੀਆਂ ਗਲਤੀਆਂ ਨੇ ਉਹਨਾਂ ਦੇ ਵਿੱਚ। ਠੀਕ ਆ, ਸੋ ਜਿੰਨਾ ਮੈਂ ਕਰਾ ਰਿਹਾ ਸਫੀਸ਼ੀਐਂਟ ਹੈ, ਇਹ ਤੋਂ ਬਾਹਰੋਂ ਨਹੀਂ ਆਊਗਾ। ਤੁਸੀਂ ਪੰਜਾਬ ਪੁਲਿਸ ਵੇਲੇ ਵੀ ਦੇਖਿਆ ਜਿੰਨਾ ਆਪਾਂ ਕੰਮ ਕੀਤਾ, ਆਪਾਂ ਪੂਰੇ ਕਿੱਲ ਠੋਕੇ ਆਏ ਜਮਾ ਹਨਾ। ਸੋ ਇਹਦੇ ਵੀ ਆਪਾਂ ਕਹਿੰਦੇ ਵੀ ਜਿਵੇਂ ਕਹਿੰਦੇ ਹੁੰਦੇ ਆ ਵੀ ਚੂਲਾਂ ਠੋਕ ਦਿਆਂਗੇ, ਟੈਨਸ਼ਨ ਲੈਣੀ ਨਹੀਂ। ਠੀਕ ਹੈ, ਸਟ੍ਰੈਸ ਫ੍ਰੀ ਹੋ ਕੇ ਕੰਮ ਕਰੋ, ਦਿਲ ਲਾ ਕੇ ਕੰਮ ਕਰੋ। ਇਹ ਨਹੀਂ ਹੋਊਗਾ ਕਿ ਆਪਾਂ ਮਰੇ ਜੇ ਮੰਨਣਾ ਵੀ ਠੀਕ ਆ ਕੰਪਿਊਟਰ ਹੈ। ਕੰਪਿਊਟਰ ਪੜ੍ਹਿਆ ਕੀ ਨਹੀਂ ਹੁੰਦਾ ਯਾਰ, ਮੈਂ ਕਿਹੜਾ ਪੜ੍ਹ ਕੇ ਆਇਆ ਸੀ ਬਸ। ਠੀਕ ਹੈ, ਮੈਂ BTech MTech ਕਰ ਲਈ, PhD ਕਰ ਲਈ, ਇਸੇ ਨਹੀਂ ਬਾਹ ਪਿਆ। ਉਵੇਂ ਤੁਹਾਡਾ ਕੋਈ ਨਾ ਕੋਈ ਸਬਜੈਕਟ ਤਾਂ ਹੋਊਗਾ ਹੀ। ਐਲੀਜੀਬਿਲਿਟੀ ਤਾਂ ਗ੍ਰੈਜੂਏਸ਼ਨ ਮਾਸਟਰ ਹੈ। ਜਿਹੜੇ ਸਬਜੈਕਟ ਦੇ ਤੁਸੀਂ ਮਾਸਟਰ ਕਰੀ ਬੈਠੇ ਹੋ ਤਾਂ ਤੁਹਾਨੂੰ ਆਉਂਦਾ ਹੀ ਹੋਊ, ਚਾਹੇ ਗ੍ਰੈਜੂਏਸ਼ਨ ਕਰੀ ਬੈਠੇ ਹੋ। ਉਵੇਂ ਹੀ ਹੁੰਦਾ, ਆਉਂਦਾ ਕਿਸੇ ਨੂੰ ਕੁਝ ਨਹੀਂ ਆਉਂਦਾ ਹੁੰਦਾ। ਸੋ ਆਪਾਂ ਜੀ ਜਾਨ ਲਾ ਕੇ ਤਿਆਰੀ ਕਰਾਂਗੇ। ਹੋ ਹੀ ਨਹੀਂ ਸਕਦਾ ਸਾਡਾ ਕੁਐਸਚਨ ਫਸ ਜੇ ਕੰਪਿਊਟਰ ਦਾ। ਠੀਕ ਹੈ, ਚਲੋ ਆ ਜਾਓ ਫਿਰ ਦੇਖਦੇ ਹਾਂ ਝੱਟ ਕੰਪਿਊਟਰ ਦੇ ਕੁਐਸਚਨ ਆਉਣਾ। ਸੋ ਇਹ ਪ੍ਰੋਫਾਈਲ ਹੈ ਮੇਰਾ, ਜਾਣਦੇ ਹੋ, ਨਹੀਂ ਜਾਣਦੇ ਤਾਂ ਪੜ੍ਹ ਲਿਓ, ਫਿਰ ਮੈਨੂੰ ਮੈਂ ਦੱਸਦਾ ਨਹੀਂ ਵਾਰੀ। ਠੀਕ ਆ, ਸੋ ਆਪ ਨੂੰ ਚੰਗਾ ਜਿਹਾ ਲੱਗਣੋਂ ਹਟ ਜਾਂਦਾ। ਹਾਂ, ਜਿਵੇਂ ਪਹਿਲਾ ਕੁਐਸਚਨ ਹੈ, ਵਾਟ ਇਜ਼ ਬੂਟੇਬਲ ਡਿਸਕ। ਕਹਿੰਦਾ ਬੂਟੇਬਲ ਡਿਸਕ ਕੀ ਹੁੰਦੀ ਹੈ। ਇੱਥੇ 2-3 ਨਾਲ ਲੱਗਦੇ ਕੁਐਸਚਨ ਦੱਸ ਦੇਣਾ। ਕੰਪਿਊਟਰ ਹੈ ਜਿਹੜਾ, ਉਹ ਆਪਰੇਟਿੰਗ ਸਿਸਟਮ ਤੋਂ ਬਿਨਾਂ ਚੱਲ ਨਹੀਂ ਸਕਦਾ। ਕੰਪਿਊਟਰ ਕੈਨ ਨਾਟ ਰਨ ਵਿਦਾਊਟ ਆਪਰੇਟਿੰਗ ਸਿਸਟਮ। ਆਪਰੇਟਿੰਗ ਸਿਸਟਮ ਵਿੰਡੋ ਕਰ ਸਕਦੇ ਹੋ, ਲਾਈਨਕਸ ਕਰ ਸਕਦੇ ਹੋ, iOS ਕਰ ਸਕਦੇ ਹੋ, ਮੈਕਬੁੱਕ ਦੇ ਵਿੱਚ ਹੁੰਦਾ ਜਿਹੜਾ, ਠੀਕ ਹੈ, ਐਪਲ ਦਾ। ਸੋ ਉਹਨੂੰ ਚਲਾਉਣ ਲਈ ਆਪਰੇਟਿੰਗ ਸਿਸਟਮ ਚਾਹੀਦਾ। ਤੇ ਆਪਰੇਟਿੰਗ ਸਿਸਟਮ ਨੂੰ ਲੋਡ ਕਰਨ ਦੇ ਤਰੀਕੇ, ਜਦੋਂ ਕਈ ਵਾਰੀ ਵਿੰਡੋ ਕ੍ਰੈਸ਼ ਹੋ ਜਾਂਦੀ ਹੈ, ਆਪਾਂ ਦੁਕਾਨਾਂ ਤੋਂ ਜਾ ਕੇ ਕਰਾ ਕੇ ਲਿਆਉਂਦੇ ਸੀ ਪਹਿਲਾਂ, ਅੱਜ ਕੱਲ੍ਹ ਤਾਂ ਤੁਸੀਂ ਆਨਲਾਈਨ ਦੇਖੋ, ਤੁਸੀਂ ਆਪ ਵੀ ਕਰ ਸਕਦੇ ਹੋ। ਠੀਕ ਹੈ, ਉਹਦੇ ਲਈ ਪਹਿਲਾਂ DVD ਜਾਂ ਸੀਡੀਆਂ ਆਉਂਦੀਆਂ ਸੀ। CD ਤਾਂ 700 MB ਦੀ ਕਪੈਸਿਟੀ ਹੈ, ਉਹਦੇ ਵਿੱਚ ਬੂਟੇਬਲ ਡਿਸਕ ਨਹੀਂ ਬਣਦੀ ਸੀ। ਠੀਕ ਆ, ਤਾਂ DVD ਦੇ ਵਿੱਚ 4.7 GB ਦੀ ਕਪੈਸਿਟੀ ਹੁੰਦੀ ਹੈ। ਤਾਂ ਇਹਦੇ ਵਿੱਚ ਵਿੰਡੋ ਆਪਾਂ ਨੂੰ ਬਣੀ ਬਣਾਈ DVD ਮਿਲ ਜਾਂਦੀ ਸੀ, ਤਾਂ ਉਹਨੂੰ ਆਪਾਂ ਬੋਲ ਦਿੰਦੇ ਸੀ ਬੂਟੇਬਲ ਡਿਸਕ, ਜਿਹਦੇ ਵਿੱਚ ਆਪਰੇਟਿੰਗ ਸਿਸਟਮ ਪਿਆ ਹੁੰਦਾ ਸੀ। ਤੇ ਬੂਟੇਬਲ ਪੈਨ ਡਰਾਈਵ ਵੀ ਬਣਾ ਸਕਦੇ ਆ। ਇੱਕ ਪੈਨ ਡਰਾਈਵ ਦੇ ਵਿੱਚ ਤੁਸੀਂ ਅਲਟਰਾ ISO ਨਾਮ ਦਾ ਸੌਫਟਵੇਅਰ ਹੁੰਦਾ ਹੈ, ਅਲਟਰਾ ISO
ਇਹ ਸੌਫਟਵੇਅਰ ਇੰਸਟਾਲ ਕਰੋ, YouTube ਤੇ ਭਰੋ ਕਿ ਹਾਊ ਟੂ ਮੇਕ ਬੂਟੇਬਲ CD ਜਾਂ ਬੂਟੇਬਲ ਡਿਸਕ ਜਾਂ ਹਾਊ ਟੂ ਮੇਕ ਬੂਟੇਬਲ ਪੈਨ ਡਰਾਈਵ, ਤਾਂ ਤੁਸੀਂ ਬੂਟੇਬਲ ਪੈਨ ਡਰਾਈਵ ਬਣਾ ਸਕਦੇ ਹੋ, ਆਪਣੀ ਵਿੰਡੋ ਆਪ ਕਰ ਸਕਦੇ ਹੋ। ਜਿਹੜਾ ਡੇਟਾ C ਡਰਾਈਵ ਦੇ ਵਿੱਚ ਹੋਇਆ ਉਹ ਸਾਰਾ ਉੱਡ ਜਾਊਗਾ, ਬਾਕੀ ਦੀਆਂ ਡਰਾਈਵ ਨੂੰ ਕੁਝ ਨਹੀਂ ਹੁੰਦਾ। ਆਪਣੇ ਆਪ ਕਰਨੀਆਂ ਸਿੱਖੋ, ਕਿਸੇ ਨੂੰ ਪੈਸੇ ਦੇਣ ਦੀ ਲੋੜ ਨਹੀਂ, ਠੀਕ ਆ। ਆਪ ਕੰਮ ਕਰੋ, 1-2 ਵਾਰੀ ਕਰੋਗੇ, ਡੇਟਾ ਦਾ ਬੈਕਅਪ ਲੈ ਲਓ, ਹਾਰਡ ਡਿਸਕ ਲੈ ਲਓ, ਸਾਰਾ ਡੇਟਾ ਹਾਰਡ ਡਿਸਕ 'ਚ ਪਾ ਲਓ, ਸਾਰਾ ਕੁਝ ਉੱਡ ਵੀ ਜਾਊ, ਕੀ ਫਰਕ ਪੈਂਦਾ। ਸੋ ਨੈਟ ਤੋਂ ਹੀ ਵਿੰਡੋ ਮਿਲ ਜਾਂਦੀ ਹੈ, ਵਿੰਡੋ 10 11 ਚੱਲ ਰਹੀ ਹੈ ਅੱਜ, ਠੀਕ ਹੈ। ਸੋ ਇਹ ਕੰਮ ਆਪ ਕਰੋ, ਤੁਹਾਨੂੰ ਜ਼ਿਆਦਾ ਕਲੈਰਿਟੀ ਹੋਊਗੀ। ਸੋ ਉਸੇ ਦੇ ਰਿਗਾਰਡਿੰਗ ਹੀ ਕੁਐਸਚਨ ਪੁੱਛ ਰਿਹਾ, ਕਹਿੰਦਾ ਬੂਟੇਬਲ ਡਿਸਕ ਕੀ ਹੈ? CD ROM ਹੈ? ਨਹੀਂ। ਮਿਨੀ ਫਲੋਪੀ ਡਿਸਕ ਵੀ ਨਹੀਂ ਆਂਦੀ। ਹਾਰਡ ਡਿਸਕ ਆਫ ਏ ਕੰਪਿਊਟਰ? ਨਹੀਂ। ਇਹ ਡਿਸਕ ਦੈਟ ਯੂਜ਼ ਲੋਡਿੰਗ ਆਪਰੇਟਿੰਗ ਸਿਸਟਮ ਸੌਫਟਵੇਅਰ ਇਨਟੂ ਏ RAM, ਇਹ ਤਾਂ ਬਿਲਕੁਲ ਠੀਕ ਹੈ। ਉਹ RAM ਦੇ ਵਿੱਚ ਲੋਡ ਕਰਦੇ ਆ, ਚਾਹੇ ਹਾਰਡ ਡਿਸਕ 'ਚ। ਪਹਿਲਾਂ ਹਾਰਡ ਡਿਸਕ 'ਚ ਜਾਂਦਾ ਹੈ, ਹਾਰਡ ਡਿਸਕ 'ਚੋਂ RAM ਦੇ ਵਿੱਚ ਲੋਡ ਕਰ ਲੈਂਦੇ ਆ। ਤਾਂ ਉਹ ਲੋਡ ਕਰਾਉਣ ਲਈ ਜਿਹੜਾ ਸੌਫਟਵੇਅਰ ਵਰਤਿਆ ਜਾਂਦਾ ਉਹਨੂੰ ਆਪਾਂ ਕੀ ਬੋਲਦੇ ਆ? ਬੂਟ ਲੋਡਰ। ਇਹ ਵੀ ਯਾਦ ਰੱਖਣਾ ਹੈ, ਲੈਵਲ 2 'ਚ ਕਰਾਉਂਗਾ ਕੁਐਸਚਨ, ਬੂਟ ਲੋਡਰ ਕੀ ਹੁੰਦਾ। ਇੱਥੇ ਥੋੜਾ ਜਿਹਾ ਦੱਸ ਦਿੰਦਾ, ਬੂਟ ਲੋਡਰ ਇੱਕ ਪ੍ਰੋਗਰਾਮ ਹੁੰਦਾ ਜਿਹੜਾ ਹਾਰਡ ਡਿਸਕ ਦੇ ਵਿੱਚੋਂ ਆਪਰੇਟਿੰਗ ਸਿਸਟਮ ਨੂੰ RAM 'ਚ ਲੋਡ ਕਰਾਉਂਦਾ ਹੈ, ਜਾਂ RAM ਨੂੰ ਆਪਾਂ ਐਜ਼ ਏ ਫਿਜ਼ੀਕਲ ਮੈਮਰੀ ਵੀ ਬੋਲਦੇ ਹਾਂ। ਹਾਂ, ਇੱਕ ਮੇਰੀ ਹੋਰ ਆਦਤ ਹੈ ਕਿ ਮੈਨੂੰ ਐ ਹੁੰਦਾ ਹੈ ਵੀ ਜਦੋਂ ਕੁਐਸਚਨ ਕਰਾ ਰਿਹਾ ਵੀ ਆ ਵੀ ਦੱਸ ਦਿਆਂ, ਵੀ ਹੁਣ ਇੱਥੇ ਮੇਰਾ ਜੀ ਬਹੁਤ ਕਰਦਾ ਸੀ ਮੈਂ DVD ਦੱਸ ਦਿਆਂ ਇਹਦਾ ਪੂਰੀ ਫੁੱਲ ਫਾਰਮ ਦੀ ਡਿਜੀਟਲ ਵੀਡੀਓ ਡਿਸਕ, ਫਿਰ ਮੈਂ ਰੋਕਦਾ ਆਪਦੇ ਆਪ ਨੂੰ ਵੀ ਨਹੀਂ ਯਾਰ ਇੰਨਾ ਖਲਾਰਾ ਨਹੀਂ ਪਾਉਣਾ, ਵੀ ਚੀਜ਼ਾਂ ਸੀਕੁਐਂਸ 'ਚ ਚੱਲਣ। ਤੁਸੀਂ ਮੈਨੂੰ ਦੱਸਿਓ, ਕਿਉਂਕਿ ਮੈਨੂੰ ਐਂ ਲੱਗਦਾ ਵੀ ਹੋ ਸਕਦਾ ਇੱਥੋਂ ਕੁਐਸਚਨ ਪੁੱਛ ਲੈ, ਨਾਲ ਚੀਜ਼ਾਂ ਯਾਦ ਰਹਿ ਜਾਂਦੀਆਂ, ਠੀਕ ਹੈ। ਇੱਕ ਆਪਾਂ ਸੀਕੁਐਂਸ ਦੇ ਵਿੱਚ ਚੱਲੀਏ ਕਿ ਜਿਵੇਂ ਮੈਨੂੰ ਆਦਤ ਹੈ ਵੀ ਮੈਂ ਇੱਥੇ ਨਾਲ ਲੱਗਦੀਆਂ ਚੀਜ਼ਾਂ ਦੱਸਦਾ, ਵੀ ਤੁਸੀਂ ਬੋਰ ਤਾਂ ਨਹੀਂ ਹੁੰਦੇ ਇਸ ਚੀਜ਼ ਤੋਂ। ਵੀਡੀਓ ਥੋੜੀ ਜਿਹੀ ਲੰਬੀ ਹੋ ਜਾਂਦੀ ਹੈ, ਪਰ ਇਹ ਹੁੰਦਾ ਵੀ ਰਿਵੀਜ਼ਨ ਹੋ ਜਾਂਦੀ ਹੈ, ਧਿਆਨ ਨਾਲ ਸੁਣੋਗੇ ਤੁਹਾਨੂੰ ਉਹੀ ਚੀਜ਼ਾਂ ਉਹਨੇ ਪੁੱਛਣੀਆਂ ਨੇ, ਠੀਕ ਆ। ਸੋ ਚਲੋ ਆਪਾਂ, ਇਹ ਹੁੰਦੀ ਹੈ ਬੂਟੇਬਲ ਡਿਸਕ। ਐਂ ਕਰਕੇ ਡੱਬਾ ਜਾਂ ਵੱਡਾ ਸਾਰਾ ਬਣਿਆ ਹੁੰਦਾ, ਡਿਸਕ ਵੀ ਹੋ ਸਕਦੀ ਹੈ, ਪੈਨ ਡਰਾਈਵ ਵੀ ਹੋ ਸਕਦੀ ਹੈ, ਠੀਕ ਹੈ। ਵਿੰਡੋ ਦੀ ਹੈ, ਮਾਈਕਰੋਸਾਫਟ ਦੁਆਰਾ। ਤੇ ਇਹ ਹੁਣ ਉਹੀ ਗੱਲ ਆ ਗਈ ਕਿ ਹੁਣ ਮੈਨੂੰ ਇਹ ਵੀ ਲੱਗਦਾ ਵੀ ਵਿੰਡੋ ਜਿਹੜੀ ਹੈ ਮਾਈਕਰੋਸਾਫਟ ਦੀ, ਇਹ ਓਪਨ ਸੋਰਸ ਨਹੀਂ ਹੁੰਦਾ, ਇਹ ਪੈਸੇ ਲੈਂਦੇ ਨੇ, ਚਾਰਜੇਬਲ ਹੈ, ਠੀਕ ਹੈ। ਚਲੋ ਮੈਂ ਥੋੜਾ ਦੱਸ ਦਿਆ ਕਰੂੰ, ਬਾਕੀ ਤੁਸੀਂ ਕਮੈਂਟ ਕਰਕੇ ਦੱਸੋ। ਦੇਖੋ ਇਹ ਵਨ ਸਾਈਡਡ ਗੇਮ ਨਹੀਂ ਹੈ ਕਿ ਮੈਂ ਤੁਹਾਨੂੰ ਪੜ੍ਹਾਈ ਜਾਵਾਂ, ਤੁਹਾਨੂੰ ਚੰਗਾ ਲੱਗੇ ਤਾਂ ਠੀਕ ਹੈ, ਨਹੀਂ ਤੁਸੀਂ ਸਕਿਪ ਕਰਕੇ ਅੱਗੇ ਚੱਲ ਜਾਓ, ਠੀਕ ਹੈ। ਆਪਣਾ ਉਹ ਕੰਮ ਨਹੀਂ ਹੈ, ਕੋਈ ਚਾਰਜਸ ਨਹੀਂ ਲੈਣੇ ਆਪਾਂ, ਨੋਟਸ ਤੁਹਾਨੂੰ ਫ੍ਰੀ ਦੇਵਾਂਗੇ, ਸਾਰਾ ਕੰਮ ਮੈਂ ਕਰਾਉਂਗਾ, ਫ੍ਰੀ ਕਰਾਉਂਗਾ। ਬਟ ਇਹ ਹੈ ਵੀ ਆਪਾਂ ਆਪਦੀਆਂ ਸਰਵਿਸਿਸ ਨੂੰ ਹੋਰ ਜ਼ਿਆਦਾ ਇੰਪਰੂਵਮੈਂਟ ਲੈ ਕੇ ਆਉਣੀ ਹੈ ਕਿ ਤੁਹਾਡੇ ਹਿਸਾਬ ਨਾਲ ਮੈਂ ਕੰਮ ਕਰਾਵਾਂ। ਉਹਦੇ ਲਈ ਇੰਗੇਜਮੈਂਟ ਜ਼ਰੂਰੀ ਹੈ, ਵਿਆਹ ਵਾਲੀ ਇੰਗੇਜਮੈਂਟ ਨਹੀਂ ਕਹਿ ਰਿਹਾ, ਵੀ ਤੁਸੀਂ ਇੰਗੇਜ ਹੋਵੋ ਚੈਨਲ ਦੇ ਨਾਲ, ਕਮੈਂਟ ਕਰੋ। ਤੁਸੀਂ ਐਂ ਸਮਝੋ ਸਾਡਾ ਵੱਡਾ ਭਰਾ ਹੈ ਯਾਰ, ਕਿਸੇ ਦਾ ਛੋਟਾ ਹੋਊਗਾ, ਕਿਸੇ ਦਾ ਵੱਡਾ ਹੋਊਗਾ, ਹਨਾ। ਤੁਸੀਂ ਮੈਨੂੰ ਕਮੈਂਟ ਕਰਕੇ ਦੱਸੋ। ਸੋ ਮੈਂ ਆਲਵੇਜ਼ ਹੈਗਾ ਸਿੱਖਣ ਦੇ ਲਈ, ਮੈਂ ਵੀ ਚਾਹੁੰਦਾ ਕਿ ਮੈਂ ਕਿਤੇ ਮਿਸਟੇਕ ਕਰਾਂ ਤੇ ਮੈਨੂੰ ਤੁਸੀਂ ਦੱਸੋ, ਕੋਈ ਗੱਲ ਨਹੀਂ, ਉਹਦੇ ਚ ਕੀ ਹੈ ਯਾਰ, ਮੈਂ ਕੋਈ ਸਿੱਖਿਆ ਸਿਖਾਇਆ ਥੋੜੀ ਆ, ਮੈਂ ਵੀ ਪੜ੍ਹ ਕੇ ਪੜ੍ਹਾ ਰਿਹਾ ਤੁਹਾਨੂੰ। ਬਸ ਇਹ ਹੈ ਵੀ ਤਰੀਕਾ ਮੇਰਾ ਆਪਦਾ ਹੈ ਸਮਝਾਉਣ ਦਾ, ਉਹ ਮੇਰਾ ਆਪਦਾ, ਉਹ ਹਰ ਬੰਦੇ ਦਾ ਆਪਦਾ ਹੁੰਦਾ। ਤਾਂ ਮਿਸਟੇਕਸ ਹੋਣੀਆਂ, ਗਲਤੀਆਂ ਹੋਣੀਆਂ ਸੰਭਾਵਿਕ ਹੈ, ਹੋ ਸਕਦੀਆਂ ਨੇ, ਹੋ ਜਾਣ, ਹੋ ਸਕਦਾ ਆਪਣੇ ਨੋਟਸਾਂ ਦੇ ਵਿੱਚ ਵੀ ਕੋਈ ਮਿਸਟੇਕ ਹੋਵੇ, ਤੁਸੀਂ ਦੱਸਿਓ, ਆਪਾਂ ਚੇਂਜ ਕਰ ਲਾਂਗੇ, ਠੀਕ ਹੈ। ਸੋ ਚਲੋ ਫਿਰ ਅੱਗੇ ਚੱਲਦੇ ਹਾਂ। ਸੋ ਇਹਦਾ ਫਿਰ ਸੀਗਾ ਇਹ ਆਨਸਰ ਪਹਿਲਾ, ਤੇ ਇਹ TSS ਕਾਡਰ 25 ਸਤੰਬਰ 2000, ਇਹ ਆਪ ਹੀ ਦੇਖ ਲਿਆ ਕਰੋ ਕਿਹੜੇ ਸਾਲ ਦੇ ਵਿੱਚ ਆਇਆ ਹੋਇਆ, ਠੀਕ ਹੈ। S2 ਦੇ ਵਿੱਚ ਪਤਾ ਨਹੀਂ ਦੁਪਹਿਰੇ ਸ਼ਿਫਟ ਹੋਈ ਸੀ, ਉਹਦੇ ਚ ਆਇਆ ਹੋਇਆ। ਹਾਂ, ਅਗਲਾ ਕੁਐਸਚਨ ਹੈ, which of the following type of memory is part of primary memory? ਕਹਿੰਦਾ ਕਿਹੜਾ ਇਹਨਾਂ ਦੇ ਵਿੱਚੋਂ ਪ੍ਰਾਇਮਰੀ ਮੈਮਰੀ ਦਾ ਪਾਰਟ ਹੈ। ਤਾਂ ਉਹਦੇ ਲਈ ਆਪਾਂ ਹੁਣ ਮੈਂ ਸਿੱਧਾ ਦੱਸਦਾ ਤੁਹਾਨੂੰ ਵੀ ਚੱਕੋ RAM ਉਹਦਾ ਪਾਰਟ ਹੈ, ਨਹੀਂ, ਪਹਿਲਾਂ ਥਿਊਰੀ ਸਮਝਾਂਗੇ। ਮੇਨ ਮੈਮਰੀ ਵੀ ਬੋਲਦੇ ਆ, ਪ੍ਰਾਇਮਰੀ ਮੈਮਰੀ ਵੀ ਬੋਲਦੇ ਆ। ਮੈਮਰੀ ਦੋ ਤਰ੍ਹਾਂ ਦੀ ਹੁੰਦੀ ਹੈ, ਅੱਗੇ ਟਾਈਪ ਵੀ ਅੱਗੇ ਪੜਾਂਗੇ। ਮੇਨ ਨੂੰ ਹੀ ਪ੍ਰਾਇਮਰੀ ਮੈਮਰੀ ਬੋਲਦੇ ਆ। ਇਹ ਫਰਦਰ ਦੋ ਟਾਈਪ ਦੀ ਹੁੰਦੀ ਹੈ, RAM ਤੇ ROM। RAM ਹੁੰਦੀ ਹੈ ਰੈਂਡਮ ਐਕਸੈਸ ਮੈਮਰੀ, ROM ਹੁੰਦੀ ਹੈ ਰੀਡ ਓਨਲੀ ਮੈਮਰੀ। ਤੇ RAM ਹੈ ਜਿਹੜੀ ਇਹ ਵੋਲਾਟਾਈਲ ਹੈ, ਜਾਨੀ ਕਿ ਵੋਲਾਟਾਈਲ ਦਾ ਕਨਸੈਪਟ ਕੀ ਹੁੰਦਾ ਹੈ, ਜਦੋਂ ਆਪਾਂ ਪਾਵਰ ਨੂੰ ਕੀ ਕਰ ਦਿੰਦੇ ਆ, ਬੰਦ ਕਰ ਦਿੰਦੇ ਆ, ਕੰਪਿਊਟਰ ਬੰਦ ਕਰ ਦਈਏ ਤਾਂ ਕੰਟੈਂਟ ਲੋਸਟ ਹੋ ਜਾਂਦੇ ਨੇ। RAM ਦੇ ਵਿੱਚ ਅੱਜ ਕੱਲ ਤਾਂ ਬੜੇ ਤਰੀਕੇ ਨੇ ਰਿਕਵਰੀ ਹੋ ਜਾਂਦੀ ਹੈ, ਸੌਫਟਵੇਅਰ ਦੇ ਵਿੱਚ ਸੇਵ ਹੋ ਜਾਂਦੀਆਂ ਚੀਜ਼ਾਂ, ਪਰ ਪੁਰਾਣੇ ਸਮੇਂ 'ਚ ਟ੍ਰੈਡੀਸ਼ਨਲੀ ਕੀ ਹੁੰਦਾ ਸੀ, ਜਾਂ ਆਪਾਂ ਇਹ ਕਹਿ ਦਈਏ ਇਹਦਾ ਨੇਚਰ ਐਵੇਂ ਦਾ, ਜਦੋਂ ਹੀ ਅਸੀਂ ਬਿਜਲੀ ਬੰਦ ਕਰਤੀ, ਪਾਵਰ ਬੰਦ ਕਰਤੀ, ਤਾਂ ਡੇਟਾ ਉੱਡ ਜਾਂਦਾ ਸੀ। ਬਟ ਅੱਜ ਕੱਲ ਤਾਂ ਤੁਸੀਂ ਕਹੋਗੇ ਹੋ ਜਾਂਦਾ ਹੈ, ਉਹ ਬਹੁਤ ਸਾਰੇ ਨਵੇਂ ਤਰੀਕੇ ਐਵੇਂ ਦੇ ਲਾਏ ਨੇ ਜਿਹਦੇ ਨਾਲ ਅਸੀਂ ਡੇਟਾ ਨੂੰ ਬਚਾ ਲਈਏ, ਠੀਕ ਹੈ। ਬਟ RAM ਦਾ ਨੇਚਰ ਐਵੇਂ ਦਾ, RAM 'ਚ ਸਟੋਰ ਨਹੀਂ ਹੁੰਦਾ, ਉਹ ਅਸੀਂ ਅਲੱਗ ਕਿਤੇ ਹੋਰ ਜਾ ਕੇ ਬਫਰ ਕੋਈ ਜੁਗਾੜ ਜਗੂੜ ਲਾ ਕੇ ਸੇਵ ਕਰ ਲੈਂਦੇ ਹਾਂ, ਡੇਟਾ ਨੂੰ ਰਿਕਵਰ ਕਰ ਲੈਂਦੇ ਹਾਂ ਟੈਂਪਰੇਰੀ ਬਫਰ ਦੇ ਵਿੱਚ, ਠੀਕ ਹੈ। ਸੋ RAM ਇੱਕ ਵੋਲਾਟਾਈਲ ਮੈਮਰੀ ਹੈ, ਇਹ ਰੀਡ ਰਾਈਟ, ਉਹਦੇ 'ਚ ਆਪਾਂ ਰੀਡ ਵੀ ਕਰ ਸਕਦੇ ਹਾਂ, ਰਾਈਟ ਵੀ ਕਰ ਸਕਦੇ ਹਾਂ। ਕਲੀਅਰ ਹੋਈ ਗੱਲ। ਤੇ ਇਹ ਵਰਕਿੰਗ ਏਰੀਆ ਆਫ ਕੰਪਿਊਟਰ ਹੈ, ਜਿੰਨਾ ਵੀ ਕੰਮ ਹੋਊਗਾ ਉਹ RAM ਦੇ ਵਿੱਚ ਹੋਊਗਾ, ਕੰਪਿਊਟਰ ਦੇ ਵਿੱਚ,
ठीक है, ਤਾਂ ਇਹਨੂੰ ਵਰਕਿੰਗ ਏਰੀਆ ਵੀ ਬੋਲਦੇ ਆ। ਨਾਲ ਲੱਗਦੇ ਹੱਥ ਹੀ ਆਪਾਂ ਇੱਕ ਚੀਜ਼ ਹੋਰ ਲਿਖ ਲਈਏ, ਇਹਨੂੰ ਫਿਜ਼ੀਕਲ ਮੈਮਰੀ ਵੀ ਬੋਲਿਆ ਜਾਂਦਾ, ਫਿਜ਼ੀਕਲ ਮੈਮਰੀ। ठीक है, जे हुण आपां सवाद जे ना करांगे तां क्योंकि 15 मिनट 15 नहीं 12-13 मिनट हो भी गए, सो मैं नहीं टेंशन टूशन ला, तुसीं मैनूं दस्सिओ भी आपां काम वधिया करना है कि समय ते ध्यान रखना, भी ऐ वीडियो आपां रखीए भी अद्धे घंटे दी जां घंटे दी, कि ऐ भी काम दे विच सवाद आउणा चाहीदा। ठीक है, मैनूं तां सवाद नहीं आउंदा भी टाइम नहीं आपां देखीए ना, पर तुसीं दस्सिओ कोई नहीं कमेंट करके। हाँ, रोम ਜਿਹੜਾ ਹੈ ਨੌਨ ਵੋਲਾਟਾਈਲ ਹੈ, ਯਾਨੀ ਕਿ ਜੇ ਕੰਪਿਊਟਰ ਬੰਦ ਕਰ ਦਈਏ ਰੋਮ ਦੇ ਵਿੱਚੋਂ ਕੁਝ ਵੀ ਨਹੀਂ ਉੱਡਦਾ, ਡੇਟਾ ਪਰਮਾਨੈਂਟਲੀ ਸੇਵ ਰਹਿੰਦਾ ਹੈ। ਇਹ ਰੈਮ ਇੱਕ ਟੈਂਪਰੇਰੀ ਮੈਮਰੀ ਹੈ, ਕਈ ਵਾਰੀ ਪੁੱਛ ਲੈਂਦਾ, ਫਿਜ਼ੀਕਲ ਵੀ ਬੋਲਦੇ ਆ ਇਹਨੂੰ, ਟੈਂਪਰੇਰੀ ਵੀ ਬੋਲਦੇ ਆ, ਕਿਉਂਕਿ ਸ਼ਬਦਾਂ ਦਾ ਹੈਰਫੇਰ ਹੀ ਹੈ। ਵੋਲਾਟਾਈਲ ਦਾ ਮੀਨਿੰਗ ਕੀ ਹੁੰਦਾ? ਟੈਂਪਰੇਰੀ। ਨੌਨ ਵੋਲਾਟਾਈਲ ਦਾ ਮੀਨਿੰਗ ਕੀ ਹੁੰਦਾ? ਪਰਮਾਨੈਂਟ। ਲਿਖਣਾ ਲਿਖ ਸਕਦੇ ਆ ਆਪਾਂ ਪਰਮਾਨੈਂਟ ਮੈਮਰੀ। ਕਲੀਅਰ ਹੋਈ ਗੱਲ? ਰੀਡ ਓਨਲੀ ਇਹਦੇ ਚ ਲਿਖ ਨਹੀਂ ਸਕਦੇ, ਵੈਸੇ ਦੀਆਂ ਟਾਈਪ ਹੁੰਦੀਆਂ ਨੇ ਵੀ ਇੱਕ ਵਾਰੀ ਲਿਖ ਸਕਦੇ ਆ ਮਾਸਕਡ ਪੀ ਐਮ ਰੋਮ ਪੀ ਰੋਮ, ਉਹ ਅੱਗੇ ਪੜਾਂਗੇ। ਫਿਲਹਾਲ ਇਹਦਾ ਨੇਚਰ ਹੈਗਾ ਨੌਨ ਵੋਲਾਟਾਈਲ ਤੇ ਰੀਡ ਓਨਲੀ। ਸਟੋਰ ਦੀ ਬੂਟ ਲੋਡਰ, ਪਿੱਛੇ ਆਪਾਂ ਗੱਲ ਨਹੀਂ ਕਰੀ ਸੀ ਕਿ ਹਾਰਡ ਡਿਸਕ ਦੇ ਵਿੱਚ ਆਪਰੇਟਿੰਗ ਸਿਸਟਮ ਲੋਡ ਕਰਨ ਲਈ ਰੈਮ ਦੇ ਵਿੱਚ ਕਿਹੜਾ ਸੌਫਟਵੇਅਰ ਵਰਤਿਆ ਜਾਂਦਾ, ਉਹਨੂੰ ਅਸੀਂ ਬੋਲਦੇ ਹਾਂ ਬੂਟ ਲੋਡਰ। ਤੇ ਉਹ ਬੂਟ ਲੋਡਰ ਸਟੋਰ ਕਿੱਥੇ ਹੁੰਦਾ? ਰੋਮ ਦੇ ਵਿੱਚ। ਬਹੁਤ ਜ਼ਿਆਦਾ ਇੰਪੋਰਟੈਂਟ ਕੁਐਸਚਨ ਹੈ, ਇਹ ਪੁੱਛ ਲੈਂਦਾ ਕਿ ਬੂਟ ਲੋਡਰ ਕਿੱਥੇ ਪਿਆ ਹੁੰਦਾ? ਰੋਮ ਦੇ ਵਿੱਚ। ਤਾਂ ਰੈਮ ਦਾ ਕੰਮ ਤਾਂ ਹੁੰਦਾ ਵਰਕਿੰਗ ਏਰੀਆ, ਜਿੱਥੇ ਸਾਰਾ ਕੰਮ ਕਰਦੇ ਆ। ਰੋਮ ਦਾ ਇੱਕੋ ਹੀ ਕੰਮ ਹੈ ਕਿ ਇਹ ਬੂਟ ਲੋਡਰ ਨੂੰ ਸਟੋਰ ਕਰਦਾ। ਰੈਮ ਦੇ ਵਿੱਚ ਬੂਟ ਲੋਡਰ ਆਪਾਂ ਸਟੋਰ ਨਹੀਂ ਕਰ ਸਕਦੇ। ਕਿਉਂ ਨਹੀਂ ਕਰ ਸਕਦੇ? ਰੈਮ ਤਾਂ ਰੈਮ ਤਾਂ ਵੋਲਾਟਾਈਲ ਹੈ, ਜਿਹਨੂੰ ਬੰਦ ਕਰਤੀ ਬੂਟ ਲੋਡਰ ਉੱਡ ਜੂਗਾ, ਤਾਂ ਮੈਮਰੀ ਨੂੰ ਕਿਹੜਾ ਫਿਰ ਆਪਰੇਟਿੰਗ ਸਿਸਟਮ ਨੂੰ ਕਿਹੜਾ ਰੈਮ ਦੇ ਵਿੱਚ ਲੋਡ ਕਰੂਗਾ, ਹੈਨਾ। ਹੁਣ ਤੁਹਾਡੇ ਦਿਮਾਗ 'ਚ ਇਹ ਵੀ ਕੁਐਸਚਨ ਆ ਸਕਦਾ ਵੀ ਯਾਰ ਆਪਰੇਟਿੰਗ ਸਿਸਟਮ ਨੂੰ ਵਾਰੀ-ਵਾਰੀ ਰੈਮ 'ਚ ਕਿਉਂ ਲੋਡ ਕਰਨਾ ਪੈਂਦਾ? ਕਿਉਂਕਿ ਆਪਰੇਟਿੰਗ ਸਿਸਟਮ 4-5 GB ਦੀ ਸੌਫਟਵੇਅਰ ਹੁੰਦਾ, 4-5 GB ਦੀ ਫਾਈਲ ਹੁੰਦੀ ਹੈ। ਆਪਰੇਟਿੰਗ ਸਿਸਟਮ ਦੇ ਵਿੱਚੋਂ ਸਾਰੀਆਂ ਫਾਈਲਾਂ ਕੰਪਿਊਟਰ ਨੂੰ ਚਲਾਉਣ ਲਈ ਨਹੀਂ ਵਰਤੀਆਂ ਜਾਂਦੀਆਂ, ਜਦੋਂ ਜਿਹੜਾ ਫੰਕਸ਼ਨ ਚਾਹੀਦਾ ਉਹੀ ਲੋਡ ਕਰਦੇ ਆਪਾਂ। ਤਾਂ ਰੈਮ ਦੇ ਵਿੱਚ ਇਹਦੇ ਵਿੱਚੋਂ 600-700 MB ਦਾ ਡੇਟਾ, 700 MB ਜਾਂ 1 GB ਤੱਕ ਦਾ ਜਿੰਨਾ ਵੀ ਚਾਹੀਦਾ ਹੈ, ਉਹਨਾਂ ਕੁ ਪੋਰਸ਼ਨ ਆਪਾਂ ਰੈਮ 'ਚ ਲੋਡ ਕਰਕੇ ਲਿਆਉਣੇ ਆ। ਇਹੀ ਕੰਮ ਚਲਾ ਰਿਹਾ ਹੁੰਦਾ। ਜਿਵੇਂ ਹੁਣ ਆਰਮੀ ਦੀ ਗੱਲ ਕਰਦੇ ਆ, ਆਪਣੇ ਕੋਲੇ ਪੰਜਾਬ ਦੇ ਵਿੱਚ ਪੰਜਾਬ ਪੁਲਿਸ ਹੈ, ਨਾਕੇ ਨੁਕਿਆਂ ਦੇ ਲੱਗਦੇ, ਆਪਾਂ ਸਾਰਿਆਂ ਦੀ ਤਾਂ ਲੋੜ ਨਹੀਂ, ਜਿੰਨਿਆਂ ਕੁ ਦੀ ਲੋੜ ਆ ਉਨੇ ਕੁ ਬੰਦੇ ਲਾ ਦਿੱਤੇ ਜਾਂਦੇ ਨੇ। ਪਰ ਜਦੋਂ ਸਪੈਸ਼ਲ ਕੋਈ ਫੰਕਸ਼ਨ ਹੁੰਦਾ ਉਦੋਂ ਸਾਰੇ ਬਾਕੀ ਰਾਜਾਂ ਦੀ ਪੁਲਿਸ ਵੀ ਬੁਲਾ ਲੈਂਦੇ ਆ, ਬਾਕੀ ਦੀਆਂ ਫੋਰਸਿਸ ਵੀ ਆਪਾਂ ਬੁਲਾ ਲੈਂਦੇ ਆ। ਉਵੇਂ ਆਪਰੇਟਿੰਗ ਸਿਸਟਮ ਦਾ ਕੰਮ ਹੈ, ਜਿੰਨਾ ਕੁ ਡੇਟਾ ਚਾਹੀਦਾ ਉਹਨਾਂ ਕੁ ਆਪਾਂ ਲੋਡ ਕਰ ਲੈਂਦੇ ਆ। ਤੇ ਫਿਰ ਬਟ ਰੈਮ ਦੇ ਵਿੱਚ ਤਾਂ ਉੱਡ ਜਾਂਦਾ ਡੇਟਾ ਜਦੋਂ ਬੰਦ ਕਰ ਦਿੰਦੇ ਆ, ਤਾਂ ਹਰ ਵਾਰੀ ਲੋਡ ਕਰਾਉਣਾ ਪਊਗਾ ਸੈਕੰਡਰੀ ਸਟੋਰੇਜ ਦੇ ਵਿੱਚੋਂ ਜਾਂ ਹਾਰਡ ਡਿਸਕ ਦੇ ਵਿੱਚੋਂ। ਤਾਂ ਉਹਨੂੰ ਲੋਡ ਕੌਣ ਕਰਾਊਗਾ? ਇਹ ਬੰਦਾ ਕਰਾਊਗਾ, ਬੂਟ ਲੋਡਰ। ਤਾਂ ਬੂਟ ਲੋਡਰ ਇਹੋ ਜਿਹੇ ਥਾਂ ਤੇ ਰੱਖਣ ਦੀ ਲੋੜ ਸੀ ਜਿੱਥੋਂ ਜਿਹੜੀ ਮੈਮਰੀ ਦੇ ਵਿੱਚੋਂ ਉੱਡੇ ਨਾ, ਰੀਡ ਓਨਲੀ ਹੋਵੇ। ਹਾਰਡ ਡਿਸਕ 'ਚ ਰੱਖ ਦਾਂਗੇ ਅਸੀਂ ਫਾਰਮੈਟ ਕਰ ਸਕਦੇ ਹਾਂ, ਰੈਮ 'ਚ ਰੱਖ ਦਾਂਗੇ ਆਪਣੇ ਆਪ ਉੱਡ ਜੂਗਾ। ਤਾਂ ਫਿਰ ਰੋਮ ਦਾ ਕੰਮ ਕੀ ਹੈ? ਯੂਜ਼ ਟੂ ਸਟੋਰ ਦੀ ਬੂਟ ਲੋਡਰ। ਤਾਂ ਇਹ ਸਕਰੀਨਸ਼ਾਟ ਲੈ ਸਕਦੇ ਹੋ। ਤੇ ਜੇ ਮੈਂ ਉਡਾਤਾ ਸਾਰਾ ਫਿਰ ਆਹ ਵਿੱਚ ਨਹੀਂ ਆਉਣਾ ਟੈਂਪਰੇਰੀ ਪਰਮਾਨੈਂਟ, ਹਨਾ। ਐਂ ਵੀ ਸਕਰੀਨਸ਼ਾਟ ਲੈ ਲਓ, ਜੇ ਸਾਫ਼ ਜਿਹਾ ਲੈਣਾ ਤਾਂ ਫਿਰ ਐਂ ਕਰਕੇ ਲੈ ਲਓ। ਠੀਕ ਹੈ ਜੀ, ਬਹੁਤ ਇੰਪੋਰਟੈਂਟ ਹੈ ਕੁਐਸਚਨ, ਇਹਦੇ ਚੋਂ ਪੁੱਛੇ ਜਾਣਗੇ। ਸੋ ਫਿਰ ਉਹਨੇ ਪੁੱਛਿਆ ਕੀ ਸੀਗਾ? ਪਾਰਟ ਆਫ ਪ੍ਰਾਇਮਰੀ ਮੈਮਰੀ। ਪ੍ਰਾਇਮਰੀ ਮੈਮਰੀ ਦੋ ਤਰ੍ਹਾਂ ਦੀ ਹੈ, ਰੈਮ ਤੇ ਰੋਮ। ਤਾਂ ਇਹਦੇ ਵਿੱਚ ਰੈਮ ਦਿੱਤਾ ਹੋਇਆ ਤਾਂ ਆਨਸਰ ਚੌਥਾ ਹੈ। ਇੱਕ ਗੱਲ ਹੋਰ, ਜੇ ਉਹ ਐਂ ਪੁੱਛ ਲੇ ਕਿ ਇਹਨਾਂ ਚੋਂ ਜ਼ਿਆਦਾ ਕੰਪਿਊਟਰ ਦੇ ਵਿੱਚੋਂ ਜ਼ਿਆਦਾ ਟਾਈਮ ਜਦੋਂ ਕੰਪਿਊਟਰ ਬੰਦ ਹੁੰਦਾ ਕਿਹੜੀ ਮੈਮਰੀ ਵਿਹਲੀ ਹੁੰਦੀ ਹੈ, ਐਮਪਟੀ ਹੁੰਦੀ ਹੈ, ਤਾਂ ਉਹਦਾ ਆਨਸਰ ਹੈ ਰੈਮ। ਇਹ ਕੁਐਸਚਨ ਵੀ ਕਿਸੇ ਪੇਪਰ ਦੇ ਵਿੱਚ ਪੁੱਛਿਆ ਜਾ ਚੁੱਕਿਆ ਹੈ। ਇੱਕ ਹੋਰ ਗੱਲ, ਜੇ ਉਹ ਐਂ ਪੁੱਛ ਲੇ ਵੀ ਪ੍ਰਾਇਮਰੀ ਜਾਂ ਮੇਨ ਮੈਮਰੀ ਵੋਲਾਟਾਈਲ ਹੈ ਕਿ ਨੌਨ ਵੋਲਾਟਾਈਲ ਹੈ, ਤਾਂ ਇਹ ਕੁਐਸਚਨ ਹੀ ਨਹੀਂ ਬਣਦਾ। ਕਿਉਂ? ਕਿਉਂਕਿ ਰੈਮ ਵੋਲਾਟਾਈਲ ਹੈ, ਰੋਮ ਕੀ ਹੈ? ਨੌਨ ਵੋਲਾਟਾਈਲ ਹੈ। ਤਾਂ ਪ੍ਰਾਇਮਰੀ ਜਾਂ ਮੇਨ ਮੈਮਰੀ ਤੇ ਇਹ ਕੁਐਸਚਨ ਬਣਦਾ ਹੀ ਨਹੀਂ। ਤਾਂ ਕਈ ਵਾਰੀ ਫੇਰ ਵੀ ਕੋਈ ਖੜੇ ਪਿਆ ਬੰਦਾ ਹੁੰਦਾ, ਜਿੱਦ ਵਾਲਾ ਬੰਦਾ, ਵੀ ਮੈਂ ਤਾਂ ਪਾਉਂਗਾ ਹੀ ਇਹ, ਤਾਂ ਫਿਰ ਉਹਨੇ ਜਿਹੜਾ ਆਪਸ਼ਨ ਦੇਤਾ, ਜੇ ਉਹਨੇ ਵਿੱਚੋਂ ਦੇਤਾ ਮੇਨ ਮੈਮਰੀ, ਜੇ ਉਹਨੇ ਮਤਲਬ ਮੇਨ ਮੈਮਰੀ ਨੂੰ, ਉਹ ਰੈਮ ਨੂੰ ਹੀ ਜ਼ਿਆਦਾਤਰ ਰੈਮ ਬੰਨੀ ਝੁਕਾਵ ਹੈ। ਵੈਸੇ ਆਨਸਰ ਦੋਨਾਂ ਨੂੰ ਕੁਐਸਚਨਾਂ ਦੇ ਨੰਬਰ ਮਿਲਣਗੇ, ਵੋਲਾਟਾਈਲ ਲਾ ਦਿਓ ਚਾਹੇ ਨੌਨ ਵੋਲਾਟਾਈਲ, ਪਰ ਫਿਰ ਵੀ ਇਹਨੂੰ ਆਪਾਂ 51% ਰੱਖਾਂਗੇ, ਇਹਨੂੰ ਆਪਾਂ 49% ਰੱਖਾਂਗੇ। ਪੁੱਛਦਾ ਨਹੀਂ, ਪਰ ਕਈ ਵਾਰੀ ਉਹਦੇ ਤੋਂ ਪੈ ਗਿਆ ਭੁਲੇਖੇ ਨਾਲ, ਤਾਂ ਜੇ ਇੱਥੇ ਲਾਉਂਗੇ ਤਾਂ ਵੀ ਨੰਬਰ ਮਿਲਣਗੇ, ਪਰ 51% ਇਹਨੂੰ ਰੱਖ ਲਿਓ ਵੋਲਾਟਾਈਲ ਨੂੰ, ਤਾਂ ਫਿਰ ਉਹ ਰੈਮ ਦੀ ਗੱਲ ਕਰਦਾ। ਠੀਕ ਹੈ, ਕਈ ਵਾਰੀ ਪਾ ਦਿੱਤੀਆਂ ਜਾਂਦੀਆਂ ਨੇ ਚੀਜ਼ਾਂ ਐਵੇਂ ਟਾਈਮ ਖਰਾਬ ਕਰਨ ਦੇ ਲਈ। ਸੋ ਚੌਥਾ ਆਨਸਰ ਹੈ ਅਗਲਾ। ਕਹਿੰਦਾ ਵਿਚ ਆਫ ਦੀ ਫੋਲੋਇੰਗ ਟਰਮ ਇਜ਼ ਐਸੋਸੀਏਟਡ ਵਿਦ ਦ ਮੈਮਰੀ ਕੈਪੈਸਿਟੀ ਆਫ ਏ ਕੰਪਿਊਟਰ। ਬਹੁਤ ਵਧੀਆ ਕੁਐਸਚਨ ਹੈ ਵੀ।
ਮੈਮਰੀ ਕੈਪੈਸਿਟੀ ਦੇ ਨਾਲ ਕਿਹੜਾ ਡੀਲ ਕਰਦਾ ਇਹਨਾਂ ਦੇ ਵਿੱਚੋਂ? ਸੈਗਾਬਾਈਟ ਨਹੀਂ ਹੁੰਦਾ, ਅਲਫਾਬਾਈਟ ਨਹੀਂ ਹੁੰਦਾ, ਬੈਟਾਬਾਈਟ ਨਹੀਂ ਹੁੰਦਾ, ਗੀਗਾਬਾਈਟ। ਕੈਪੈਸਿਟੀ ਦੇ ਵਿੱਚ ਸਮੋਲੈਸਟ ਮੈਮਰੀ ਬਿਟ ਹੁੰਦਾ, ਫਿਰ ਨਿਬਲ ਹੁੰਦਾ, ਫਿਰ ਬਾਈਟ, ਫਿਰ ਕਿਲੋਬਾਈਟ, ਫਿਰ ਮੈਗਾਬਾਈਟ, ਫਿਰ ਗੀਗਾਬਾਈਟ ਤੇ ਫਿਰ ਟੈਰਾਬਾਈਟ। ਇੱਥੋਂ ਤੱਕ ਕੀ ਪੜਿਆ ਹੁਣ ਆਪਾਂ? ਅੱਗੇ ਹੁੰਦਾ ਪੈਟਾਬਾਈਟ, ਐਗਜ਼ਾਬਾਈਟ, ਜੈਟਾਬਾਈਟ ਤੇ ਯੋਟਾਬਾਈਟ। ਇਹਨੂੰ ਆਪਾਂ ਪੈਜੀ ਦੇ ਨਾਮ ਤੇ ਯਾਦ ਰੱਖ ਲਾਂਗੇ, PEZ ਬਾਈ। ਪੈਟਾ, ਐਗਜ਼ਾ, ਜੈਟਾ ਤੇ ਗਲਤ ਨਹੀਂ ਹੋਇਆ ਕੰਮ, ਇੱਥੇ ਯੋਟਾ ਆਉਣਾ ਸੀ। ਹਾਂ, ਜੈਟਾ ਤੇ ਯੋਟਾ, ਯੋਟਾਬਾਈਟ। ਠੀਕ ਆ। ਸੋ ਨਿਬਲ ਕੀ ਹੁੰਦਾ? ਕੰਬੀਨੇਸ਼ਨ ਆਫ 4 ਬਿਟਸ, ਤੇ ਬਾਈਟ ਕੀ ਹੁੰਦਾ? ਕੰਬੀਨੇਸ਼ਨ ਆਫ 8 ਬਿਟਸ। ਤਾਂ ਸਾਰਿਆਂ ਤੋਂ ਛੋਟਾ ਯੂਨਿਟ ਪੁੱਛ ਲੈ ਬਿਟ, ਸਾਰਿਆਂ ਤੋਂ ਲਾਰਜੈਸਟ ਯੂਨਿਟ ਪੁੱਛ ਲੈ ਯੋਟਾਬਾਈਟ, ਕੋਈ 4 ਦੇ ਕੇ ਇਹਨਾਂ ਚੋਂ ਛੋਟਾ ਯੂਨਿਟ ਪੁੱਛ ਲੈ ਕਿਲੋਬਾਈਟ, ਵੱਡਾ ਯੂਨਿਟ ਪੁੱਛ ਲੈ ਟੈਰਾਬਾਈਟ। ਇਹਨਾਂ ਚਾਰਾਂ ਦੇ ਵਿੱਚੋਂ ਸੈਕਿੰਡ ਸਮੋਲੈਸਟ ਪੁੱਛ ਲੈ। ਪਹਿਲਾ ਸਮੋਲੈਸਟ ਤਾਂ ਕਿਲੋਬਾਈਟ ਹੈ, ਸੈਕਿੰਡ ਸਮੋਲੈਸਟ ਮੈਗਾਬਾਈਟ। ਦੇਖੋ ਲੈਵਲ ਤਾਂ ਦੇਖੋ ਕੁਐਸਚਨਾਂ ਦਾ ਕਿਵੇਂ ਘੁਮਾ ਸਕਦਾ। ਲਾਰਜੈਸਟ ਹੈਗਾ ਟੈਰਾਬਾਈਟ, ਸੈਕਿੰਡ ਲਾਰਜੈਸਟ ਪੁੱਛ ਲਿਆ ਗੀਗਾਬਾਈਟ, ਹੈ ਨਾ। ਸੋ ਆਪਾਂ ਕੁਐਸਚਨ ਕਿਤੋਂ ਵੀ ਹੱਲਣ ਹੀ ਨਹੀਂ ਦੇਣਾ। ਇੱਕ ਜਿਹੜਾ ਬੰਦਾ ਕੁਐਸਚਨ ਪਾਉਂਦਾ, ਹੁਣ ਮੈਂ ਕੁਐਸਚਨ ਇਹ ਪਾਉਣਾ ਵੀ ਮੈਂ ਤੁਹਾਨੂੰ ਫਸਾਉਣਾ ਯਾਰ ਸੈਕਿੰਡ ਲਾਰਜੈਸਟ, ਜ਼ਿਆਦਾਤਰ ਬੰਦੇ ਇਹ ਲਾ ਦੇਣਗੇ, ਤੇ ਸੈਕਿੰਡ ਲਾਰਜੈਸਟ ਤਾਂ ਫਿਰ ਇਹ ਹੋ ਜਾਊਗਾ। ਤਾਂ ਉਹਦੇ ਲਈ ਜੇ ਇਹ ਪੂਰੀ ਹਾਇਰਾਰਕੀ ਯਾਦ ਹੈ ਤਾਂ ਹੀ ਆਪਣੇ ਕੁਐਸਚਨ ਠੀਕ ਹੋਣਗੇ। ਤਾਂ ਧਿਆਨ ਨਾਲ ਵਾਰੀ-ਵਾਰੀ ਪੜਿਓ, ਉਹਨਾਂ ਨੂੰ ਯਾਦ ਹੋ ਜਾਣੀਆਂ। ਤਾਂ ਫਿਰ ਇਹਦਾ ਇਹ ਆਨਸਰ ਹੈ। ਠੀਕ ਆ। ਰੈਮ ਆਫ ਏ ਕੰਪਿਊਟਰ ਇਜ਼ ਆਲਸੋ ਕਾਲਡ ਲੈ। ਹੁਣ ਇਹ ਪੁੱਛੇਗਾ ਕਿ ਸਾਡੇ ਤੋਂ ਜੇਲ ਵਾਰਡਨ ਦਾ, ਸਾਨੂੰ ਉਹੀ ਪਤਾ ਬਿਨਾਂ ਦੇਖੇ ਪ੍ਰਾਇਮਰੀ ਮੈਮਰੀ ਹੈ, ਹਨਾ। ਠੀਕ ਆ। ਤਾਂ ਹੁਣ ਇਹ ਤੇ ਆਪਾਂ ਦੇਖਦੇ ਹਾਂ ਟਾਈਪਸ ਆਫ ਮੈਮਰੀ। ਟਾਈਪਸ ਆਫ ਮੈਮਰੀ ਦੇ ਵਿੱਚੋਂ ਕੁਐਸਚਨ ਪੁੱਛੂਗਾ, ਬਹੁਤ ਇੰਪੋਰਟੈਂਟ ਕੁਐਸਚਨ ਹੈ। ਦੇਖੋ 2 ਤਰ੍ਹਾਂ ਦੀ ਮੈਮਰੀ ਆਪਾਂ ਰੱਖਦੇ ਹਾਂ, ਇੰਟਰਨਲ ਮੈਮਰੀ ਤੇ ਐਕਸਟਰਨਲ ਮੈਮਰੀ। ਠੀਕ ਹੈ। ਐਕਸਟਰਨਲ ਨੂੰ ਆਪਾਂ ਇੱਕ ਨਾਮ ਹੋਰ ਵੀ ਬੋਲਿਆ ਜਾਂਦਾ ਹੈ ਸੈਕੰਡਰੀ ਮੈਮਰੀ, ਅੱਗੇ ਪੜਾਂਗੇ। ਚਲੋ ਇੰਟਰਨਲ ਦੇ ਵਿੱਚ ਫਰਦਰ 3 ਤਰ੍ਹਾਂ ਦੀਆਂ ਹੁੰਦੀਆਂ ਨੇ, ਰਜਿਸਟਰ, ਕੈਸ਼ੇ ਤੇ ਮੇਨ ਮੈਮਰੀ। ਰਜਿਸਟਰ ਤੇ ਕੈਸ਼ੇ ਨੇ ਜਿਹੜੇ, ਇਹ CPU ਦੇ ਵਿੱਚ ਲਾਈ ਕਰਦੇ ਨੇ, ਇਹ CPU ਦੇ ਵਿੱਚ ਲਾਈ ਕਰਦੇ ਨੇ। ਆਪਾਂ ਇਹ ਗੱਲਬਾਤ ਮੈਨੂੰ ਲੱਗਦਾ ਤੀਜੇ ਚੈਪਟਰ ਦੇ ਵਿੱਚ CPU ਵਾਲੇ ਵਿੱਚ ਵੀ ਮੈਂ ਤੁਹਾਨੂੰ ਚੰਗੀ ਤਰ੍ਹਾਂ ਕਰਾਈ ਹੋਈ ਹੈ, ਡਾਇਗਰਾਮ ਕਰਾਈ ਹੋਈ ਹੈ, ਕੰਪੋਨੈਂਟ ਕਰਾਏ ਹੋਏ ਨੇ। CPU ਦੇ 3 ਕੰਪੋਨੈਂਟ ਨੇ, ਕੰਟਰੋਲ ਯੂਨਿਟ, ਰਿਵਾਈਜ਼ ਕਰਾ ਦੇਣਾ ਕੋਈ ਗੱਲ ਨਹੀਂ, ਕੰਟਰੋਲ ਯੂਨਿਟ, ਮੈਮਰੀ ਯੂਨਿਟ ਤੇ ਅਰਥਮੈਟਿਕ ਲੌਜਿਕ ਯੂਨਿਟ। ਮੈਮਰੀ ਯੂਨਿਟ ਦੇ ਵਿੱਚ ਕੈਸ਼ੇ ਤੇ ਰਜਿਸਟਰ ਹੁੰਦੇ ਨੇ। ਵੈਸੇ ਕੈਸ਼ੇ ਹੈ ਜਿਹੜੀ ਉਹ ਲਾਈ ਤਾਂ ਬਾਹਰ ਕਰਦੀ ਹੈ CPU ਤੋਂ, ਪਰ ਇਹਦਾ ਹਿੱਸਾ ਮੰਨੀ ਜਾਂਦੀ ਹੈ ਕਈ ਥਾਵਾਂ ਤੇ। ਠੀਕ ਹੈ। ਜੇ ਵਿੱਚ ਦਿੱਤਾ ਤਾਂ ਲਾ ਦਿਓ, ਅਦਰਵਾਈਜ਼ ਇਹ ਬਿਲਕੁਲ ਨੇੜੇ ਹੁੰਦੀ ਹੈ CPU ਦੇ, ਤਾਂ ਇਹਦਾ ਕੰਪੋਨੈਂਟ ਹੀ ਮੰਨਿਆ ਜਾਂਦਾ। ਅਦਰਵਾਈਜ਼ ਇਹ 3 ਕੰਪੋਨੈਂਟ ਨੇ, CU, MU ਤੇ LU। ਤਾਂ ਇਹ ਹੈਗੀਆਂ ਨੇ ਰਜਿਸਟਰ ਤੇ ਕੈਸ਼ੇ ਮੈਮਰੀ। ਫਿਰ ਮੇਨ ਤੇ ਪ੍ਰਾਇਮਰੀ ਆਪਾਂ ਆਲਰੇਡੀ ਦੱਸ ਚੁੱਕੇ ਹਾਂ, ਇਹ 2 ਤਰ੍ਹਾਂ ਦੀਆਂ ਹੁੰਦੀਆਂ ਨੇ, ਰੈਮ ਤੇ ਰੋਮ, ਹਨਾ। ਸੋ ਰੈਮ ਤੇ ਰੋਮ। ਫਿਰ ਅੱਗੇ ਰੈਮ ਦੀਆਂ ਵੀ ਟਾਈਪ ਨੇ, ਜੇ ਆਪਾਂ ਪਹਿਲਾਂ ਇੱਧਰਲੀਆਂ ਦੇਖ ਲੈਂਦੇ ਹਾਂ। ਐਕਸਟਰਨਲ ਮੈਮਰੀ ਜਾਂ ਇਸ ਨੂੰ ਸੈਕੰਡਰੀ ਮੈਮਰੀ ਵੀ ਬੋਲਿਆ ਜਾਂਦਾ, ਸੈਕੰਡਰੀ ਮੈਮਰੀ। ਇੱਕ ਦਾ ਹੋਰ ਨਾਮ ਹੈ ਆਕਸਿਲਰੀ ਮੈਮਰੀ ਵੀ, ਕਈ ਵਾਰੀ ਇਹਨਾਂ ਨੂੰ ਹੀ ਕਹਿ ਦਿੰਦਾ। ਪਤਾ ਛੋਟੀਆਂ ਗੱਲਾਂ ਦੀ ਕੁਐਸਚਨ ਪੁੱਛ ਲੈਂਦਾ ਉਹ ਕਿ ਆਕਸਿਲਰੀ ਮੈਮਰੀ ਕੀ ਹੁੰਦੀ ਹੈ। ਐਕਸਟਰਨਲ ਮੈਮਰੀ ਹੈ, ਸੈਕੰਡਰੀ ਹੈ, ਬੈਕਅਪ ਵਾਸਤੇ ਹੁੰਦੀ ਹੈ, ਕੰਪਿਊਟਰ ਦੇ ਬਾਹਰ ਲੱਗੀ ਹੁੰਦੀ ਹੈ। ਤੁਸੀਂ ਕਹੋਗੇ ਹਾਰਡ ਡਿਸਕ ਦਾ ਵਿੱਚ ਲੱਗੀ ਹੁੰਦੀ ਹੈ, ਪਰ ਉਹ ਸੈਕੰਡਰੀ ਮੰਨਿਆ ਜਾਂਦਾ, ਐਕਸਟਰਨਲ ਹੈ, ਨਾਲ ਨਹੀਂ ਜੁੜੀ ਹੁੰਦੀ ਮਦਰਬੋਰਡ ਤੇ। ਠੀਕ ਹੈ। ਤਾਰਾਂ ਤਾਂ ਲੱਗਣਗੀਆਂ ਹੀ, ਹੁਣ ਕੰਪਿਊਟਰ ਤੇ ਨਾਲ ਜੋੜਾਂਗੇ, ਐਂ ਤਾਂ ਨਹੀਂ ਹੈਗਾ ਵੀ ਹਵਾ ਚੀਜ਼ ਹੋਊਗੀ। ਠੀਕ ਹੈ। ਪਰ ਬੋਰਡ ਤੇ ਨਹੀਂ, ਚਿੱਪੀ ਨਹੀਂ ਹੁੰਦੀ, ਐਂ ਕਹਿ ਲਓ। ਤੁਸੀਂ ਕਹੋਗੇ ਲੈਪਟਾਪ 'ਚ ਚਿੱਪੀ ਹੁੰਦੀ ਹੈ, ਚੱਲ ਕੋਈ ਗੱਲ ਨਹੀਂ, ਉਹ ਐਕਸਟਰਨਲ ਆ, ਚਿੱਪੀ ਹੁੰਦੀ ਹੈ ਭਾਵੇਂ। ਠੀਕ ਆ। ਕਿਉਂਕਿ ਐਕਸਟਰਨਲ ਹਾਰਡ ਡਿਸਕ ਵੀ ਹੁੰਦੀ ਹੈ, ਇੰਟਰਨਲ ਵੀ ਹੁੰਦੀ ਹੈ। ਫਲੈਸ਼ ਮੈਮਰੀ, ਮੈਗਨੈਟਿਕ ਡਿਸਕ, ਆਪਟੀਕਲ ਟੇਪ। ਆਪਟੀਕਲ ਡਿਸਕ ਆਉਣਾ ਸੀਗਾ, ਟੇਪ ਵੀ ਠੀਕ ਹੈ, ਚਲੋ ਆਪਟੀਕਲ ਟੇਪ ਨਹੀਂ ਹੁੰਦਾ, ਉਹ ਡਿਸਕ ਕਰੋ, ਆਪਟੀਕਲ ਡਿਸਕ ਤੇ ਮੈਗਨੈਟਿਕ ਟੇਪ। ਠੀਕ ਆ। ਸੋ ਨਵੀਂ ਬਣਾਈ ਹੈ ਡਾਇਗਰਾਮ, ਹੈ ਉਹ ਤੇ ਮਿਸਟੇਕ ਹੋ ਗਈ। ਤੇ ਇਹ ਵੀ ਮੈਂ ਦੱਸੂਗਾ, ਕੱਲੀਆਂ ਆਪਾਂ ਪੜਾਂਗੇ। ਸੋ ਰੈਮ 2 ਤਰ੍ਹਾਂ ਦੀ ਹੈ, ਐਸ ਰੈਮ ਤੇ ਡੀ ਰੈਮ। ਐਸ ਰੈਮ ਹੈਗਾ ਜੀ ਸਟੈਟਿਕ ਰੈਮ, ਤੇ ਡੀ ਰੈਮ ਹੈਗਾ ਡਾਇਨਾਮਿਕ ਰੈਮ। ਬਸ ਇਹਦੀ ਐਬਰੀਵੇਸ਼ਨ ਪੁੱਛ ਲੈਂਦਾ ਕਈ ਵਾਰੀ। ਐਸ ਰੈਮ ਹੈ ਸਟੈਟਿਕ ਰੈਮ ਤੇ ਡੀ ਹੈਗਾ ਡਾਇਨਾਮਿਕ ਰੈਮ। ਇਹਦੇ ਤੇ ਜੇ ਕੋਈ ਕੁਐਸਚਨ ਆਇਆ, ਇਹ ਲੈਵਲ 3 ਦੇ ਵਿੱਚ ਕੁਐਸਚਨ ਆਏ ਨੇ, ਪੰਜਾਬ ਪੁਲਿਸ 'ਚ ਆਪਾਂ ਕਰਾਏ ਸੀਗੇ ਕਿ ਸਟੈਟਿਕ ਰੈਮ ਤੇ ਡਾਇਨਾਮਿਕ 'ਚ ਕੀ ਫਰਕ ਹੈ। ਉਹ ਪੂਰੀ ਦੀ ਪੂਰੀ ਸੀਰੀਜ਼ ਦੇ ਵਿੱਚ ਬਹੁਤ ਕੁਐਸਚਨ ਆਏ ਸੀ ਆਪਣੇ ਪੰਜਾਬ ਪੁਲਿਸ ਵਾਲੇ ਪੇਪਰਾਂ 'ਚੋਂ। ਬਹੁਤ ਤੁਹਾਡੇ ਕਮੈਂਟ ਆਏ ਬੱਚਿਆਂ ਦੇ, ਨਜ਼ਾਰਾ ਆ ਗਿਆ ਮੈਨੂੰ ਵੀ, ਤੁਹਾਨੂੰ ਵੀ, ਹੈ ਨਾ। ਸੋ ਰੋਮ ਹੈ 4 ਤਰ੍ਹਾਂ ਦੀ ਹੁੰਦੀ ਹੈ, ਰੀਡ ਓਨਲੀ ਮੈਮਰੀ, ਐਮ ਰੋਮ ਮਾਸਕਡ ਰੋਮ ਬੋਲਦੇ ਆ, ਪੀ ਰੋਮ ਪ੍ਰੋਗਰਾਮੇਬਲ ਰੀਡ ਓਨਲੀ ਮੈਮਰੀ। ਐਬਰੀਵੇਸ਼ਨ ਹੈ ਇੱਥੇ ਪੜ੍ਹ ਲਓ, ਨਹੀਂ 16ਵਾਂ ਚੈਪਟਰ ਮੈਂ ਕੰਪਿਊਟਰ ਐਬਰੀਵੇਸ਼ਨਸ ਤੇ ਮੈਰਾਥਨ ਕਰਾਈ ਹੋਈ ਹੈ,
ਉਹਦੇ ਵਿੱਚ ਇੱਕ ਐਬਰੀਵੇਸ਼ਨ ਮੈਂ ਗਲਤ ਕਰਾਈ ਹੋਈ ਹੈ, ਸੋ ਉਹਦਾ ਮੈਂ ਕਮੈਂਟ ਵੀ ਕੀਤਾ ਹੋਇਆ। ਬਿਟ ਨੂੰ ਮੈਂ ਦੱਸਿਆ ਹੋਇਆ ਹੈਗਾ ਕਿ ਬਾਈਨਰੀ ਇਨਫੋਰਮੇਸ਼ਨ ਟਰਮ, ਜਿਹੜਾ ਕਿ ਬਾਈ ਮਿਸਟੇਕ ਦੱਸਤਾ ਮੈਂ, ਬਿਟ ਹੁੰਦਾ ਬਾਈਨਰੀ ਡਿਜਿਟ, ਠੀਕ ਹੈ, ਉਹ ਸੈੱਟ ਕਰ ਲਿਓ। ਸੋ ਰੋਮ ਹੈ ਜਿਹੜਾ ਮਾਸਕਡ ਰੋਮ, ਪ੍ਰੋਗਰਾਮੇਬਲ ਰੋਮ, ਈਪੀ ਰੋਮ ਹੁੰਦਾ ਹੈ ਇਰੇਜ਼ੇਬਲ ਪ੍ਰੋਗਰਾਮੇਬਲ ਰੋਮ, ਤੇ ਈਈਪੀ ਹੁੰਦਾ ਇਲੈਕਟ੍ਰੀਕਲੀ ਇਰੇਜ਼ੇਬਲ ਪ੍ਰੋਗਰਾਮੇਬਲ ਰੋਮ। ਤਾਂ ਜਿਹੜਾ ਮਾਸਕਡ ਰੋਮ ਹੈ ਉਹਨੂੰ ਅਸੀਂ ਰਾਈਟ ਨਹੀਂ ਕਰ ਸਕਦੇ, ਪ੍ਰੋਗਰਾਮੇਬਲ ਰੋਮ ਨੂੰ ਇੱਕ ਵਾਰੀ ਅਸੀਂ ਪ੍ਰੋਗਰਾਮ ਕਰ ਸਕਦੇ ਹਾਂ, ਤੇ ਈਪੀ ਰੋਮ ਨੂੰ ਇਰੇਜ਼ੇਬਲ ਵਾਰੀ ਢਾਹ ਕੇ ਦੁਬਾਰੇ ਪ੍ਰੋਗਰਾਮ ਕਰ ਸਕਦੇ ਹਾਂ। ਇਲੈਕਟ੍ਰੀਕਲੀ ਇਰੇਜ਼ੇਬਲ ਇਹਦੇ ਵਿੱਚ ਬਿਜਲੀ ਨਾਲ, ਇੱਥੇ ਤਾਂ ਕਰਦੇ ਹਾਂ ਆਪਾਂ ਯੂਵੀ ਦੇ ਨਾਲ, ਈਪੀ ਰੋਮ ਨੂੰ ਆਪਾਂ ਰੇਜ਼ ਕਰਦੇ ਹਾਂ ਅਲਟਰਾ ਵਾਇਲਟ ਰੇਜ਼ ਦੇ ਨਾਲ, ਤੇ ਈਪੀ ਰੋਮ ਦੇ ਵਿੱਚ ਆਪਾਂ ਇਲੈਕਟ੍ਰੀਸਿਟੀ ਵਰਤਦੇ ਹਾਂ, ਇਲੈਕਟ੍ਰੀਸਿਟੀ ਇਰੇਜ਼ੇਬਲ। ਇਹ ਆਮ ਰੇਜ਼ ਨਹੀਂ ਕਰ ਸਕਦੇ, ਸਾਨੂੰ ਰੂਟ ਦਾ ਐਕਸੈਸ ਹੋਣਾ ਚਾਹੀਦਾ। ਜਿਵੇਂ ਫੋਨ ਨੂੰ ਨਹੀਂ ਆਪਾਂ ਰੂਟ ਕਰ ਲੈਂਦੇ, ਰੂਟ ਕਰਕੇ ਉਹਦੇ ਬਾਕੀ ਦੇ ਫੀਚਰ ਯੂਜ਼ ਕਰ ਲੈਂਦੇ ਹਾਂ, ਉਵੇਂ ਹੀ ਇਹਨੂੰ ਕਰ ਸਕਦੇ ਹਾਂ ਰੋਮ ਨੂੰ, ਬਟ ਅਸੀਂ ਇਹਨੂੰ ਐਜ਼ ਏ ਰੀਡ ਓਨਲੀ ਮੈਮਰੀ ਕਿਹਾ, ਰਾਈਟ ਨਹੀਂ ਇਹਦੇ 'ਚ ਕਰ ਸਕਦੇ। ਜਿਹੜਾ ਬੰਦੇ ਨੂੰ ਐਡਮਿਨਿਸਟ੍ਰੇਟਰ ਹੈ ਜਾਂ ਜਿਹਨੂੰ ਲੈਂਗੁਏਜ ਆਉਂਦੀ ਹੈ ਉਹ ਕਰ ਸਕਦਾ, ਰੋਮ ਚੇਂਜ ਕਰ ਸਕਦਾ ਜ਼ਿਆਦਾ ਫੀਚਰ ਪਾਉਣ ਵਾਸਤੇ। ਜਿਵੇਂ ਹੁਣ ਆਪਾਂ ਕਹਿ ਲਈਏ ਵੀ ਸੈਮਸੰਗ ਦਾ ਫੋਨ ਹੈ ਜਾਂ MI ਦੇ ਫੋਨ ਨੇ, ਉਹ ਕਸਟਮਾਈਜ਼ ਕਰ ਦਿੰਦੇ ਨੇ ਆਪਦੇ ਹਿਸਾਬ ਦੇ ਨਾਲ, ਲੋਗੋ ਜਾਂ ਉਹਨਾਂ ਦਾ ਆਉਣ ਲੱਗ ਜਾਂਦਾ ਹੈ, ਉਹਨਾਂ ਦਾ ਐਂਡਰੋਇਡ ਦੇ ਨਾਲ ਐਗਰੀਮੈਂਟ ਹੋਇਆ ਹੁੰਦਾ, ਉਹ ਆਪਦੇ ਹਿਸਾਬ ਨਾਲ ਚੀਜ਼ਾਂ ਕਸਟਮਾਈਜ਼ ਕਰ ਸਕਦੇ ਨੇ, ਠੀਕ ਹੈ ਜੀ। ਸੋ ਵਿਚ ਆਫ ਦੀ ਫੋਲੋਇੰਗ ਇਜ਼ ਫਾਸਟੈਸਟ ਮੈਮਰੀ, ਇਹਦੇ ਲਈ ਮੈਮਰੀ ਹਾਇਰਾਰਕੀ ਕਰਨੀ ਪਊ, ਪਟਵਾਰੀ ਦਾ ਕੁਐਸਚਨ ਹੈ ਇਹ। ਤੇ ਮੋਸਟਲੀ ਜਿਵੇਂ ਆਪਾਂ ਇਸ ਚੈਪਟਰ ਦੀ ਗੱਲ ਕਰੀਏ ਤਾਂ ਇਹ ਬਹੁਤ ਜ਼ਿਆਦਾ ਇੰਪੋਰਟੈਂਟ ਕੁਐਸਚਨ ਹੈ, ਇਹਦੇ ਚੋਂ 2 ਜਾਂ 3 ਕੁਐਸਚਨ ਬਣਦੇ ਹੀ ਬਣਦੇ ਨੇ ਹਰੇਕ ਪੇਪਰ ਦੇ ਵਿੱਚ, 2 ਜਾਂ 3, 1 ਤੋਂ 3 ਤੱਕ ਕਰ ਲਓ, ਚਲੋ ਕਿਸੇ 'ਚ 1 ਪਾ ਜਾਂਦਾ, 2 ਪਾ ਜਾਂਦਾ, 3 ਵੀ ਪਾ ਦਿੰਦਾ ਕਿਸੇ ਪੇਪਰ ਦੇ ਵਿੱਚ। ਬਹੁਤ ਇੰਪੋਰਟੈਂਟ ਕੁਐਸਚਨ ਹੈ, ਇੱਕ ਇਹ ਤੇ ਇੱਕ ਐਕਸਲ ਵਰਡ ਪਾਵਰ ਪੁਆਇੰਟ ਵਾਲਾ, ਉਹਦੇ ਵਿੱਚੋਂ ਵੀ 3 ਕੁਐਸਚਨ ਬਣਦੇ ਨੇ, ਕਿਉਂਕਿ 3 ਟੌਪਿਕ ਨੇ, ਇੱਕ ਐਕਸਲ ਦਾ ਹੋਇਆ, ਇੱਕ ਵਰਡ ਦਾ, ਇੱਕ ਪਾਵਰ ਪੁਆਇੰਟ ਦਾ। ਉਹਦੀ ਆਪਾਂ ਸੀਰੀਜ਼ ਕਰਾਈ ਹੋਈ ਹੈ, ਲਿੰਕ ਦਿੱਤਾ ਹੋਇਆ, ਉਹ ਵੀ ਪੂਰੀ ਤੁਸੀਂ ਜਾ ਕੇ ਦੇਖੋ। ਸੋ ਇਹਦੇ ਲਈ ਪਹਿਲਾਂ ਆਪਾਂ ਪੜ੍ਹਦੇ ਹਾਂ ਹਾਇਰਾਰਕੀ। ਹਾਇਰਾਰਕੀ ਦੇ ਵਿੱਚੋਂ ਬਹੁਤ ਕੁਐਸਚਨ ਪੁੱਛਦਾ, ਆਨਸਰ ਇਹਦਾ ਹੈਗਾ C, ਫਾਸਟੈਸਟ ਮੈਮਰੀ C ਹੈ, ਬਟ C ਕਿਵੇਂ ਹੈ ਇਹ ਆਪਾਂ ਨੂੰ ਹਜੇ ਪਤਾ ਨਹੀਂ। ਕਿਹੜੀਆਂ ਮੈਮਰੀ ਚੋਂ ਪੁੱਛਿਆ? ਸੈਕੰਡਰੀ ਮੈਮਰੀ, ਆਕਸਿਲਰੀ। ਦੇਖੋ ਆ ਦੋਨਾਂ ਦਾ ਮਤਲਬ ਸੇਮ ਹੈ। ਵਰਚੁਅਲ ਮੈਮਰੀ, ਵਰਚੁਅਲ ਵੀ ਨਹੀਂ ਮੈਂ ਹਜੇ ਇਸ ਲੈਵਲ 'ਚ ਨਹੀਂ ਕਰਾਉਂਗਾ, ਆਪਾਂ ਅਗਲੇ ਲੈਵਲ 'ਚ ਦੂਜੇ ਤੀਜੇ 'ਚ ਦੇਖਾਂਗੇ। ਕੈਸ਼ੇ ਮੈਮਰੀ, ਤਾਂ ਯਾਦ ਰੱਖਿਓ ਇਹਨਾਂ ਦੇ ਵਿੱਚ ਰਜਿਸਟਰ ਹੈ ਨਹੀਂ, ਰੈਮ ਹੈ ਨਹੀਂ, ਤਾਂ ਆਨਸਰ C ਹੈ ਕੈਸ਼ੇ ਮੈਮਰੀ। ਤਾਂ ਹਾਇਰਾਰਕੀ ਦੇ ਵਿੱਚ ਸਭ ਤੋਂ ਟੌਪ ਤੇ ਆਉਂਦਾ ਰਜਿਸਟਰ, ਫਿਰ ਆਉਂਦਾ ਕੈਸ਼ੇ ਮੈਮਰੀ, ਫਿਰ ਆਉਂਦਾ ਰੈਮ। ਤਾਂ ਦੇਖੋ ਇਹਦਾ ਸਾਈਜ਼ ਛੋਟਾ ਹੁੰਦਾ ਕੈਸ਼ੇ ਦੇ ਨਾਲੋਂ, ਕੈਸ਼ੇ ਦਾ ਸਾਈਜ਼ ਛੋਟਾ ਹੁੰਦਾ ਰੈਮ ਦੇ ਨਾਲੋਂ, ਰੈਮ ਦਾ ਸਾਈਜ਼ ਇਹਨਾਂ ਦੋਨਾਂ ਤੋਂ ਵੱਡਾ ਹੁੰਦਾ। ਹੁਣ ਇਹ ਉੱਪਰ ਕਿਉਂ ਰੱਖਿਆ? ਕਿਉਂਕਿ ਇਹਦੀ ਸਪੀਡ ਸਭ ਤੋਂ ਜ਼ਿਆਦਾ ਹੈ, ਫਿਰ ਕੈਸ਼ੇ ਦੀ ਹੈ, ਫਿਰ ਰੈਮ ਦੀ ਹੈ। ਅਸੀਂ ਬਾਕੀ ਦੀਆਂ ਮੈਮਰੀਆਂ ਪੂਰੀਆਂ ਕਰ ਲਈਏ, ਕਈ ਚੀਜ਼ਾਂ ਦੇਖਾਂਗੇ। ਇੱਕ ਆਪਾਂ ਸਪੀਡ ਦਾ ਵੇਰੀਏਬਲ ਹੈ, ਇੱਕ ਕੋਸਟ ਦਾ ਵੇਰੀਏਬਲ ਹੈ, ਇੱਕ ਆਪਣੇ ਕੋਲੇ ਕੋਸਟ ਹੋ ਗਈ, ਇੱਕ ਸਾਈਜ਼। 3 ਵੇਰੀਏਬਲ ਤਾਂ ਇਹ ਹੋ ਗਏ, ਇਹਨਾਂ ਦੇ ਵਿੱਚੋਂ ਕੁਐਸਚਨ ਪੁੱਛੂਗਾ। ਇੱਕ ਵੋਲਾਟਾਈਲ, ਨੌਨ ਵੋਲਾਟਾਈਲ, ਇਹ ਵੇਰੀਏਬਲ ਹੋ ਗਿਆ। ਇੱਕ ਆਪਣੇ ਕੋਲੇ ਰੈਂਡਮ ਐਕਸੈਸ ਜਾਂ ਇਹਨੂੰ ਡਾਇਰੈਕਟ ਐਕਸੈਸ ਵੀ ਬੋਲ ਦਿੰਦੇ ਆ। ਦੂਸਰਾ ਸੀਕੁਐਂਸ਼ੀਅਲ ਐਕਸੈਸ ਤੇ ਕਿਹੜਾ ਹੁੰਦਾ ਇੱਕ ਸੀਰੀਅਲ ਐਕਸੈਸ। ਇਹ ਦੇਖੋ 1 2 3 4 5 ਮੇਨਲੀ 5 ਵੇਰੀਏਬਲ ਹੋ ਗਏ। ਇਹ 5 ਵੇਰੀਏਬਲ ਤੋਂ ਬਹੁਤ ਜ਼ਿਆਦਾ ਕੁਐਸਚਨ ਬਣਦੇ ਨੇ। 10 ਕੁਐਸਚਨ ਬਣਾ ਲਓ, ਚਾਹੇ 100 ਬਣਾ ਲਓ, ਬੈਠੇ ਬੈਠੇ ਆਪਾਂ ਬਣਾ ਸਕਦੇ ਹਾਂ। ਜਦੋਂ ਤੁਹਾਨੂੰ ਹਾਇਰਾਰਕੀ ਸਮਝ ਆ ਗਈ, ਤੁਸੀਂ 100 ਕੁਐਸਚਨ ਬੈਠੇ ਬੈਠੇ ਬਣਾ ਦਿਓਗੇ ਤੁਹਾਡੇ ਦਿਮਾਗ ਦੇ ਵਿੱਚ। ਤਾਂ ਆਪਾਂ ਇਕੱਲੇ ਕੁਐਸਚਨ ਨਹੀਂ ਕਰਨੇ, ਹਾਇਰਾਰਕੀ ਚੰਗੀ ਤਰ੍ਹਾਂ ਸਮਝਣੀ ਹੈ, ਤਾਂ ਉੱਥੇ ਫਿਰ ਤੁਸੀਂ ਕੁੱਤੀਆਂ ਕੰਨਾਂ ਤੇ ਆਪ ਹੀ ਚੜਾ ਦੇਣੀਆਂ, ਹੈ ਨਾ। ਸੋ ਆਪਾਂ ਦੇਖਦੇ ਹਾਂ 3 ਜਿਵੇਂ ਆਪਾਂ ਦੇਖ ਲਏ, ਕੱਲਾ ਕੱਲਾ ਕਰਕੇ ਦੇਖਾਂਗੇ। ਜੇ ਮੈਂ ਤੁਹਾਨੂੰ ਸਾਰਿਆਂ ਦੀ ਫੋਟੋ ਸਾਹਮਣੇ ਦਿਖਾ ਦਿੰਦਾ, ਤੁਹਾਡਾ ਧਿਆਨ ਹੋਰ ਕਿਤੇ ਭੱਜਿਆ ਫਿਰਨਾ ਸੀ, ਹੈ ਨਾ। ਸੋ ਮਿਹਨਤ ਆਪਾਂ ਤੁਹਾਡੇ ਲਈ ਕਰੀ ਹੈ, ਕੋਈ ਗੱਲ ਨਹੀਂ। ਸੋ ਇਹਨਾਂ ਦੀ ਜੇ ਆਪਾਂ ਗੱਲ ਕਰੀਏ ਤਾਂ ਇਹ ਵੋਲਾਟਾਈਲ ਨੇ। ਵੋਲਾਟਾਈਲ ਮੈਂ ਪਹਿਲਾਂ ਹੀ ਦੱਸ ਚੁੱਕਿਆ, ਜਦੋਂ ਪਾਵਰ ਬੰਦ ਕਰ ਦਿੰਦੇ ਇਹਨਾਂ ਦਾ ਡੇਟਾ ਲਾਸ ਹੋ ਜਾਂਦਾ, ਤਾਂ ਇਹ ਵੋਲਾਟਾਈਲ ਨੇ। ਅੱਗੇ ਮੈਮਰੀ ਕਿਹੜੀਆਂ ਨੇ? ਇਲੈਕਟ੍ਰੋਨਿਕ। ਇਲੈਕਟ੍ਰੋਨਿਕ ਨੂੰ ਆਪਾਂ ਫਲੈਸ਼ ਮੈਮਰੀ ਵੀ ਬੋਲ ਦਿੰਦੇ ਆ। ਹੁਣ ਇਹ ਵੀ ਯਾਦ ਰੱਖਣਾ ਵੀ ਇਹਦੇ ਚ ਕਿਹੜੀਆਂ ਕਿਹੜੀਆਂ ਮੈਮਰੀਜ਼ ਆਉਂਦੀਆਂ ਨੇ। ਇਹਦੇ ਵਿੱਚ SSD ਆਉਂਦੀ ਹੈ। SSD ਦੀ ਐਬਰੀਵੇਸ਼ਨ ਬਹੁਤ ਜ਼ਿਆਦਾ ਹੈ, ਪੁੱਛੀ ਜਾਂਦੀ ਹੈ। ਸੋਲਿਡ ਸਟੇਟ ਡਰਾਈਵ, SSD ਹੁੰਦਾ ਸੋਲਿਡ ਸਟੇਟ ਡਰਾਈਵ। ਤੇ ਮੈਮਰੀ ਕਾਰਡ ਵੀ ਇਹਦੇ ਵਿੱਚ ਆਉਂਦਾ SD ਕਾਰਡ। SD ਕਾਰਡ ਦੀ ਵੀ ਐਬਰੀਵੇਸ਼ਨ ਹੁਣੀ ਪੁੱਛੀ ਗਈ ਹੈ ਪਿੱਛੇ, ਜੇ ਆਪਾਂ ਕਰਾਂਗੇ ਸਿਕਿਉਰ ਡਿਜੀਟਲ ਕਰਕੇ ਹੁੰਦਾ ਸ਼ਾਇਦ, ਠੀਕ ਆ। ਪੈਨ ਡਰਾਈਵ, ਇਹ ਸਾਰੀਆਂ ਮੈਮਰੀਜ਼ ਫਲੈਸ਼ ਮੈਮਰੀ ਦੇ ਵਿੱਚ ਆਉਂਦੀਆਂ ਨੇ। ਹੁਣ SSD ਤੇ ਵੀ ਕੁਐਸਚਨ ਦੱਸ ਦੇਣਾ। ਇਸ ਤੋਂ ਪਹਿਲਾਂ ਮੈਂ ਹਾਰਡ ਡਿਸਕ ਦੱਸ ਦਿਆਂ। ਮੈਗਨੈਟਿਕ ਡਿਸਕ ਦੇ ਵਿੱਚ 3 ਹੁੰਦੀਆਂ ਨੇ, ਫਲੋਪੀ ਡਿਸਕ, ਜਿਪ ਡਿਸਕ ਤੇ ਹਾਰਡ ਡਿਸਕ।
ਠੀਕ ਹੈ। ਸੋ ਨੋਟਸਾਂ ਦੇ ਵਿੱਚ ਵੀ ਮੈਂ ਇਹ ਚੀਜ਼ਾਂ ਦਿੱਤੀਆਂ ਹੋਈਆਂ ਨੇ, ਤੁਸੀਂ ਨੋਟਸਾਂ ਦੇ ਵਿੱਚ ਸੇਮ ਦੇਖੋਗੇ, ਉੱਥੇ ਡਾਇਗਰਾਮ ਹੋਰ ਸੀ। ਜਿਹੜੀ ਫਲੋਪੀ ਡਿਸਕ ਹੈ ਨਾ, ਇਹ ਨਾਲ ਨਾਲ ਲਿਖ ਲਓ। ਫਲੋਪੀ ਡਿਸਕ ਦੀ ਮੈਕਸਿਮਮ ਕਪੈਸਿਟੀ 1.44 ਹੁੰਦੀ ਹੈ ਤੇ ਇਹਦੇ 3 ਸਾਈਜ਼ ਹੁੰਦੇ ਨੇ, 8 ਇੰਚ, 5.25 ਇੰਚ, 5 ਸੇ 1/4 ਤੇ 3.5 ਇੰਚ। ਇੱਕ ਵਾਰੀ ਉਹਨੇ ਐਂ ਕੁਐਸਚਨ ਪੁੱਛ ਲਿਆ, ਕਹਿੰਦਾ ਫਲੋਪੀ ਦੇ ਕਿਹੜੇ ਸਾਈਜ਼ ਆਉਂਦੇ ਸੀ? 3 ਸਾਈਜ਼ ਆਉਂਦੇ ਸੀ, 8 ਇੰਚ, 5.25 ਇੰਚ ਤੇ 3.5 ਇੰਚ। ਠੀਕ ਹੈ ਜੀ। ਸੋ ਮੈਕਸਿਮਮ ਕਪੈਸਿਟੀ ਕਿੰਨੀ? 1.44। ਇਸ ਤੋਂ ਬਾਅਦ ਫਲੋਪੀ 'ਚ ਕੁਐਸਚਨ ਨਹੀਂ ਪੁੱਛਦਾ। ਤੀਜਾ ਕੁਐਸਚਨ ਇਹਦੇ 'ਚ ਇਹ ਪੁੱਛ ਸਕਦਾ, ਫਲੋਪੀ ਕੀ ਹੈ? ਕੀ ਇਹ ਮੈਗਨੈਟਿਕ ਟੇਪ ਹੈ, ਮੈਗਨੈਟਿਕ ਡਿਸਕ ਹੈ ਕਿ ਆਪਟੀਕਲ ਡਿਸਕ ਹੈ? ਤਾਂ ਇਹ ਹੈਗੀ ਹੈ ਮੈਗਨੈਟਿਕ ਡਿਸਕ। ਤੇ ਜਿਪ ਡਿਸਕ, ਜਿਪ ਡਿਸਕ ਹੁੰਦੀ ਹੈ, ਇਹਦੀ ਕਪੈਸਿਟੀ 750 MB ਤੱਕ ਹੁੰਦੀ ਹੈ। ਇਹ 250 MB ਤੱਕ ਵੀ, ਇੱਕ ਤਾਂ 250 MB 'ਚ ਵੇਰੀਏਸ਼ਨ ਆਇਆ ਸੀ, ਇੱਕ ਹੋਰ ਆਇਆ ਸੀ ਪਤਾ ਨਹੀਂ 350 ਕੇ ਕਿਹੜੇ 'ਚ, ਇੱਕ 750 MB। ਮੈਕਸਿਮਮ ਕਪੈਸਿਟੀ 750 MB। ਨੋਟਸਾਂ ਦੇ ਵਿੱਚ ਸ਼ਾਇਦ ਹੋ ਸਕਦਾ ਹੈ 250 MB ਹੀ ਲਿਖਿਆ ਹੋਵੇ, ਮੈਂ ਇਹਨੂੰ ਅਪਡੇਟ ਕਰ ਲਿਓ। ਤੇ ਇੱਕ ਹੈਗਾ ਹਾਰਡ ਡਿਸਕ। ਹਾਰਡ ਡਿਸਕ ਦੀ ਤਾਂ ਕੋਈ ਲਿਮਟ ਨਹੀਂ, ਬਹੁਤ ਜ਼ਿਆਦਾ ਹੋ ਸਕਦੀ ਹੈ, ਟੀਵੀ 'ਚ ਹੋ ਸਕਦੀ ਹੈ, ਪੈਟਾਬਾਈਟਸ ਦੇ ਵਿੱਚ ਵੀ। ਠੀਕ ਹੈ। ਹੁਣ ਆਪਾਂ ਗੱਲ ਕਰਦੇ ਸੀਗੇ ਕਿ SSD ਹੈ। ਚਲੋ ਅੱਗੇ ਚੱਲਦੇ ਹਾਂ, ਫੇਰ ਦੱਸੂਗਾ। ਚੱਲ ਮੈਂ ਪਹਿਲਾਂ ਹੀ ਦੱਸ ਦੇਣਾ ਇੱਥੇ ਯਾਰ, ਫਿਰ ਬੜਾ ਕਿਚਮਿਚ ਨਾ ਹੋ ਜੇ ਕੰਮ। ਸਪੀਡ ਹੈ ਜਿਹੜੀ, ਉੱਪਰ ਸਪੀਡ ਜ਼ਿਆਦੇ ਆ, ਸਪੀਡ ਉੱਪਰ ਨੂੰ ਜ਼ਿਆਦੇ ਆ, ਨੀਚੇ ਨੂੰ ਜਾਈ ਜਾਵਾਂਗੇ ਸਪੀਡ ਘਟਦੀ ਆ, ਲੋ ਸਪੀਡ। ਉੱਪਰ ਹੈਗੀ ਆ ਹਾਈ ਸਪੀਡ। ਹੁਣ ਆਪਾਂ ਕਹਿੰਦਾ ਰਜਿਸਟਰ ਦੀ ਸਪੀਡ ਸਭ ਤੋਂ ਜ਼ਿਆਦਾ। ਜੇ ਇਹ ਆਪਾਂ ਨੂੰ 5 ਮੈਮਰੀ ਦੇਤੀਆਂ ਤਾਂ ਇਹਨਾਂ ਚੋਂ ਪੁੱਛ ਲੈ ਸਪੀਡ ਕਿਹਦੀ ਜ਼ਿਆਦਾ ਹੈ? ਸਭ ਤੋਂ ਜ਼ਿਆਦਾ ਰਜਿਸਟਰ ਦੀ ਹੈ। ਤੇ ਜੇ ਪੁੱਛ ਲੈ ਐਕਸੈਸ ਟਾਈਮ ਕਿਹਦਾ ਜ਼ਿਆਦਾ ਹੈ? ਐਕਸੈਸ ਟਾਈਮ ਉਲਝਣਾ ਨਹੀਂ ਹੈਗਾ ਇੱਥੇ, ਸਪੀਡ ਤੇ ਐਕਸੈਸ ਟਾਈਮ ਦਾ ਇਨਵਰਸਲੀ ਪ੍ਰੋਪੋਰਸ਼ਨਲ ਰਿਲੇਸ਼ਨ ਹੈ। ਜਿਵੇਂ ਆਪਾਂ ਗੱਲ ਕਰੀਏ ਸਪੀਡ, ਸੰਗਰੂਰ ਵਾਲੇ ਰਗੜਾ ਕੱਢਣ ਵੀ ਸਾਡੀ ਬੋਲੀ ਬੋਲ ਰਹੇ ਆ, ਸਪੀਡ ਇਜ਼ ਇਕੁਅਲ ਟੂ 1 ਐਕਸੈਸ ਟਾਈਮ। ਚਲੋ ਇਹਦੇ ਤੇ ਧਿਆਨ ਨਾ ਦਿਓ, ਇਧਰੋਂ ਦੇਖਦੇ ਆਪਾਂ। ਹੁਣ ਮੰਨ ਲਓ ਲੇਮਨ ਐਗਜ਼ਾਮਪਲ ਦਿੰਦਾ, ਮੈਂ ਮੰਨ ਲਓ ਚੰਡੀਗੜ੍ਹ ਜਾਣਾ, ਮੇਰੇ ਕੋਲ ਹੈਗੀ ਆ ਆਲਟੋ, ਤੇ ਆਲਟੋ ਤੇ ਮੈਨੂੰ ਘੱਟ ਟਾਈਮ ਲੱਗੂਗਾ, ਜ਼ਿਆਦਾ ਤੁਰ ਕੇ ਜਾਣ ਨਾਲ ਤਾਂ ਘੱਟ ਟਾਈਮ ਲੱਗੂਗਾ। ਜੇ ਮੈਂ ਤੁਰ ਕੇ ਜਾਊਂਗਾ ਮੇਰੀ ਸਪੀਡ ਘੱਟ ਹੈ, ਆਲਟੋ ਗੱਡੀ ਤੇ ਸਪੀਡ ਮੇਰੀ ਜ਼ਿਆਦਾ। ਮੈਂ ਚੰਡੀਗੜ੍ਹ ਨੂੰ ਐਕਸੈਸ ਕਰਨਾ ਮਤਲਬ ਗੇਨ ਕਰਨਾ, ਉੱਥੇ ਪਹੁੰਚਣਾ। ਤਾਂ ਆਲਟੋ ਗੱਡੀ ਤੇ ਮੇਰੀ ਸਪੀਡ ਜ਼ਿਆਦਾ ਤੁਰ ਕੇ ਜਾਣ ਦੇ ਨਾਲੋਂ, ਤਾਂ ਐਕਸੈਸ ਟਾਈਮ ਕਿਹਦੇ ਤੇ ਘੱਟ ਲੱਗੂਗਾ? ਤੁਰ ਕੇ ਜਾਣ ਤੇ ਤਾਂ ਜ਼ਿਆਦਾ ਟਾਈਮ ਲੱਗੂਗਾ, ਤਾਂ ਐਕਸੈਸ ਟਾਈਮ ਜ਼ਿਆਦਾ ਹੋ ਗਿਆ। ਤੁਰ ਕੇ ਜਾਣ ਤੇ ਮੇਰੀ ਸਪੀਡ ਘੱਟ ਹੈ ਬਟ ਮੇਰਾ ਐਕਸੈਸ ਟਾਈਮ ਜ਼ਿਆਦਾ ਆ। ਜੇ ਮੈਂ ਆਲਟੋ ਗੱਡੀ ਤੇ ਜਾਵਾਂ ਤਾਂ ਮੇਰੀ ਸਪੀਡ ਜ਼ਿਆਦਾ ਹੈ, ਮੇਰਾ ਐਕਸੈਸ ਟਾਈਮ ਘੱਟ ਹੈ, ਮੈਂ ਘੱਟ ਸਮੇਂ ਦੇ ਵਿੱਚ ਚੰਡੀਗੜ੍ਹ ਨੂੰ ਐਕਸੈਸ ਕਰ ਸਕਦਾ। ਉਵੇਂ ਜੇ ਮੇਰੇ ਕੋਲੇ ਆ ਜੇ ਗੱਡੀ ਵੱਡੀ, ਸਵਿਫਟ ਆ ਜੇ, ਵੈਸੇ ਤਾਂ ਸੇਮ ਜੀ ਭਜਦੀ ਆ ਉਹ ਨਾ, ਪਰ ਸਵਿਫਟ ਜ਼ਿਆਦਾ ਆ, ਥੋੜੀ ਜਿਹੀ ਸਪੀਡ ਜ਼ਿਆਦਾ ਆ। ਚਲ ਹੋਰ ਗੱਡੀ ਲੈ ਲਓ, ਕੋਈ ਹੋਰ ਗੱਡੀ ਆਪਾਂ ਕਿਹੜੀ ਲੈ ਲਈਏ? ਟੈਸਲਾ ਵਾਲੀ ਲੈ ਲਈਏ, ਇਲੌਨ ਮਸਕ ਦੀ ਗੱਡੀ ਕੋਈ ਹੈ ਨਾ, ਟੈਸਲਾ ਦੀ। ਤੇ ਉਹ ਗੱਡੀ ਜਿਹੜੀਆਂ 2-3 ਕਰੋੜ ਦੀਆਂ ਮਹਿੰਗੀਆਂ, ਆਪਣੇ ਜਿਹੜੀਆਂ ਬਿਜਲੀ ਵਾਲੀਆਂ ਉਹਨਾਂ ਦੀ ਗੱਲ ਨਹੀਂ ਕਰਦਾ, ਜਿਹੜੀਆਂ ਫੋਰਨ ਚੱਲਦੀਆਂ। ਸੋ ਉਹ ਗੱਡੀ ਦੀ ਸਪੀਡ ਬਹੁਤ ਜ਼ਿਆਦਾ ਹੈ ਤੇ ਉਹਦਾ ਐਕਸੈਸ ਟਾਈਮ ਹੋਰ ਘੱਟ ਜਾਊਗਾ। ਤਾਂ ਜੇ ਸਪੀਡ ਜ਼ਿਆਦਾ ਆ, ਜੇ ਐਕਸੈਸ ਟਾਈਮ ਜ਼ਿਆਦਾ ਆ, ਤਾਂ ਸਪੀਡ ਕੀ ਹੋ ਜੂਗੀ? ਘਟ ਜੂਗੀ। ਤੇ ਜੇ ਸਪੀਡ ਜ਼ਿਆਦਾ ਤਾਂ ਐਕਸੈਸ ਟਾਈਮ, ਗਲਤ ਜੇ ਨਹੀਂ ਹੋ ਗਿਆ ਕੰਮ, ਜੇ ਸਪੀਡ ਜ਼ਿਆਦਾ ਆ ਤਾਂ ਐਕਸੈਸ ਟਾਈਮ ਘਟ ਜੂਗਾ। ਹਾਂ, ਸਪੀਡ ਜ਼ਿਆਦਾ ਹੋ ਗਈ, ਐਕਸੈਸ ਟਾਈਮ ਘਟ ਗਿਆ, ਸਪੀਡ ਘਟ ਗਈ, ਐਕਸੈਸ ਟਾਈਮ ਵੱਧ ਗਿਆ, ਤਾਂ ਇਨਵਰਸਲੀ ਪ੍ਰੋਪੋਰਸ਼ਨਲ ਆ। ਤਾਂ ਹੁਣ ਇਹਨਾਂ ਦੋਨਾਂ ਦੇ ਵਿੱਚੋਂ, SSD ਦੇ ਵਿੱਚੋਂ ਤੇ ਹਾਰਡ ਡਿਸਕ ਦੇ ਵਿੱਚੋਂ ਸਪੀਡ ਕਿਹਦੀ ਜ਼ਿਆਦਾ ਆ? ਉੱਪਰ ਨੂੰ ਸਪੀਡ ਵੱਧਦੀ ਹੈ ਤਾਂ ਹਾਰਡ ਡਿਸਕ ਦੀ ਸਪੀਡ ਜ਼ਿਆਦਾ ਆ। ਹਾਰਡ ਡਿਸਕ, ਸੌਰੀ ਗਲਤ ਬੋਲ ਗਿਆ, ਟਿਕ ਤਾਂ ਸਹੀ ਲਾਇਆ ਹੈ। SSD ਦੀ ਸਪੀਡ ਜ਼ਿਆਦਾ ਆ, ਹਾਰਡ ਡਿਸਕ ਦੀ ਸਪੀਡ ਘੱਟ ਆ। ਐਕਸੈਸ ਟਾਈਮ ਸਪੀਡ ਜ਼ਿਆਦਾ ਆ ਤੇ ਐਕਸੈਸ ਟਾਈਮ SSD ਦੀ ਘੱਟ ਆ। ਸਾਡੀ ਰਿਕੁਆਇਰਮੈਂਟ ਕੀ ਹੁੰਦੀ ਹੈ ਕੰਪਿਊਟਰ ਦੇ ਵਿੱਚ? ਕੋਈ ਵੀ ਅਸੀਂ ਪ੍ਰੋਗਰਾਮ ਖੋਲੀਏ, ਟਾਈਮ ਘੱਟ ਤੋਂ ਘੱਟ ਲੱਗੇ, ਸਪੀਡ ਜ਼ਿਆਦਾ ਹੋਵੇ। ਜੇ ਸਪੀਡ ਜ਼ਿਆਦਾ ਹੋਵੇ ਤਾਂ ਹੀ ਟਾਈਮ ਘਟੂਗਾ। ਤਾਂ SSD ਇੱਕ ਵਧੀਆ ਮੈਮਰੀ ਮੰਨੀ ਜਾਂਦੀ ਹੈ। ਜੇ ਤੁਸੀਂ ਨਵਾਂ ਕੰਪਿਊਟਰ ਖਰੀਦਣਾ ਹੈ ਤਾਂ ਉਹਦੇ 'ਚ SSD ਜ਼ਰੂਰ ਲਓ, ਕਿਉਂ ਆਉਣ ਵਾਲੇ ਸਮੇਂ 'ਚ ਐਪਲੀਕੇਸ਼ਨਾਂ ਜਿਹੜੀਆਂ ਨੇ ਉਹ ਫਾਸਟ ਹੋ ਰਹੀਆਂ ਨੇ। ਤਾਂ ਸਾਡਾ ਕੰਪਿਊਟਰ ਤੇਜ਼ ਤਾਂ ਹੀ ਚੱਲੂਗਾ ਜੇ ਸਾਡੇ ਕੋਲੇ SSD ਹੈ, ਸੋਲਿਡ ਸਟੇਟ ਡਰਾਈਵ। ਇੱਕ ਤਾਂ ਇਹਦੀ ਐਬਰੀਵੇਸ਼ਨ ਪੁੱਛ ਸਕਦਾ, ਸੋਲਿਡ ਸਟੇਟ ਡਰਾਈਵ, ਮੈਂ ਲਿਖ ਦੇਣਾ ਸੋਲਿਡ ਸਟੇਟ ਡਰਾਈਵ। ਇੱਕ ਤਾਂ ਇਹ ਐਬਰੀਵੇਸ਼ਨ ਪੁੱਛ ਸਕਦਾ, ਦੂਜਾ ਹਾਰਡ ਡਿਸਕ ਤੇ SSD ਚੋਂ ਕਿਹੜੀ ਵਧੀਆ ਲਈਏ ਤਾਂ SSD ਲਈਏ। ਤੀਜਾ ਇੱਕ ਐਂ ਪੁੱਛਿਆ ਹੋਇਆ ਉਹਨੇ ਕੁਐਸਚਨ, ਕਹਿੰਦਾ ਤੁਸੀਂ ਸਪੋਜ਼ ਕਰੋ ਇੱਕ ਕੰਪਨੀ ਹੈ, ਉਹ ਲੈਪਟਾਪ ਬਣਾਉਣਾ ਚਾਹੁੰਦੀ ਹੈ ਤੇ ਉਹ ਚਾਹੁੰਦੇ ਆ ਵੀ ਸਾਈਜ਼ ਘੱਟ ਤੋਂ ਘੱਟ ਹੋਵੇ ਤੇ ਲੈਪਟਾਪ ਫਾਸਟ ਹੋਵੇ, ਲਾਈਟ ਵੇਟ ਹੋਵੇ।
ਤਾਂ SSD ਹੈ ਜਿਹੜਾ, ਤਾਂ ਉੱਥੇ ਹਾਰਡ ਡਿਸਕ ਨਹੀਂ ਲੱਗੂਗੀ, SSD ਲੱਗ ਜੂ। ਕਿਉਂ? ਕਿਉਂਕਿ SSD ਛੋਟੀ ਹੈ ਐਜ਼ ਕੰਪੇਅਰ ਟੂ ਹਾਰਡ ਡਿਸਕ, ਤੇ ਸਪੀਡ ਵੀ ਜ਼ਿਆਦਾ ਹੈ, ਤੇ ਲਾਈਟ ਵੇਟ ਤਾਂ ਹੀ ਹੈ ਕਿਉਂਕਿ ਸਾਈਜ਼ ਘੱਟ ਆ। ਹਾਰਡ ਡਿਸਕ ਦੇ ਵਿੱਚ ਰੋਟੇਟਿੰਗ ਪਾਰਟ ਹੁੰਦਾ, ਘੁੰਮਦੇ ਨੇ ਪਲੈਟਰ, ਜਿਹੜਾ ਕਿ SSD ਦੇ ਵਿੱਚ ਨਹੀਂ ਹੁੰਦਾ। ਤਾਂ ਇੰਨੀ ਗੱਲ ਯਾਦ ਰੱਖਣੀ ਆ, SSD ਦੇ ਵਿੱਚ ਕੰਟੇਨ rotating parts ਤੇ SSD ਦੇ ਵਿੱਚ no rotating parts। ਇਹ ਬਹੁਤ ਇੰਪੋਰਟੈਂਟ ਹੈ, ਪੁੱਛ ਸਕਦਾ no rotating parts, ਸਿੱਧਾ ਪੁੱਛ ਸਕਦਾ ਕਿ SSD ਤੇ ਹਾਰਡ ਡਿਸਕ ਦੇ ਵਿੱਚੋਂ ਕਿਹਦੇ ਵਿੱਚ rotating parts ਹੁੰਦੇ ਨੇ, ਘੁੰਮਦੀ ਕਿਹੜੀ ਹੈ? ਤਾਂ SSD। ਆਪਾਂ ਲੈਪਟਾਪ ਚਲਾਉਣੇ ਆ, ਲੈਪਟਾਪ ਦੇ ਵਿੱਚ ਖੜਕਾ ਜਿਹਾ ਹੋਣ ਲੱਗ ਜਾਂਦਾ, ਇੱਕ ਤਾਂ ਪੱਖਾ ਕਰਦਾ ਹੁੰਦਾ, ਇੱਕ CD ਜਾਂ DVD ਪਾ ਦਈਏ। ਵੈਸੇ ਅੱਜ ਕੱਲ੍ਹ ਤਾਂ CD DVD ਆਉਂਦੀ ਨਹੀਂ, ਉਹ ਵੀ ਘੁੰਮਦੀ ਆ, ਹਾਰਡ ਡਿਸਕ ਵੀ ਘੁੰਮਦੀ ਆ। ਕੋਈ ਬਾਹਰ ਵਾਲੀ ਹਾਰਡ ਡਿਸਕ ਹੈ ਜਿਹਨੂੰ ਨਾਲ ਜੋੜ ਕੇ ਕੰਪਿਊਟਰ ਦੇ ਕੰਨ ਲਾ ਕੇ ਦੇਖ ਲਿਓ, ਉਹ ਘੁੰਮ ਰਹੇ ਹੋਣਗੇ ਪਲੈਟਰ ਉਹਦੇ 'ਚ, ਠੀਕ ਹੈ। ਸੋ ਉਹ ਲੈਵਲ 2 ਜਾਂ 3 'ਚ ਆਪਾਂ ਗੱਲਬਾਤ ਕਰਾਂਗੇ ਵੀ ਉਹਦੇ ਤੇ ਵੀ ਕੁਐਸਚਨ ਪੁੱਛੇ ਜਾ ਸਕਦੇ, ਸੀਕ ਟਾਈਮ ਵਗੈਰਾ ਤੇ ਤੁਸੀਂ ਪੜ੍ਹਿਆ ਹੀ ਹੋਣਾ ਪਿੱਛੇ ਜੇ ਕੋਈ ਤੁਸੀਂ ਪੰਜਾਬ ਪੁਲਿਸ ਦਾ ਪੇਪਰ ਦਿੱਤਾ ਹੈ, ਐਕਸੈਸ ਟਾਈਮ, ਸੀਕ ਟਾਈਮ, ਲੇਟੈਂਸੀ ਟਾਈਮ, ਉਹ ਪੜ੍ਹੀਆਂ ਸੀ ਚੀਜ਼ਾਂ, ਹਨਾ। ਸੋ ਹਾਰਡ ਡਿਸਕ 'ਚ ਹੁੰਦਾ। ਕਲੀਅਰ ਹੋ ਗਈ ਗੱਲ? ਸਕਰੀਨਸ਼ਾਟ ਹਜੇ ਨਾ ਲਿਓ, ਇੰਨਾ ਕੁ ਲੈਣਾ ਲੈ ਸਕਦੇ ਹੋ, ਹਜੇ ਰਹਿੰਦਾ ਕੰਮ। ਅੱਗੇ ਆ ਗਿਆ ਆਪਟੀਕਲ ਡਿਸਕ। ਆਪਟੀਕਲ ਦੇ ਵਿੱਚ CD DVD ਤੇ ਬਲੂ-ਰੇ ਹੁੰਦੇ ਆ। CD ਹੁੰਦਾ ਕੰਪੈਕਟ ਡਿਸਕ, DVD ਹੁੰਦਾ ਡਿਜੀਟਲ ਵੀਡੀਓ ਡਿਸਕ ਵੀ ਬੋਲਦੇ ਨੇ, ਡਿਜੀਟਲ ਵਰਸਾਟਾਈਲ। ਵਰਸਾਟਾਈਲ ਦਾ ਮਤਲਬ ਹਰਫਨਮੌਲਾ। ਇਹਦੇ ਵਿੱਚ CD DVD ਦੇ ਵਿੱਚ ਅੱਜ ਕੱਲ ਆਡੀਓ ਵੀਡੀਓ ਫੋਟੋਆਂ ਪ੍ਰੋਗਰਾਮ ਸਾਰਾ ਕੁਝ ਸੇਵ ਹੁੰਦਾ। CD ਦੀ ਕਪੈਸਿਟੀ ਮੈਕਸਿਮਮ ਹੈ 700 MB ਤੇ DVD ਦੀ ਕਪੈਸਿਟੀ ਹੈ 4.7 GB ਤੇ ਬਲੂ-ਰੇ ਦੀ ਕਪੈਸਿਟੀ ਹੈਗੀ ਹੈ 50 GB। ਤੇ ਇੱਕ ਤੁਸੀਂ ਮੈਨੂੰ ਕਮੈਂਟ ਕਰਕੇ ਦੱਸਿਓ, ਉਹਨੇ ਹੁਣੀ ਪੁੱਛਿਆ, ਪਤਾ ਨਹੀਂ ਕਿਹੜੇ ਪੇਪਰ ਦੇ ਵਿੱਚ ਕੁਐਸਚਨ ਪੁੱਛ ਲਿਆ ਯਾਰ, ਕਹਿੰਦਾ ਡਾਇਆਮੀਟਰ ਕਿੰਨਾ ਹੁੰਦਾ CD ਦਾ, ਇੱਥੋਂ ਲੈ ਕੇ ਘੇਰਾ ਕਿੰਨਾ ਹੁੰਦਾ ਇੰਨਾ, ਇਹ ਕਿੰਨੇ ਸੈਂਟੀਮੀਟਰ ਹੁੰਦਾ ਤੇ ਕਿੰਨੇ ਮੀਟਰ ਦੇ ਵਿੱਚ ਹੁੰਦਾ? ਇਹ ਕਮੈਂਟ ਕਰਕੇ ਦੱਸਿਓ ਮੈਨੂੰ। ਤੁਸੀਂ ਦੱਸਣਾ ਵੀ ਇਹ ਡਾਇਆਮੀਟਰ, ਐਂ ਲਿਖ ਲਿਓ ਡਾਇਆਮੀਟਰ ਆਫ ਡਿਸਕ, ਡਾਇਆਮੀਟਰ ਆਫ ਡਿਸਕ। ਤੁਸੀਂ ਆਨਸਰ ਦਿਓ ਚੈੱਕ ਕਰਕੇ। ਵੈਸੇ ਮੈਂ ਕਰਾਇਆ ਵੀ ਹੋਇਆ ਕਿਸੇ ਦੇ ਵਿੱਚ, ਮੈਨੂੰ ਹੁਣ ਯਾਦ ਨਹੀਂ ਆਉਂਦਾ, ਮੈਨੂੰ ਯਾਦ ਵੀ ਆ ਗਿਆ ਹੁਣ, ਮੈਂ ਹਜੇ ਦੱਸਦਾ ਨਹੀਂ। ਤੁਸੀਂ ਵੀ ਥੋੜਾ ਜਿਹਾ ਕਮੈਂਟ ਕਰਿਓ ਮੈਨੂੰ, ਇੱਥੋਂ ਲੈ ਕੇ ਇੱਥੋਂ ਤੱਕ ਕਿੰਨਾ ਘੇਰਾ ਹੁੰਦਾ, ਠੀਕ ਆ। 2 ਯੂਨਿਟ ਦੱਸਣੇ ਨੇ, ਸੈਂਟੀਮੀਟਰ ਕਿੰਨੇ 'ਚ ਹੈ ਤੇ ਹੋਰ ਇੰਚਸ ਜਾਂ ਪਤਾ ਨਹੀਂ ਮੀਟਰ, ਜਿਹੜਾ ਵੀ ਮਿਲਿਆ ਤੁਹਾਨੂੰ। ਸੋ ਇਹ ਹੁੰਦੀ ਹੈ ਕਪੈਸਿਟੀ। ਅੱਗੇ ਆਪਣੇ ਕੋਲੇ ਲਾਸਟ ਮੈਮਰੀ ਆ ਗਈ ਮੈਗਨੈਟਿਕ ਟੇਪ। ਮੈਗਨੈਟਿਕ ਟੇਪ ਦੇ ਵਿੱਚ ਕੈਸਟ ਹੁੰਦੀ ਆ, ਪੁਰਾਣੀਆਂ ਰੀਲਾਂ ਹੁੰਦੀਆਂ ਸੀ, ਤੇ VCR ਹੁੰਦਾ ਵੀਡੀਓ ਕੈਸਟ ਰਿਕਾਰਡਰ, ਐਬਰੀਵੇਸ਼ਨ ਪੁੱਛ ਲਈ, ਹਨਾ। ਸੋ ਇਹ ਸਾਰੀਆਂ ਕੀ ਨੇ? ਨੌਨ ਵੋਲਾਟਾਈਲ ਨੇ, ਇਹਨਾਂ ਚੋਂ ਡੇਟਾ ਉੜਦਾ ਨਹੀਂ, ਪਾਵਰ ਚਲੀ ਜਾਵੇ। ਕਲੀਅਰ ਹੋਈ ਗੱਲ? ਤੇ ਐਕਸੈਸ ਦੀ ਗੱਲ ਕਰੀਏ ਤਾਂ ਇਹ ਉੱਪਰ ਵਾਲੀਆਂ ਸਾਰੀਆਂ, ਲਾਸਟ ਵਾਲੀ ਨੂੰ ਛੱਡ ਕੇ ਰੈਂਡਮ ਐਕਸੈਸ ਜਾਂ ਡਾਇਰੈਕਟ ਐਕਸੈਸ ਮੈਮਰੀਜ਼ ਨੇ। ਰੈਂਡਮ ਐਕਸੈਸ ਤੇ ਡਾਇਰੈਕਟ ਐਕਸੈਸ ਕੀ ਹੁੰਦਾ? ਸਪੋਜ਼ ਕਰੋ ਇਹ ਮੈਮਰੀ ਹੈ, ਇਹ ਗਾਣੇ ਪਏ ਨੇ, ਪਹਿਲਾ, ਦੂਜਾ, ਤੀਜਾ, ਚੌਥਾ, ਪੰਜਵਾਂ, ਛੇਵਾਂ। ਜੇਕਰ ਅਸੀਂ ਪਹਿਲੇ ਤੋਂ ਬਾਅਦ ਦੂਜਾ ਹੀ ਚਲਾ ਸਕੀਏ, ਦੂਜੇ ਤੋਂ ਬਾਅਦ ਤੀਜਾ, ਤੀਜੇ ਤੋਂ ਬਾਅਦ ਚੌਥਾ, ਚੌਥੇ ਤੋਂ ਬਾਅਦ ਪੰਜਵਾਂ, ਪੰਜਵੇਂ ਤੋਂ ਬਾਅਦ ਛੇਵਾਂ, ਪਹਿਲੇ ਤੋਂ ਸਿੱਧਾ ਛੇਵਾਂ ਨਹੀਂ ਚਲਾ ਸਕਦੇ ਸੀ ਜਿਵੇਂ ਰੀਲਾਂ ਹੁੰਦੀਆਂ ਸੀ ਪੁਰਾਣੀਆਂ, ਹਨਾ। ਜਾਂ ਤਾਂ ਫਾਰਵਰਡ ਕਰਨਾ ਪਊ ਜਾਂ ਬੈਕਵਰਡ। ਬਟ ਅੱਜ ਕੱਲ ਫੋਨ 'ਚ ਅਸੀਂ ਸਕਰੋਲ ਕਰਦੇ ਹਾਂ, ਪਹਿਲੇ ਬਾਅਦ ਸਿੱਧਾ ਛੇਵਾਂ, ਛੇਵੇਂ ਬਾਅਦ ਦੂਜਾ, ਦੂਜੇ ਬਾਅਦ ਚੌਥਾ, ਚੌਥੇ ਬਾਅਦ ਤੀਜਾ, ਤੀਜੇ ਬਾਅਦ ਪੰਜਵਾਂ, ਜਿਹੜਾ ਮਰਜ਼ੀ ਚਲਾ ਲਈਏ। ਜੇਕਰ ਅਸੀਂ 1 ਬਾਏ 1 ਕਰਾਂਗੇ ਤਾਂ ਇਹਨੂੰ ਬੋਲਾਂਗੇ ਆਪਾਂ ਸੀਰੀਅਲ ਐਕਸੈਸ ਜਾਂ ਸੀਕੁਐਂਸ਼ੀਅਲ ਐਕਸੈਸ। ਲਾਸਟ ਵਾਲੀ ਕੱਲੀ ਮੈਗਨੈਟਿਕ ਟੇਪ ਐਵੇਂ ਦੀ ਮੈਮਰੀ ਹੈ ਜਿਹਨੂੰ ਸੀਕੁਐਂਸ਼ੀਅਲ, ਕਿਸੇ ਸੀਕੁਐਂਸ ਦੇ ਵਿੱਚ ਜਾਂ ਸੀਰੀਅਲ ਆਰਡਰ ਦੇ ਵਿੱਚ ਐਕਸੈਸ ਕਰਦੇ ਆ। ਤੇ ਰੈਂਡਮਲੀ ਜਿਹੜੀ ਮਰਜ਼ੀ ਲੋਕੇਸ਼ਨ ਨੂੰ ਤੁਸੀਂ ਐਕਸੈਸ ਕਰ ਲਓ, ਉਹਨੂੰ ਅਸੀਂ ਬੋਲਦੇ ਆ ਰੈਂਡਮ ਐਕਸੈਸ, ਜਾਂ ਉਹਦਾ ਦੂਸਰਾ ਨਾਮ ਹੁੰਦਾ ਡਾਇਰੈਕਟ ਐਕਸੈਸ। ਤਾਂ ਪਹਿਲੀਆਂ 6 ਦੀਆਂ 6 ਮੈਮਰੀਜ਼ ਕੀ ਨੇ? ਰੈਂਡਮ ਜਾਂ ਡਾਇਰੈਕਟ ਐਕਸੈਸ। ਤੇ ਇਹਨਾਂ ਦਾ ਆਰਡਰ ਸੇਮ ਹੋਣਾ ਚਾਹੀਦਾ। ਜੇ ਤੁਸੀਂ ਮੈਗਨੈਟਿਕ ਡਿਸਕ ਉੱਪਰ ਕਰਤੀ, ਇਲੈਕਟ੍ਰੋਨਿਕ ਤੇ ਫਲੈਸ਼ ਥੱਲੇ ਲਿਆਏ, ਫਿਰ ਤੁਹਾਡੇ ਕੁਐਸਚਨ ਗਲਤ ਹੋਣ ਦੇ ਚਾਂਸ ਵਧਣਗੇ। ਇਸੇ ਆਰਡਰ 'ਚ ਯਾਦ ਰੱਖਣੀਆਂ ਨੇ, ਠੀਕ ਹੈ ਜੀ। ਸੋ ਹੁਣ 2 ਵੇਰੀਏਬਲ ਆਪਾਂ ਡਿਸਕਸ ਕਰ ਲਏ, ਵੋਲਾਟਾਈਲ, ਨੌਨ ਵੋਲਾਟਾਈਲ ਤੇ ਰੈਂਡਮ ਐਕਸੈਸ। 3 ਵੇਰੀਏਬਲ ਰਹਿ ਗਏ। ਸਪੀਡ ਦਾ ਮੈਂ ਦੱਸ ਚੁੱਕਿਆ, ਹਾਈ ਸਪੀਡ, ਲੋ ਐਕਸੈਸ ਟਾਈਮ। ਉੱਪਰ ਨੂੰ ਥੱਲੇ ਜਾਵਾਂਗੇ, ਲੋ ਸਪੀਡ ਹੋਊਗੀ, ਐਕਸੈਸ ਟਾਈਮ ਆਪਣੇ ਆਪ ਹੀ ਵਧੂਗਾ। 3 ਵੇਰੀਏਬਲ ਹੋ ਗਏ। ਚੌਥਾ ਵੇਰੀਏਬਲ, ਜਦੋਂ ਉੱਪਰ ਵਾਲੀਆਂ ਮੈਮਰੀ ਦੀ ਸਪੀਡ ਜ਼ਿਆਦਾ ਤਾਂ ਓਬਵੀਅਸ ਹੈ ਕਾਸਟ ਜ਼ਿਆਦਾ ਹੋਣੀ ਹੈ। ਮਹਿੰਗੀ ਗੱਡੀ ਖਰੀਦਣੀ ਹੈ, ਸਪੀਡ ਦੇ ਹੀ ਪੈਸੇ ਲਊਗਾ ਨਾ, ਉਹ ਕਾਸਟਲੀ ਹੈ। ਨੀਚੇ ਜਾ ਕੇ ਚੀਪਰ ਹੈ, ਸਸਤੀ ਹੈ। ਸਾਈਜ਼ ਦੀ ਗੱਲ ਕਰਦੇ ਹਾਂ, ਸਾਈਜ਼ ਆਪਾਂ ਨੂੰ ਵਿਜ਼ੂਅਲੀ ਦਿਖ ਰਿਹਾ ਵੀ ਰਜਿਸਟਰ ਦਾ ਸਾਈਜ਼ ਹੈ ਜਿਹੜਾ ਘੱਟ ਹੁੰਦਾ ਤੇ ਨੀਚੇ ਨੂੰ ਸਾਈਜ਼ ਵੱਧਦਾ ਹੈ। ਕਲੀਅਰ ਹੋਏਗੀ ਗੱਲ? ਹੋਰ ਕੀ ਰਹਿ ਗਿਆ? ਹਾਂ,
ਸੋ ਇਹ ਸੀਗੀ ਮੈਮਰੀ ਹਾਇਰਾਰਕੀ। ਹੁਣ ਤੁਸੀਂ ਸਕਰੀਨਸ਼ਾਟ ਲੈ ਸਕਦੇ ਹੋ, ਬਹੁਤ ਕੁਐਸਚਨ ਪੁੱਛੇ ਜਾਂਦੇ ਨੇ ਇਹਦੇ ਵਿੱਚੋਂ, ਠੀਕ ਆ। ਸੋ ਇਹਨੂੰ ਐਂ ਕਹਿ ਲਓ ਵੀ ਤਵੀਤ ਹੈ ਇਹ, ਘੋਲ ਕੇ ਇਹਨੂੰ ਪੀ ਜਾਓ ਪੱਕਾ, ਠੀਕ ਹੈ। ਚਾਹੇ ਤੁਸੀਂ ਰੋਜ਼ ਬਣਾ ਕੇ ਦੇਖ ਲਿਆ ਕਰੋ, ਡੇਲੀ ਉੱਠੋ ਸਵੇਰੇ, ਯਾਦ ਹੋ ਜਾਊਗਾ। ਜੇ ਤੁਸੀਂ ਡੇਲੀ ਬਣਾ ਕੇ ਦੇਖੋਗੇ ਪੱਕਾ ਹੋ ਜਾਊਗਾ। ਪੇਪਰ ਦੇ ਵਿੱਚ ਜਾ ਕੇ ਬਣਾ ਲਿਓ ਇਹ। ਕਈ ਵਾਰੀ ਆਪਾਂ ਨੂੰ ਪੇਪਰ ਜਾਂ ਦੇ ਦਿੰਦੇ ਨੇ ਹਨਾ, ਹਜੇ ਉਹ ਕਹਿੰਦੇ ਨੇ ਵੀ ਹਜੇ ਖੋਲਿਓ ਨਾ, ਉੱਥੇ ਜਾ ਕੇ ਇਹ ਬਣਾ ਲਿਓ। ਐਵੇਂ ਦੀਆਂ ਹੋਰ ਵੀ ਚੀਜ਼ਾਂ ਹੋਣਗੀਆਂ ਬਾਕੀ ਸਬਜੈਕਟਾਂ ਦੀਆਂ ਵੀ, ਸਮਾਂ ਹੁੰਦਾ 1-2 ਮਿੰਟ ਦਾ, ਉਦੋਂ ਥੋੜਾ ਥੋੜਾ ਐਜ਼ ਏ ਹਿੰਟ ਹੀ ਆਪਾਂ ਲਿਖ ਸਕਦੇ ਹਾਂ। ਆਪਾਂ ਇਹ ਲਿਖ ਸਕਦੇ ਨੇ ਰਜਿਸਟਰ, ਕੈਸ਼ੇ, ਰੈਮ ਤੇ ਇਲੈਕਟ੍ਰੋਨਿਕ ਜਾਂ ਫਲੈਸ਼, ਮੈਗਨੈਟਿਕ ਡਿਸਕ, ਆਪਟੀਕਲ ਡਿਸਕ ਤੇ ਮੈਗਨੈਟਿਕ ਟੇਪ। ਬਸ ਇੰਨਾ ਕੁ ਬਹੁਤ ਹੁੰਦਾ। ਹਾਇਰਾਰਕੀ ਯਾਦ ਹੋ ਗਈ, ਬਾਕੀ ਚੀਜ਼ਾਂ ਤਾਂ ਯਾਦ ਹੋ ਜਾਣਗੀਆਂ। ਐਂ ਲਿਖ ਸਕਦੇ ਹੋ ਇਹ ਹੈਗੀਆਂ ਵੋਲਾਟਾਈਲ, ਇਹ ਵਾਲੀਆਂ ਸਾਰੀਆਂ ਹੈਗੀਆਂ ਨੌਨ ਵੋਲਾਟਾਈਲ ਹਨਾ, ਇਹ ਹੈਗੀਆਂ ਨੇ ਸਾਰੀਆਂ ਇੱਥੋਂ ਲੈ ਕੇ ਰੈਂਡਮ ਐਕਸੈਸ, ਸੀਰੀਅਲ ਐਕਸੈਸ। ਸੋ ਇਹ ਸ਼ਾਰਟਕੱਟ ਹੀ ਹੁੰਦੇ ਨੇ, ਉੱਥੇ ਬੈਨੀਫਿਟ ਹੋ ਜਾਂਦਾ। ਕਿਉਂਕਿ ਜਿੰਨਾ ਚਿਰ ਆਪਾਂ ਨੂੰ ਪੇਪਰ ਨਹੀਂ ਮਿਲਿਆ, ਦਿਮਾਗ ਬੜਾ ਰਿਲੈਕਸ ਹੁੰਦਾ, ਤਾਂ ਉਦੋਂ ਫਿਰ ਇਹ ਆਪਣਾ ਸਮਾਂ ਸੇਵ ਕਰ ਦੂਗੀ ਚੀਜ਼, ਠੀਕ ਹੈ ਜੀ। ਸਕਰੀਨਸ਼ਾਟ ਆਈ ਥਿੰਕ ਲੈ ਲਿਆ। ਹੁਣ ਚੱਲਦੇ ਆਂ ਅੱਗੇ। ਕਹਿੰਦਾ ਵਿਚ ਟਾਈਪ ਆਫ ਮੈਮਰੀਜ਼ ਇਜ਼ ਇਨ ਪੈਨ ਡਰਾਈਵ। ਆ ਦੇਖੋ ਪੈਨ ਡਰਾਈਵ 'ਚ ਪੁੱਛ ਲਿਆ ਉਹਨੇ, ਹੁਣ ਥੋੜੀ ਕਹਿੰਦਾ ਜਾਣ ਦੇਵਾਂਗੇ ਅਸੀਂ, ਤਾਂ ਆਨਸਰ ਹੈਗਾ ਫਲੈਸ਼ ਮੈਮਰੀ, ਠੀਕ ਹੈ। ਹੁਣ ਤਾਂ ਕੁਐਸਚਨ ਭੱਜਦੇ ਤੁਰੇ ਜਾਣਗੇ, ਦੇਖ ਲਿਓ। ਵਿਚ ਆਫ ਦ ਫੋਲੋਇੰਗ ਟਾਈਪ ਆਫ ਮੈਮਰੀਜ਼ ਫਾਸਟੈਸਟ। ਦੇਖੋ ਇਹਦੇ ਹਿਸਾਬ ਨਹੀਂ ਹੈ, ਸਾਰਿਆਂ ਤੋਂ ਫਾਸਟੈਸਟ ਹੁੰਦਾ ਰਜਿਸਟਰ। ਆ ਦੇਖੋ ਰਜਿਸਟਰ ਸਭ ਤੋਂ ਉੱਪਰ ਹੈ, ਰਜਿਸਟਰ ਚੌਥਾ ਆਨਸਰ ਹੈ। ਉੱਡ ਰਿਹਾ ਨਾ ਕੁਐਸਚਨ। ਤਾਂ ਦੇਖੋ ਮੈਗਨੈਟਿਕ ਡਿਸਕ ਦੇ ਵਿੱਚ ਕਿਹੜੀ ਹੁੰਦੀ ਹੈ? ਮੈਗਨੈਟਿਕ ਡਿਸਕ ਜਿਪ ਡਿਸਕ ਹੁੰਦੀ ਹੈ। ਆਪਟੀਕਲ ਡਿਸਕ ਕਿਹੜੀ ਹੁੰਦੀ ਹੈ? ਮੈਗਨੈਟਿਕ ਸਟੋਰੇਜ ਡਿਵਾਈਸ। ਆਪਟੀਕਲ ਦੇ ਵਿੱਚ CD DVD ਆਉਂਦਾ ਹੈ। ਦੇਖੋ ਮੈਂ ਇੱਥੇ ਤੁਹਾਨੂੰ ਪਿੱਛੇ ਦੱਸਣਾ ਭੁੱਲ ਗਿਆ, CD ਦੀਆਂ 3 ਟਾਈਪ ਹੁੰਦੀਆਂ ਨੇ, CD ROM, CDR ਤੇ CDRW। ਉਵੇਂ DVD ਦੀਆਂ ਵੀ ਸੇਮ ਹੀ ਹੁੰਦੀਆਂ ਨੇ। ਇੱਥੇ DVD ROM, DVDR ਤੇ DVDRW ਨੋਟਸਾਂ ਦੇ ਵਿੱਚ ਵੀ ਗੱਲ ਦੱਸੀ ਹੋਈ ਹੈ। ਜਿਹੜੀ ਇੱਕ ਆਪਾਂ ROM ਪਿੱਛੇ ਪੜ੍ਹ ਕੇ ਆਏ ਆ, ਉਹ ਤਾਂ ਹੁੰਦੀ ਹੈ ਆਪਣੇ ਕੋਲੇ ਸਟੋਰ ਕਰਦੀ ਹੈ। ਕੀ ਕਰਦੀ ਸੀ ਉਹ ਕਰਦੀ ਸੀ ਬੂਟ ਲੋਡਰ ਨੂੰ ਸਟੋਰ, ਪ੍ਰੋਗਰਾਮ ਨੂੰ ਸਟਾਰਟ ਕਰਨ ਦੇ ਲਈ। ਇੱਕ ਮੈਂ ਉੱਥੇ ਹੀ ਗੱਲ ਹੋਰ ਲਿਖ ਲਿਓ ਨਾਲ, ਬੂਟ ਲੋਡਰ ਨੂੰ ਸਟਾਰਟਅਪ ਰੂਟੀਨ ਵੀ ਬੋਲਿਆ ਜਾਂਦਾ। ਸਟਾਰਟਅਪ ਰੂਟੀਨ ROUTINE, ਰੂਟੀਨ ਜਾਂ ਇੰਸਟਰਕਸ਼ਨ। ਕੁਐਸਚਨ ਉੱਥੇ ਐਂ ਪੁੱਛ ਲੂਗਾ, ਬੂਟ ਲੋਡਰ ਉਹ ਮੈਂਸ਼ਨ ਹੀ ਨਹੀਂ ਕਰਦਾ, ਕਹੂਗਾ ਕਿਹੜੀ ਮੈਮਰੀ ਦੇ ਵਿੱਚ ਸਟਾਰਟਅਪ ਕੰਪਿਊਟਰ ਦੀਆਂ ਸਟਾਰਟਅਪ ਇੰਸਟਰਕਸ਼ਨ ਸਟੋਰ ਹੁੰਦੀਆਂ ਨੇ, ਤਾਂ ਉਹ ਰੋਮ ਦੇ ਵਿੱਚ। ਚਾਹੇ ਸਟਾਰਟਅਪ ਰੂਟੀਨ ਬੋਲਦੇ। ਸਟਾਰਟਅਪ ਦਾ ਮਤਲਬ ਕੀ ਹੁੰਦਾ? ਕੰਪਿਊਟਰ ਨੂੰ ਸਟਾਰਟ ਕਰਨ ਵਾਲੀਆਂ ਇੰਸਟਰਕਸ਼ਨਾਂ, ਤਾਂ ਬੂਟ ਲੋਡਰ ਹੀ ਕਰਦਾ ਉਹ ਕੰਮ, ਹਨਾ। ਸੋ ਇਹ 1-2 ਚੀਜ਼ਾਂ ਹੁੰਦੀਆਂ ਨੇ ਜਿਹੜੀਆਂ ਕਈ ਵਾਰੀ ਸਕਿਪ ਹੋ ਜਾਂਦੀਆਂ, ਬਾਅਦ ਚ ਯਾਦ ਆਉਂਦੀਆਂ, ਤਾਂ ਲਿਖ ਲਿਓ ਕੋਈ ਗੱਲ ਨਹੀਂ। ਸੋ ਉਵੇਂ ਹੀ ਜਿਹੜਾ ਰੋਮ ਹੁੰਦਾ ਉਹ ਵਾਲਾ ਰੋਮ ਵੱਖਰਾ ਹੁੰਦਾ। ਇੱਥੇ ਸਿਰਫ ਉਹਨੇ ਇੱਕ ਐਜ਼ ਏ ਕਾਨਸੈਪਟ ਲਿਆ ਵੀ ਰੀਡ ਓਨਲੀ ਮੈਮਰੀ ਸੀ ਨਾ ਰੋਮ, ਉਹਦੀ ਪ੍ਰੋਪਰਟੀ ਚੱਕ ਲਈ ਰੀਡ ਓਨਲੀ ਮੈਮਰੀ। CD ਹੈ ਕੰਪੈਕਟ ਡਿਸਕ, ਰੀਡ ਓਨਲੀ ਮੈਮਰੀ। ਇਹ ਆਪਾਂ ਨੂੰ ਭਰੀ ਭਰਾਈ CD ਮਿਲਦੀ ਹੈ, ਜਿੱਥੇ ਗਾਣੇ ਗੂਣੇ ਆਪਾਂ ਲੈ ਆਉਂਦੇ ਆ, ਜਾਂ ਕੋਈ ਸੌਫਟਵੇਅਰ ਦਾ ਉਹਦੇ ਵਿੱਚ ਡਰਾਈਵਰ ਪਏ ਹੁੰਦੇ ਨੇ, ਤਾਂ ਉਹਨੂੰ ਅਸੀਂ ਚੇਂਜ ਨਹੀਂ ਕਰ ਸਕਦੇ। ਬਟ ਜਿਹੜੀ CDR ਹੈ ਇਹ ਖਾਲੀ ਮਿਲਦੀ ਹੈ ਆਪਾਂ ਨੂੰ, ਉਹਦੇ ਵਿੱਚ ਇੱਕ ਵਾਰੀ ਲਿਖ ਸਕਦੇ ਆਪਾਂ। ਕਾਲਜ ਦੇ ਵਿੱਚ ਆਪਣਾ ਪ੍ਰੋਜੈਕਟ ਦੇਣਾ ਹੈ, ਕੋਈ ਵੀ ਥੀਸਿਸ ਦੇਣਾ, ਕੁਐਸਚਨ ਸਬਮਿਟ ਕਰਾਉਣੇ ਨੇ, ਉੱਥੇ ਆਪਾਂ ਖਾਲੀ CD ਲਿਆਉਣੇ ਆ ਜਾਂ DVD ਲਿਆਉਣੇ ਆ, ਉਹਦੇ ਵਿੱਚ ਰਾਈਟ ਕਰਕੇ ਦੇ ਦਿੰਦੇ ਆ, ਦੁਬਾਰੇ ਕੁਛ ਨਹੀਂ ਲਿਖਿਆ ਜਾਂਦਾ। ਇਹਨੂੰ ਵਰਮ ਵੀ ਬੋਲਦੇ ਆ। ਇਹ ਬਹੁਤ ਇੰਪੋਰਟੈਂਟ ਹੈ, ਐਬਰੀਵੇਸ਼ਨ ਪੁੱਛ ਲੈਂਦਾ ਹੁੰਦਾ ਹੈ। ਰਾਈਟ ਵਨਸ ਰੀਡ ਮੈਨੀ, ਰਾਈਟ ਵਨਸ ਇਹ ਲਿਖ ਲਿਓ ਨਾਲ, ਤੇ ਰੀਡ ਮੈਨੀ। ਇਹਦਾ ਉਹੀ ਮੀਨਿੰਗ ਹੈ ਕਿ ਇੱਕ ਵਾਰੀ ਲਿਖ ਸਕਦੇ ਆ, ਰੀਡ ਜਿੰਨੇ ਵਾਰੀ ਮਰਜ਼ੀ ਕਰੀ ਜਾਓ, ਠੀਕ ਹੈ। CDRW ਹੁੰਦਾ ਰੀਰਾਈਟੇਬਲ, ਢਾਲੋ ਲਿਖ ਲਓ, ਢਾਲੋ ਲਿਖ ਲਓ, ਢਾਲੋ ਬਣਾ ਲਓ, ਢਾਲੋ ਬਣਾ ਲਓ, ਹਨਾ। ਸੋ ਇਹ 3 ਤਰ੍ਹਾਂ ਦੀਆਂ ਹੁੰਦੀਆਂ ਨੇ, ਪੁੱਛ ਸਕਦਾ। ਸੋ ਇਹਦੇ ਵਿੱਚ ਕੀ ਰਹਿ ਗਿਆ? ਪਹਿਲੇ ਦਾ ਹੈਗਾ ਦੂਜਾ। ਪਹਿਲੇ ਦਾ ਦੂਜਾ ਕਿਹੜੇ ਦੇ ਵਿੱਚ ਆ ਬਈ? 2 ਦੇ ਵਿੱਚ ਹੈ। ਪਹਿਲਾ ਉੱਡ ਗਿਆ, ਲਾਸਟ ਉੱਡ ਗਿਆ। ਤੇ ਦੂਜੇ ਦਾ ਹੈਗਾ ਤੀਜਾ, ਦੂਜੇ ਦਾ ਤੀਜਾ, ਫਿਰ ਆਨਸਰ C ਹੈ, ਹਨਾ। ਤੀਜੇ ਦਾ ਬਣ ਗਿਆ ਪਹਿਲਾ, ਫਿਰ ਮੈਮਰੀ ਸਟੋਰੇਜ ਡਿਵਾਈਸ, ਫਲੈਸ਼ ਡਰਾਈਵ, ਹਨਾ। ਸੋ ਇੱਕ ਅੱਧਾ ਮੈਚ ਨਹੀਂ ਕਰਦਾ ਹੁੰਦਾ, ਉਹ ਧੱਕੇ ਨਹੀਂ ਪਾ ਦਿੰਦਾ ਹੁੰਦਾ। ਹੁਣ ਮੈਮਰੀ ਸਟੋਰੇਜ ਡਿਵਾਈਸ ਤਾਂ ਸਾਰੇ ਹੀ ਹੈਗੇ, ਦੇਖਿਆ ਜਾਵੇ। ਮੈਮਰੀ ਸਟੋਰੇਜ ਡਿਵਾਈਸ ਜਿਪ ਡਿਸਕ ਵੀ ਹੈ ਤੇ ਆ ਵੀ ਹੈ, ਬਟ ਬਚਿਆ ਫਿਰ ਇਹਦੇ ਨਹੀਂ ਲੱਗੂਗਾ ਹੁਣ ਪਹਿਲੇ ਨਾ। ਸੋ ਐਂ ਵੀ ਪਾ ਦਿੰਦਾ ਉਹ ਵੀ ਜਿਹੜਾ ਸਾਰਿਆਂ ਨਾਲ ਮੈਚ ਕਰਦਾ ਹੋਵੇ, ਠੀਕ ਹੈ ਜੀ। ਅਗਲਾ ਕਹਿੰਦਾ ਵਿਚ ਆਫ ਦੀ ਫੋਲੋਇੰਗ ਇਜ਼ ਮੇਡ ਅਪ ਆਫ ਏ ਸਰਕੂਲਰ ਥਿਨ ਪਲਾਸਟਿਕ ਜੈਕਟ ਕੋਟਡ ਵਿਦ ਮੈਗਨੈਟਿਕ ਮਟੀਰੀਅਲ ਹੋਲਡ ਅਪ ਟੂ 1.44 MB ਡੇਟਾ। ਹੁਣ ਕੋਈ ਕੁਐਸਚਨ ਨਹੀਂ ਹੋਊਗਾ, ਅੱਖਾਂ ਬੰਦ ਕਰਕੇ ਸਿੱਧਾ ਫਲੋਪੀ ਤੇ ਫਟੇ ਚੱਕ ਦੇਵਾਂਗੇ। ਇਹ ਸਾਈਜ਼ ਹੁੰਦੇ ਨੇ 8 ਇੰਚ ਦਾ, 5.25 ਇੰਚ ਦਾ, 5.25 ਇੰਚ। ਦੇਖੋ ਆਹ ਹੁੰਦਾ 3.5 ਇੰਚ, ਠੀਕ ਆ।
ਅਗਲਾ ਕੁਐਸਚਨ ਹੈ ਵਿਚ ਆਫ ਦੀ ਫੋਲੋਇੰਗ ਪੇਅਰਸ ਆਫ ਸੈਕੰਡਰੀ ਡਿਵਾਈਸ ਜਾਂ ਡਿਵਾਈਸਿਸ ਇਜ਼ ਕਰੈਕਟ। ਜਿੱਥੇ ਕਰੈਕਟ ਆ ਗਿਆ ਗੋਲਾ ਮਾਰਨਾ ਹੈ, ਬਹੁਤ ਸਮੇਂ ਤੋਂ ਦੱਸਦਾ ਆ ਰਿਹਾ ਵੀ ਉੱਥੇ ਗਲਤੀ ਕਰਦੇ ਨੇ ਹੁੰਦੇ ਆ ਪੇਪਰ 'ਚ ਆਪਾਂ। ਕਰੈਕਟ ਇਨਕਰੈਕਟ ਆ ਗਿਆ ਗੋਲਾ ਮਾਰੋ। ਸੀਕੁਐਂਸ਼ੀਅਲ ਐਕਸੈਸ ਡਿਵਾਈਸ ਕਿਹੜੇ ਹੁੰਦੇ ਨੇ? ਮੈਗਨੈਟਿਕ ਟੇਪ, ਲਾਸਟ ਵਾਲੇ ਤੁਹਾਨੂੰ ਯਾਦ ਹੋ ਗਿਆ ਹੋਣਾ। ਡਾਇਰੈਕਟ ਐਕਸੈਸ ਕਿਹੜਾ ਹੁੰਦਾ? ਜਿਪ ਡਿਸਕ। ਸੋ ਇਹ ਨੇ ਟੇਪਾਂ ਕਹਿੰਦੇ ਗਿਆ ਸੀ ਮੈਂ, ਰੀਲਾਂ, ਠੀਕ ਆ। VCR ਹੋ ਗਿਆ ਨੋਰਮਲ ਕੈਸਟ ਹੈ, ਇਹ ਹੁੰਦੀ ਹੈ ਮੈਗਨੈਟਿਕ ਟੇਪ, ਤੇ ਇਹ ਹੈਗਾ ਜਿਪ ਡਿਸਕ। ਜਿਪ ਡਿਸਕ ਦੀ ਕੈਪੈਸਿਟੀ 3 ਹੋ ਸਕਦੀਆਂ ਨੇ, ਮੈਂ ਤੁਹਾਨੂੰ ਭੁੱਲ ਗਿਆ ਸੀ 100 MB ਦੱਸਣਾ। 3 ਕੈਪੈਸਿਟੀ ਹੁੰਦੀਆਂ ਨੇ, ਨੋਟ ਕਰ ਲਿਓ, ਨੋਟਸਾਂ ਦੇ ਵਿੱਚ ਵੀ ਚੇਂਜ ਕਰ ਲਿਓ। ਉੱਥੇ ਸ਼ਾਇਦ ਮੈਂ ਕੱਲਾ 250 MB ਦਿੱਤਾ, ਪਤਾ ਨਹੀਂ 100 MB। ਤਾਂ 100 MB ਦੀ ਵੀ ਜਿਪ ਡਿਸਕ ਆਉਂਦੀ ਹੈ, 250 ਦੀ ਵੀ ਆਉਂਦੀ ਹੈ, 750 MB ਦੀ ਵੀ ਆਉਂਦੀ ਹੈ, ਠੀਕ ਹੈ। ਇਹ ਉਹ ਨਹੀਂ ਦਿੰਦੇ ਵਿਆਹਾਂ ਵਾਲੇ ਐਵੇਂ ਜਿਹਦੀਆਂ ਵੀ ਦਿੰਦੇ ਸੀ, ਉਹ ਇਹੋ ਜਿਹੀਆਂ ਵੀ ਦਿੰਦੇ ਸੀ, ਛੋਟੀਆਂ ਛੋਟੀਆਂ ਵੀ, ਜਿਹਨੂੰ BCD ਬੋਲਦੇ ਸੀ ਸ਼ਾਇਦ, ਪਤਾ ਨਹੀਂ BCD ਕਰਕੇ ਆਏ ਜੇ। ਸੋ ਇਹ ਜਿਪ ਡਿਸਕ ਦੀ ਕੈਪੈਸਿਟੀ ਵੀ ਯਾਦ ਰੱਖਿਓ, 100, 250 ਤੇ 750। ਸੋ ਇਹ ਕਦੋਂ ਆ ਗਿਆ? ਕੁਐਸਚਨ ਦੇ ਹਿਸਾਬ ਨਾਲ ਆ ਗਿਆ, ਹਨਾ। ਤਾਂ ਇਹ ਦੋਨੋਂ ਪੇਅਰ ਠੀਕ ਲੱਗਦੇ ਨੇ, ਡਾਇਰੈਕਟ ਐਕਸੈਸ ਆ ਸਮਝਾਉਣ ਦੇ ਲਈ ਆ ਗਿਆ। ਹਾਂ, ਤਾਂ ਜਿਪ ਡਿਸਕ ਹੈ ਜਿਹੜਾ, ਇਹ ਸਾਰੇ ਕੀ ਨੇ? ਡਾਇਰੈਕਟ ਐਕਸੈਸ ਡਿਵਾਈਸ ਨੇ। ਤਾਂ ਗੱਲ ਠੀਕ ਹੋ ਗਿਆ। ਲਾਸਟ ਵਾਲਾ ਕੈਸਟ ਹੈ ਜਿਹੜਾ, ਇਹ ਸੀਕੁਐਂਸ਼ਲ ਹੈ। ਤਾਂ ਫਿਰ ਇਹ ਤਾਂ ਦੋਨੋਂ ਹੀ ਠੀਕ ਨੇ ਕੁਐਸਚਨ, ਠੀਕ ਆ। ਅਗਲਾ ਕੁਐਸਚਨ, ਵਿਚ ਆਫ ਦੀ ਫੋਲੋਇੰਗ ਇਜ਼ ਨੋਟ ਏ ਆਪਟੀਕਲ ਡਿਸਕ। ਦੇਖੋ ਹੁਣੀ ਪੜ੍ਹ ਕੇ ਗਏ ਆਪਾਂ ਇਹਦੇ ਵਿੱਚੋਂ। ਦੇਖੋ ਆਪਟੀਕਲ ਕਿਹੜੀ ਨਹੀਂ ਹੈਗੀ, ਪਹਿਲਾਂ ਸਾਨੂੰ ਆਪਟੀਕਲ ਯਾਦ ਹੋਣੀਆਂ ਚਾਹੀਦੀਆਂ ਨੇ। CD, DVD ਤੇ ਬਲੂ-ਰੇ ਹੈ। ਤਾਂ ਹੁਣ ਆਪਾਂ ਦੇਖੀਏ ਆਪਟੀਕਲ। DVD ਹੈਗਾ, CD ROM ਵੀ ਉਸੇ ਦਾ ਹੀ ਟਾਈਪ ਹੈ, CDR ਵੀ ਮੈਂ ਤੁਹਾਨੂੰ ਕਰਾਤਾ। ਤਾਂ ਮੈਮਰੀ ਕਾਰਡ ਇਜ਼ ਨੋਟ ਏ ਆਪਟੀਕਲ, ਇਟ ਇਜ਼ ਏ ਇਲੈਕਟ੍ਰੋਨਿਕ ਡਿਵਾਈਸ। ਮੈਮਰੀ ਕਾਰਡ ਇਜ਼ ਏ ਇਲੈਕਟ੍ਰੋਨਿਕ ਡਿਵਾਈਸ। ਮੈਮਰੀ ਕਾਰਡ ਇੱਥੇ ਲਿਖਿਆ ਆ ਪਿਆ। ਸੋ ਆ ਰਿਹਾ ਨਜ਼ਾਰਾ ਜ਼ਿੰਦਗੀ ਦੇ ਵਿੱਚ, ਕਿਉਂ ਚੱਕ ਰਹੀ ਹੈ ਨਾ ਫੱਟੇ ਫਿਰ ਮੈਮਰੀ ਹਾਇਰਾਰਕੀ ਆਪਣੀ। ਹਾਂ, ਅਗਲਾ ਕੁਐਸਚਨ ਆ ਗਿਆ, ਕਹਿੰਦਾ ਜਿਪ ਡਿਸਕ, ਡਿਸਕ ਪੈਕ ਐਂਡ ਵਿਨਚੈਸਟਰ ਡਿਸਕ ਆਰ ਐਗਜ਼ਾਮਪਲ ਆਫ ਵਿਚ ਟਾਈਪ ਆਫ ਸੈਕੰਡਰੀ ਸਟੋਰੇਜ ਡਿਵਾਈਸ। ਸੋ ਜਿਪ ਡਿਸਕ ਆਪਾਂ ਨੂੰ ਪਤਾ ਹੈ ਤੇ ਡਿਸਕ ਪੈਕ ਪਤਾ ਹੈ। ਡਿਸਕ ਪੈਕ ਬਹੁਤ ਸਾਰੀਆਂ CD DVD ਨਹੀਂ ਹੋਏ, ਡਿਸਕ ਪੈਕ ਹੁੰਦਾ ਵੀ ਹਾਰਡ ਡਿਸਕ ਦੇ ਵਿੱਚ ਬਹੁਤ ਸਾਰੇ ਪਲੈਟਰ ਲੱਗੇ ਹੁੰਦੇ, ਸ਼ਾਇਦ ਤੁਸੀਂ ਪੜ੍ਹਿਆ ਹੋਵੇ, ਇੱਕ ਤੋਂ ਜ਼ਿਆਦਾ ਪਲੈਟਰ ਲੱਗੇ ਹੁੰਦੇ ਨੇ, ਉਹਨੂੰ ਡਿਸਕ ਪੈਕ ਬੋਲ ਦਿੰਦੇ ਆ। ਇਹ ਸਾਰੀਆਂ ਕਿਹੜੀਆਂ ਨੇ? ਮੈਗਨੈਟਿਕ ਡਿਸਕ ਨੇ, ਕਿਉਂਕਿ ਜਿਪ ਡਿਸਕ ਮੈਗਨੈਟਿਕ ਡਿਸਕ ਹੈ। ਮੈਗਨੈਟਿਕ ਟੇਪ ਵੀ ਨਹੀਂ, ਆਪਟੀਕਲ ਵੀ ਨਹੀਂ ਹੈ। ਮੈਮਰੀ ਸਟੋਰੇਜ ਡਿਵਾਈਸ ਤਾਂ ਹੈਗਾ ਹੀ ਆ, ਪਰ ਮੋਰ ਐਪਰੋਪਰੀਏਟ ਲਾਉਣਾ ਹੁੰਦਾ ਇਹ। ਤਾਂ ਫਿਰ ਆਨਸਰ ਤਾਂ ਮਿੱਤਰੋ ਇਹਦਾ ਇਹ ਹੈ। ਵਿਨਚੈਸਟਰ ਡਿਸਕ ਹੁੰਦਾ ਡਿਸਕ, ਇਹ ਡਿਸਕ ਸਟੈਕ, ਅਨਦਰ ਟਰਮ ਫॉर ਹਾਰਡ ਡਿਸਕ ਡਰਾਈਵ। ਆ ਦੇਖੋ, ਪਹਿਲਾ ਪਲੈਟਰ, ਦੂਜਾ ਪਲੈਟਰ, ਤੀਜਾ, ਚੌਥਾ। ਆ ਰੀਡ ਰਾਈਟ ਹੈਡ ਲੱਗਿਆ ਹੁੰਦਾ ਇਹਦੇ ਵਿੱਚ, ਪੜ੍ਹਨ ਵਾਲਾ, ਲਿਖਣ ਵਾਲਾ, ਹਨਾ। ਸੋ ਸਟੈਕ ਕਿਹਨੂੰ ਬੋਲਦੇ ਆ ਆਪਾਂ? ਜੇ ਹੁਣ ਆਪਾਂ ਇੱਕ ਕੁਰਸੀ ਦੇ ਉੱਪਰ ਕੁਰਸੀਆਂ ਨਹੀਂ ਰੱਖਦੇ ਹੁੰਦੇ ਵਿਆਹਾਂ 'ਚ ਆਪਣੇ, ਲਾਲ ਜਿਹੀਆਂ ਕੁਰਸੀਆਂ ਆਉਂਦੀਆਂ ਟੈਂਟ 'ਚ, ਇਹ 40-50 ਕੁਰਸੀਆਂ, 40 ਤਾਂ ਵੈਸੇ ਨਹੀਂ ਟਿਕਦੀਆਂ ਹੋਣੀਆਂ, ਮਤਲਬ ਤਾਂ 20-25 ਟਿਕ ਜਾਂਦੀਆਂ ਹੋਣਗੀਆਂ। 25 ਕੁਰਸੀਆਂ ਦੀ ਆਪਾਂ ਚੱਠਾ ਜਿਹਾ ਲਾ ਦਈਏ, ਉਹਨੂੰ ਸਟੈਕ ਬੋਲਦੇ ਆ। ਇੱਕ ਦੂਜੇ ਦੇ ਉੱਤੇ ਚੀਜ਼ ਧਰੀ ਜਾਣੀ, ਉਹਨੂੰ ਸਟੈਕ ਬੋਲਦੇ ਆ। ਵੈਸੇ ਡਾਟਾ ਸਟਰਕਚਰ ਹੈ ਕੰਪਿਊਟਰ ਦੇ ਵਿੱਚ ਸਟੈਕ, ਉਹ ਇਸੇ ਪ੍ਰੋਪਰਟੀ ਨੂੰ ਯੂਜ਼ ਕਰਦਾ। ਸਟੈਕ ਲੀਫੋ ਪ੍ਰਿੰਸੀਪਲ ਤੇ ਕੰਮ ਕਰਦਾ। ਲਾਸਟ ਇਨ ਫਸਟ ਹਾਊਸ, ਜਿਹੜੀ ਕੁਰਸੀ ਐਂਡ ਤੇ ਧਰਾਂਗੇ ਤਾਂ ਹਾਂ ਉਹੀ ਪਹਿਲਾਂ ਵਰਤਾਂਗੇ। ਹੁਣ ਥੱਲੇ ਵਾਲੀ ਕੁਰਸੀ ਨਹੀਂ ਕੱਢ ਸਕਦੇ, ਨਿਕਲੇ ਉੱਪਰ ਔਖਾ ਬਹੁਤ ਆ ਕੰਮ। ਜਿਹੜੀ ਲਾਸਟ ਤੇ ਧਰੀ 25 ਨੰਬਰ ਤੇ ਐਂਡ ਤੇ ਗਈ, ਪਹਿਲੀਆਂ 'ਚ ਬਾਹਰ ਆ ਗਈ, ਲੀਫੋ, ਲਾਸਟ ਇਨ ਫਸਟ ਆਊਟ। ਵੈਸੇ ਨਹੀਂ ਪੁੱਛਿਆ ਜਾਊ, ਜੇ ਪੁੱਛ ਸਕਦਾ ਤਾਂ ਐਬਰੀਵੇਸ਼ਨ ਪੁੱਛ ਸਕਦਾ, ਪਰ ਨਹੀਂ, ਉਹ ਕਈ ਵਾਰੀ ਬੜੇ ਡੂੰਘੇ ਤਰੀਕੇ ਨਾਲ ਪਾ ਸਕਦਾ, ਲਾਸਟ ਇਨ ਫਸਟ ਆਊਟ, ਠੀਕ ਆ। ਤਾਂ ਫਿਰ ਆਨਸਰ ਸੀਗਾ B, ਮੈਗਨੈਟਿਕ ਡਿਸਕ। ਅਗਲਾ ਕੁਐਸਚਨ, ਵਿਚ ਆਫ ਦੀ ਫੋਲੋਇੰਗ ਇਜ਼ ਨੋਟ ਕੈਟਾਗਰੀ ਅੰਡਰ ਰੋਮ। ਇਹ ਆਪਾਂ ਨੂੰ ਪਤਾ ਕਿ ਰੋਮ ਦੇ ਵਿੱਚ ਕੈਟਾਗਰੀ ਕਿਹੜੀਆਂ ਹੁੰਦੀਆਂ ਨੇ? ਇੱਕ M ਰੋਮ ਹੁੰਦਾ, ਤੇ ਇੱਕ P ਰੋਮ ਹੁੰਦਾ, ਤੇ ਇੱਕ EP ਰੋਮ ਹੁੰਦਾ, ਤੇ ਇੱਕ ਹੁੰਦਾ EEP ਰੋਮ। M ਰੋਮ ਹੁੰਦਾ ਮਾਸਕਡ ਰੋਮ, ਜਿਹੜੀ ਨਹੀਂ ਲਿਖੀ ਜਾਂਦੀ, ਪਿੱਛੋਂ ਲਿਖਾਈ ਆਉਂਦੀ ਹੈ। P ਰੋਮ ਨੂੰ ਇੱਕ ਵਾਰੀ ਲਿਖ ਸਕਦੇ ਹਾਂ, ਪ੍ਰੋਗਰਾਮੇਬਲ ਰੋਮ, ਤੇ EP ਰੋਮ ਨੂੰ ਵਾਰੀ ਲਿਖ ਸਕਦੇ ਹਾਂ, ਬਟ ਇਲੈਕਟ੍ਰੀਕਲੀ ਨਹੀਂ ਹੈਗਾ ਇਹ, ਅਰੇਜ਼ੇਬਲ ਪ੍ਰੋਗਰਾਮੇਬਲ ਰੋਮ, ਅਲਟਰਾਵਾਇਲਟ ਰੇਜ਼ ਦੇ ਨਾਲ, ਤੇ ਇਹ ਹੁੰਦਾ ਇਲੈਕਟ੍ਰੀਕਲੀ ਰੇਜ਼ੇਬਲ। ਤਾਂ ਇਹ ਤਾਂ ਆਪਾਂ ਨੂੰ ਪਤਾ ਹੀ ਇਲੈਕਟ੍ਰੀਸਿਟੀ ਦੇ ਨਾਲ, ਹਨਾ। ਸੋ ਫਿਰ ਇਹਦਾ ਆਨਸਰ ਕਿਹੜਾ ਨਹੀਂ ਹੈ? EP ਰੋਮ ਹੈਗਾ, EP ਰੋਮ ਵੀ ਹੈਗਾ, P ਰੋਮ ਵੀ ਹੈਗਾ, PP ਰੋਮ ਨਹੀਂ ਹੈਗਾ। ਆਨਸਰ ਹੈਗਾ D। ਨੋਟ ਪੁੱਛਿਆ, ਗੋਲਾ ਲਾਉਣਾ ਭੁੱਲ ਗਏ ਸੀ, ਗੋਲਾ ਐਂ ਕਰਕੇ ਲਾ ਲਾਂਗੇ, ਠੀਕ ਆ। ਸੋ ਰੋਮ ਦੀਆਂ ਟਾਈਪ, ਇਹ ਵਾਲੀ ਡਾਇਗਰਾਮ ਆਪਾਂ ਆਲਰੇਡੀ ਕਰਾ ਚੁੱਕੇ ਆ। ਸੋ ਫਿਰ ਆਨਸਰ ਹੈਗਾ D। ਅਗਲਾ ਕੁਐਸਚਨ ਹੈ, ਇਹ ਤਾਂ ਉਹੀ ਨਹੀਂ ਹੈਗਾ। ਅੱਛਾ, ਬਹੁਤ ਵਧੀਆ ਕੁਐਸਚਨ ਹੈਗਾ। ਦੇਖੋ, ਇਹ ਆਇਆ ਹੋਇਆ 9 ਨਵੰਬਰ 2021 PSPCL। ਇਹਦੇ ਨਾਲ ਦਾ ਹੀ 10 ਨਵੰਬਰ ਨੂੰ ਦੇਖੋ ਕਿਹੋ ਜਿਹਾ ਕੁਐਸਚਨ ਪਾਇਆ, ਆਪਸ਼ਨਾਂ ਉਹਦੇ ਨਾਲ ਦੇ ਮਿਲਦੀਆਂ। ਤਾਂ ਇਹ ਹੁੰਦਾ ਹੈਗਾ ਵੀ
ਪੇਪਰ ਜਦੋਂ 2-3 ਸ਼ਿਫਟਾਂ ਦੇ ਵਿੱਚ ਹੋਊਗਾ ਤਾਂ ਉਹ ਨਾਲ ਦੇ ਹੀ ਪਾਉਂਦਾ। ਹੁਣ ਨੋਟ ਤਾਂ ਪੁੱਛ ਰਿਹਾ, ਬਟ ਨੋਟ ਦੇ ਵਿੱਚ ਨੌਨ ਵੋਲਾਟਾਈਲ ਮੈਮਰੀ ਵਿਚ ਦਾ ਫੋਲੋਇੰਗ ਇਜ਼ ਨੋਟ ਏ ਨੌਨ ਵੋਲਾਟਾਈਲ ਮੈਮਰੀ। ਕਿਹੜੀ ਇਹਨਾਂ ਚੋਂ ਨੌਨ ਵੋਲਾਟਾਈਲ ਨਹੀਂ ਹੈ? ਇਹ ਈਪੀ ਰੋਮ ਦੀ ਹੀ ਟਾਈਪ ਹੈ। ਜਦੋਂ ਰੋਮ ਨੌਨ ਵੋਲਾਟਾਈਲ ਹੈ ਤੇ ਉਹਦੀਆਂ ਟਾਈਪ ਵੀ ਕੀ ਹੋਣਗੀਆਂ? ਨੌਨ ਵੋਲਾਟਾਈਲ। ਫਿਰ ਇਹ ਵੀ ਆਨਸਰ ਨਹੀਂ ਹੈਗਾ, ਜਾਂ ਇਹ ਕਹਿ ਲਓ ਵੀ ਇਹ ਨੌਨ ਵੋਲਾਟਾਈਲ ਹੈਗਾ, ਇਹ ਵੀ ਨੌਨ ਵੋਲਾਟਾਈਲ ਹੈਗਾ, ਪੀ ਰੋਮ ਵੀ ਨੌਨ ਵੋਲਾਟਾਈਲ ਹੈਗਾ। ਡੀ ਰੈਮ, ਇਹ ਰੈਮ ਦੀਆਂ ਟਾਈਪ ਨੇ। ਰੈਮ ਦੀਆਂ 2 ਟਾਈਪ ਨੇ, ਐਸ ਰੈਮ ਤੇ ਡੀ ਰੈਮ। ਤਾਂ ਇਹ ਜਦੋਂ ਐਂ ਕਹਿ ਲਓ ਵੀ ਇਹਨਾਂ ਦੀ ਮੰਮੀ ਜਿਹੜੀ ਹੈ ਉਹ ਵੋਲਾਟਾਈਲ ਹੈ, ਤਾਂ ਫਿਰ ਇਹ ਉਹਦੇ ਬੱਚੇ ਨੇ ਜਾਂ ਉਹਦੀਆਂ ਬੱਚੀਆਂ ਨੇ ਦੋਨੋਂ ਹੀ ਵੋਲਾਟਾਈਲ ਹੋਣਗੀਆਂ। ਤਾਂ ਦਿਸ ਵਨ ਇਜ਼ ਦ ਆਨਸਰ। ਇਟ ਮੀਨਸ ਦਿਸ ਇਜ਼ ਨੋਟ ਏ ਨੌਨ ਵੋਲਾਟਾਈਲ ਮੈਮਰੀ। ਭੱਜਦਾ ਨਹੀਂ ਗਿਆ, ਕੀ ਹੋ ਗਿਆ? ਆਹ ਤਾਂ ਕੀ ਗੜਬੜ ਜੀ ਹੋ ਗਈ। ਹਾਂ, ਤੇ ਆਪਾਂ ਪੜ੍ਹੀਆਂ ਨੇ ਰੈਮ ਤੇ ਰੋਮ, ਹਨਾ? ਤਾਂ ਆ ਇਹਦਾ ਸੀਗਾ ਰੈਮ ਤੇ ਰੋਮ, ਆਲਰੇਡੀ ਕਰਾ ਚੁੱਕਿਆ ਮੈਂ। ਸੋ ਆਨਸਰ ਫਿਰ ਡੀ ਆ। ਅਗਲਾ ਕੁਐਸਚਨ ਕਹਿੰਦਾ ਵਿਚ ਆਫ ਦੀ ਬਿਲੋ ਹੈਲਪਸ ਇਨ ਕਨੈਕਟਿੰਗ ਐਕਸਟਰਨਲ ਡਿਵਾਈਸ ਟੂ ਕੰਪਿਊਟਰ। ਕਹਿੰਦਾ ਕਿਹੜੀ ਚੀਜ਼ ਹੈ ਜਿਹੜੀ ਐਕਸਟਰਨਲ ਬਾਹਰਲੇ ਡਿਵਾਈਸਿਸ ਨੂੰ ਕੰਪਿਊਟਰ ਨਾਲ ਕਨੈਕਟ ਕਰ ਦਿੰਦੇ ਆ? ਹੁਣ ਆਪਾਂ ਹਾਰਡ ਡਿਸਕ ਲਾਉਣੀ ਹੈ, ਚਾਹੇ ਪ੍ਰਿੰਟਰ ਲਾਉਣਾ, ਚਾਹੇ ਕੁਝ ਵੀ ਲਾਉਣਾ, ਕੰਪਿਊਟਰ ਨਾਲ ਜੋੜਨ ਲਈ ਸਾਨੂੰ ਇੱਕ ਤਾਰ ਚਾਹੀਦੀ ਹੈ। ਤੇ ਉਹ ਤਾਰ ਨੂੰ ਅਸੀਂ ਕੀ ਬੋਲਦੇ ਹੁੰਦੇ ਆ? ਉਹਨੂੰ ਅਸੀਂ USB ਬੋਲ ਦਿੰਦੇ ਹੁੰਦੇ ਆ। ਪੈਨ ਡਰਾਈਵ ਵੀ ਹੁੰਦਾ USB ਡਿਵਾਈਸ, ਦਿਖਾ ਵੀ ਦਿੰਦਾ ਆਪਣੇ ਕੋਲੇ ਹੈਗੀ ਆ ਪੈਨ ਡਰਾਈਵ। ਆਹ ਪੈਨ ਡਰਾਈਵ ਦਾ ਜਿਹੜਾ ਮੂੰਹ ਹੁੰਦਾ ਇਹੋ ਜਿਹਾ ਪੋਰਟ ਕੰਪਿਊਟਰ ਦੇ ਵਿੱਚ ਲੱਗਿਆ ਹੁੰਦਾ, ਜਿਹਨੂੰ ਆਪਾਂ ਬੋਲ ਦਿੰਦੇ ਹੁੰਦੇ ਆ USB ਪੋਰਟ। ਤੇ USB ਦੀ ਐਬਰੀਵੇਸ਼ਨ ਪੁੱਛ ਸਕਦਾ ਹੈ, ਯੂਨੀਵਰਸਲ ਸੀਰੀਅਲ ਬੱਸ। ਕੰਪਿਊਟਰ ਦੇ ਵਿੱਚ ਜਿਹੜੀਆਂ ਤਾਰਾਂ ਹੁੰਦੀਆਂ ਨੇ ਉਹਨਾਂ ਨੂੰ ਬੱਸ ਬੋਲਦੇ ਆ। 3 ਤਰ੍ਹਾਂ ਦੀਆਂ ਤਾਰਾਂ ਨੇ, ਐਡਰੈਸ ਬੱਸ, ਡਾਟਾ ਬੱਸ ਤੇ ਕੰਟਰੋਲ ਬੱਸ। CONTROL ਕੰਟਰੋਲ। ਤੇ ਜਿਹੜੀ ਐਡਰੈਸ ਬੱਸ ਹੈ ਇਹ ਯੂਨੀ ਡਾਇਰੈਕਸ਼ਨਲ ਹੈ। ਇਹ ਗੱਲਾਂ ਯਾਦ ਰੱਖ ਲਿਓ। ਡਾਟਾ ਬੱਸ ਤੇ ਕੰਟਰੋਲ ਬੱਸ ਨੇ ਜਿਹੜੀਆਂ ਇਹ ਬਾਈ ਡਾਇਰੈਕਸ਼ਨਲ ਨੇ। ਮੈਂ ਕਿਸੇ ਹੋਰ ਵੀਡੀਓ 'ਚ ਕਰਾਉਂਗਾ ਜਿੱਥੇ ਇਹਦਾ ਕੁਐਸਚਨ ਪੁੱਛਿਆ ਜਾਊਗਾ। ਫਿਲਹਾਲ ਤੁਸੀਂ ਲਿਖ ਸਕਦੇ ਹੋ ਕਿ ਐਡਰੈਸ ਬੱਸ ਯੂਨੀ ਡਾਇਰੈਕਸ਼ਨਲ ਹੈ, ਡਾਟਾ ਬੱਸ ਤੇ ਕੰਟਰੋਲ ਬੱਸ ਹੈ ਜਿਹੜੀਆਂ ਬਾਈ ਡਾਇਰੈਕਸ਼ਨਲ ਹੈ। ABC ਲਿਖ ਲਓ ਪੂਰੀ। ਆ ਦੇਖੋ ABC। B ਦੇ ਇੱਧਰ ਵੀ ਅੱਖਰ ਹੈ, ਇੱਧਰ ਵੀ ਅੱਖਰ ਹੈ, ਬਾਈ ਡਾਇਰੈਕਸ਼ਨਲ ਹੋ ਗਿਆ। C ਦੇ ਇੱਧਰ ਵੀ ਅੱਖਰ ਹੈ, ਇੱਧਰ ਵੀ ਅੱਖਰ ਹੈ, ਬਾਈ ਡਾਇਰੈਕਸ਼ਨਲ ਹੋ ਗਿਆ। A ਦੇ ਇੱਧਰਲੇ ਪਾਸੇ ਅੱਖਰ ਆਉਂਦਾ ਤਾਂ ਯੂਨੀ ਡਾਇਰੈਕਸ਼ਨਲ, ਇੱਕੋ ਹੀ ਡਾਇਰੈਕਸ਼ਨ 'ਚ ਜਾਂਦਾ, ਇੱਧਰ ਕੋਈ ਅੱਖਰ ਹੈ ਹੀ ਨਹੀਂ। ਐਂ ਯਾਦ ਰੱਖ ਲਿਓ, ਠੀਕ ਹੈ? ਸੋ ਫਿਰ ਆਨਸਰ ਹੋ ਗਿਆ D। ਆ ਦੇਖੋ ਇਹ USB ਨੇ, ਠੀਕ ਹੈ? USB ਦੀਆਂ ਵੀ ਟਾਈਪ ਹੁੰਦੀਆਂ ਨੇ, A ਟਾਈਪ ਹੈ, B ਟਾਈਪ ਹੈ, USB 3 ਹੈ। ਅੱਜ ਕੱਲ ਆ ਯੂਜ਼ ਹੁੰਦਾ ਕੰਪਿਊਟਰ ਦੇ ਵਿੱਚ। ਆ ਪੁਰਾਣੀਆਂ ਹੋ ਗਈਆਂ A ਤੇ B, ਠੀਕ ਹੈ? ਇਹ ਸਟੈਂਡਰਡ ਯੂਜ਼ ਹੁੰਦਾ। ਫਿਰ ਮਿੰਨੀ ਦੀ ਆਪਾਂ ਗੱਲ ਕਰੀਏ, USB ਮਿੰਨੀ, USB ਮਾਈਕਰੋ, USB C। ਅੱਜ ਕੱਲ ਜ਼ਿਆਦਾਤਰ ਇਹ ਪੋਰਟ ਯੂਜ਼ ਹੁੰਦਾ ਮੋਬਾਈਲ ਫੋਨ ਦੀਆਂ। ਆ ਫੋਨ ਦੀਆਂ ਨੇ। ਸੋ ਇਹਦੇ ਵਿੱਚ ਇਹ C ਟਾਈਪ ਕੇਬਲ। ਆਪਾਂ ਪੁੱਛਦੇ ਨਹੀਂ ਵੀ ਕਿਹੜਾ ਚਾਰਜਰ ਲੱਗੂਗਾ ਯਾਰ, C ਟਾਈਪ ਹੈ। ਸੋ ਇਹ ਹੈ C ਟਾਈਪ, ਠੀਕ ਹੈ? ਅਗਲਾ ਕੁਐਸਚਨ ਹੈ, ਇਹ 12 ਨੰਬਰ ਦਾ ਹੈ। ਦੇਖੋ PSPCL ਦਾ, ਵਿਚ ਆਫ ਦਾ ਫੋਲੋਇੰਗ ਇਜ਼ ਨੋਟ ਏ ਵੈਲਿਡ ਰੋਮ ਰੀਡ ਓਨਲੀ। ਸੌਰੀ, ਪਿੱਛੇ ਉਹਨੇ ਨੌਨ ਵੋਲਾਟਾਈਲ ਪੁੱਛ ਲਿਆ ਸੀ, ਇੱਥੇ ਕੀ ਪੁੱਛ ਲਿਆ? ਨੋਟ ਏ ਵੈਲਿਡ ਰੀਡ ਓਨਲੀ। ਕਹਿੰਦਾ ਵੈਲਿਡ ਰੋਮ ਨਹੀਂ ਹੈ ਕਿਹੜੀ, ਜਿਵੇਂ ਆਪਾਂ ਪਿੱਛੇ ਉਹਨੇ 10 ਵਾਲੇ ਦੇ ਵਿੱਚ ਪੁੱਛਿਆ ਸੀ, ਉਹ ਵੀ ਇਹਦਾ ਹੀ ਕੁਐਸਚਨ ਹੈ। ਤਾਂ EP ਰੋਮ ਵੀ ਹੈਗਾ, P ਰੋਮ ਵੀ ਹੈਗਾ, EP ਰੋਮ ਵੀ ਹੈਗਾ, ਆ ਨਹੀਂ ਹੈਗਾ। ਸੋ ਇਹ ਆਨਸਰ ਹੈ ਇਹਦਾ, ਠੀਕ ਹੈ? ਸੋ ਇਸ ਦੇ ਵਿੱਚੋਂ ਹੀ ਹੋ ਜਾਊਗਾ। ਅਗਲਾ, ਵਿਚ ਆਫ ਦੀ ਫੋਲੋਇੰਗ ਇਜ਼ ਨੌਨ ਵੋਲਾਟਾਈਲ ਮੈਮਰੀ। ਬਹੁਤ ਸੌਖਾ ਕੰਮ ਹੈ, ਨੌਨ ਵੋਲਾਟਾਈਲ ਤੇ ਗੋਲਾ ਮਾਰ ਲਵਾਂਗੇ। ਤੇ ਵਰਚੁਅਲ ਮੈਮਰੀ, ਕੈਸ਼ੇ ਮੈਮਰੀ, ਨੌਨ ਵੋਲਾਟਾਈਲ ਪੁੱਛ ਰਿਹਾ ਨਾ। ਵਿਚ ਆਫ ਦੀ ਫੋਲੋਇੰਗ ਇਜ਼ ਨੌਨ ਵੋਲਾਟਾਈਲ, ਮੇਨ ਮੈਮਰੀ, ਕੈਸ਼ੇ ਮੈਮਰੀ, ਰੀਡ ਓਨਲੀ ਮੈਮਰੀ। ਰੀਡ ਓਨਲੀ ਮੈਮਰੀ ਰੈਮ, ਉਲਝ ਗਿਆ ਮੈਂ ਵੀ। ਜਿਹੜੀ ਕੈਸ਼ੇ ਮੈਮਰੀ ਹੈ ਇਹ ਵੀ ਕੀ ਹੈ? ਵੋਲਾਟਾਈਲ ਹੈ। ਮੇਨ ਮੈਮਰੀ ਹੈ, ਦੇਖੋ ਮੇਨ ਮੈਮਰੀ ਮੈਂ ਤੁਹਾਨੂੰ ਕਿਹਾ ਸੀ ਨਾ ਵੀ ਮੇਨ ਮੈਮਰੀ ਦਾ ਪੁੱਛ ਸਕਦਾ ਹੈ। ਹੁਣ ਮੇਨ ਮੈਮਰੀ 'ਚ ਤਾਂ 2 ਆ ਗਈਆਂ, ਰੈਮ ਵੀ ਆ ਗਿਆ ਤੇ ਰੋਮ ਵੀ ਆ ਗਿਆ। ਨਾ ਤਾਂ ਹੁਣ ਇਹਨੂੰ ਵੋਲਾਟਾਈਲ ਕਹਿ ਸਕਦੇ, ਨਾ ਨੌਨ ਵੋਲਾਟਾਈਲ। ਤਾਂ ਇਹ ਕੋਈ ਡਿਸੀਜਨ ਨਹੀਂ ਦੇ ਰਿਹਾ ਸਾਨੂੰ। ਕੈਸ਼ੇ ਮੈਮਰੀ ਸਾਨੂੰ ਪਤਾ ਹੈ ਵੋਲਾਟਾਈਲ ਹੁੰਦੀ ਹੈ। ਵਰਚੁਅਲ ਮੈਮਰੀ ਵੀ ਆਪਣੇ ਕੋਲੇ ਐਜ਼ ਏ ਵੋਲਾਟਾਈਲ ਹੀ ਕੰਮ ਕਰਦੇ, ਕਿਉਂਕਿ ਵਰਚੁਅਲ ਮੈਮਰੀ ਦਾ ਕਨਸੈਪਟ ਮੈਂ ਅੱਗੇ ਕਰਾਉਂਗਾ। ਹਾਰਡ ਡਿਸਕ ਦੇ ਵਿੱਚ ਆਪਾਂ ਰੈਮ ਦੀ ਸਟੋਰੇਜ ਹੈ ਜਿਹੜੀ ਉਹ ਫਿਕਸ ਕਰ ਲੈਂਦੇ ਆ। ਰੈਮ ਨੂੰ ਐਜ਼ ਏ ਹਾਰਡ ਡਿਸਕ ਵਰਤਦੇ ਆ ਤਾਂ ਉਹ ਡੇਟਾ ਉੱਡ ਜਾਂਦਾ ਹੈ, ਕਿਉਂਕਿ ਇਹ ਰੈਮ ਦੀ ਤਰ੍ਹਾਂ ਬਿਹੇਵ ਕਰਦੀ ਹੈ, ਇਹ ਰੈਮ ਦੀ ਤਰ੍ਹਾਂ ਹੈਲਪ ਕਰਦੀ ਹੈ। ਤਾਂ ਰੈਮ ਦਾ ਨੇਚਰ ਕੀ ਹੈ? ਵੋਲਾਟਾਈਲ ਹੈ। ਤਾਂ ਇਹ ਵੀ ਕੀ ਹੋ ਜੂਗੀ? ਵੋਲਾਟਾਈਲ। ਤਾਂ ਆਨਸਰ ਇੱਕੋ ਹੀ ਬਚ ਗਿਆ, ਰੀਡ ਓਨਲੀ ਮੈਮਰੀ।
ਰੋਮ ਆਪਾਂ ਪੜਿਆ ਹੋਇਆ ਨॉन ਵੋਲਾਟਾਈਲ ਹੈ, ਤਾਂ ਰੋਮ ਪੜਿਆ ਹੋਇਆ ਸੀਗਾ ਨॉन ਵੋਲਾਟਾਈਲ, ਤਾਂ ਆਂਸਰ ਉਹੀ ਹੋ ਗਿਆ। ਠੀਕ ਆ, ਤਾਂ ਆਂਸਰ ਹੋ ਗਿਆ ਡੀ। ਅਗਲਾ ਕੁਐਸਚਨ ਹੈ, ਦੀ ਮੋਸਟ ਫ੍ਰੀਕੁਐਂਟਲੀ ਯੂਜ਼ਡ ਇੰਸਟਰਕਸ਼ਨ ਆਫ ਅ ਕੰਪਿਊਟਰ ਪ੍ਰੋਗਰਾਮ ਆਰ ਲਾਈਕਲੀ ਟੂ ਬੀ ਫੈਚਡ ਫਰੋਮ। ਦੇਖੋ ਸ਼ਾਇਦ ਮੈਂ ਤੁਹਾਨੂੰ ਇੱਥੇ ਇੱਕ ਥੋੜੀ ਜਿਹੀ ਗੱਲ ਦੱਸਣੀ ਭੁੱਲ ਗਿਆ, ਦੱਸ ਦੇਣਾ, ਐਡ ਅਪ ਕਰ ਲਿਓ। ਜਿਹੜਾ ਰਜਿਸਟਰ ਹੁੰਦਾ ਹੈ, ਇਹ ਜਿੰਨੀਆਂ ਵੀ ਅਰਥਮੈਟਿਕ ਆਪਰੇਸ਼ਨ ਹੁੰਦੇ ਨੇ, ਚਾਹੇ ਐਡੀਸ਼ਨ ਹੈ, ਚਾਹੇ ALU ਦੇ ਵਿੱਚ ਇੱਕ CPU ਦਾ ਪਾਰਟ ਹੁੰਦਾ ਨਾ ਅਰਥਮੈਟਿਕ ਲੌਜਿਕ ਆਪਰੇਸ਼ਨ, ਜਿੰਨੇ ਵੀ ਆਪਰੇਸ਼ਨ ਪਰਫਾਰਮ ਹੁੰਦੇ ਨੇ, ਮੈਂ ਪੰਜਾਬ ਪੁਲਿਸ ਜਿਹੜੇ ਸਬ ਇੰਸਪੈਕਟਰ ਦੇ ਆਪਾਂ ਪੁਰਾਣੇ ਕੁਐਸਚਨ ਕੀਤੇ ਸੀ, ਉਹਦੇ ਵਿੱਚ ਮੈਂ ਦੱਸਿਆ ਸੀ ਤੁਹਾਨੂੰ ਵੀ ਰਜਿਸਟਰ ਕਿਹੜੇ ਕਿਹੜੇ ਹੁੰਦੇ ਨੇ। ਪ੍ਰੋਗਰਾਮ ਕਾਊਂਟਰ ਹੁੰਦਾ ਹੈ, ਇੱਕ ਇੰਸਟਰਕਸ਼ਨ ਰਜਿਸਟਰ ਹੁੰਦਾ ਹੈ, ਮੈਮਰੀ ਐਡਰੈਸ ਰਜਿਸਟਰ ਹੁੰਦਾ ਹੈ, ਮੈਮਰੀ ਡੇਟਾ ਰਜਿਸਟਰ ਹੁੰਦਾ ਹੈ, ਮੈਮਰੀ ਬਫਰ ਰਜਿਸਟਰ ਹੁੰਦਾ ਹੈ ਨਾ। ਉਹਨਾਂ ਦਾ ਕੰਮ ਉਸ ਲੈਵਲ ਦੇ ਪੇਪਰਾਂ 'ਚ ਆਪਾਂ ਨੂੰ ਉਹਨੇ ਪੁੱਛਿਆ ਸੀ, ਬਟ PSSB ਦੇ ਲੈਵਲ ਦੇ ਵਿੱਚ ਰਜਿਸਟਰ ਨਹੀਂ ਪੁੱਛਦਾ, ਤਾਂ ਕਰਕੇ ਆਪਾਂ ਰਜਿਸਟਰਾਂ ਦੀ ਫੰਕਸ਼ਨਿੰਗ ਤੇ ਨਹੀਂ ਜਾਵਾਂਗੇ। ਇੰਨੀ ਗੱਲ ਇੱਕ ਯਾਦ ਰੱਖ ਲਿਓ ਵੀ ਰਜਿਸਟਰ ਦੇ ਵਿੱਚ ਜਿੰਨੇ ਵੀ ਆਪਰੇਸ਼ਨ ਪਰਫਾਰਮ ਹੁੰਦੇ ਨੇ ਕੰਪਿਊਟਰ ਦੇ ਵਿੱਚ ਜਾਂ CPU ਦੇ ਵਿੱਚ, ਉਹ ਕਾਹਦੇ 'ਚ ਪਰਫਾਰਮ ਹੁੰਦੇ ਨੇ, ਉਹ ਰਜਿਸਟਰ ਦੇ ਵਿੱਚ ਪਰਫਾਰਮ ਹੁੰਦੇ ਨੇ। ਠੀਕ ਆ, ਤਾਂ ਕੈਸ਼ੇ ਮੈਮਰੀ ਕੀ ਸਟੋਰ ਕਰਦੀ ਹੈ, ਯੂਜ਼ ਟੂ ਸਟੋਰ ਮੋਸਟ ਫ੍ਰੀਕੁਐਂਟਲੀ ਯੂਜ਼ਡ ਡੇਟਾ। ਮੋਸਟ ਫ੍ਰੀਕੁਐਂਟਲੀ ਯੂਜ਼ਡ ਡੇਟਾ। ਜਾਂ ਆਪ ਇੱਕ ਲੇਮੈਨ ਐਗਜ਼ਾਮਪਲ ਲੈ ਲੈਂਦੇ, ਆਪਾਂ ਐ ਸਮਝਦੇ ਹਾਂ ਵੀ ਜਿਹੜੀਆਂ ਆਹ ਮੈਮਰੀ ਨੇ ਤਾਂ ਸਹਾਇਕ ਮੈਮਰੀ ਨੇ, ਕੰਪਿਊਟਰ ਦੇ ਵਿੱਚ ਤਾਂ ਆਹੀ ਮੈਮਰੀ ਕੰਮ ਕਰਦੀਆਂ ਨੇ। ਜਿਹੜੀ ਆਹ ਮੈਮਰੀ ਹੈ, ਇਹ ਤਾਂ ਮੈਮਰੀ ਹੈਗੀ ਹੈ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਤੇ ਪੋਰਟੇਬਲ ਕਰਨ ਵਾਸਤੇ। ਜਿਵੇਂ ਡੋਲੂ ਤੇ ਜੱਗ ਹੁੰਦੇ ਨੇ, ਆਪਣੇ ਘਰੇ ਭਾਂਡੇ ਹੁੰਦੇ ਨੇ, ਡੋਲੂ ਤੇ ਜੱਗ ਮੋਸਟਲੀ ਕੀ ਕਰਦੇ ਨੇ, ਟਰੈਵਲਿੰਗ ਦਾ ਕੰਮ ਕਰਦੇ ਨੇ। ਜਿਵੇਂ ਪਿੰਡਾਂ ਦੇ ਵਿੱਚ ਆਪਣੇ ਰਿਵਾਜ ਹੈ, ਕਿਸੇ ਦੇ ਵਿਆਹ ਹੋਵੇ ਤਾਂ ਆਪਾਂ ਦੁੱਧ ਫੜਾਏ ਆਉਂਦੇ ਆ, ਕੋਈ ਜੱਗ ਜੁੱਗ ਹੈਗਾ ਡੋਲੂ ਚੌਲ ਪਾ ਲਏ, ਕੋਈ ਲੰਗਰ ਲੱਗਿਆ, ਕੋਈ ਛਬੀਲ ਲੱਗਿਆ, ਪਾਣੀ ਲੈ, ਤਾਂ ਉਹ ਕੀ ਕਰਦੇ ਨੇ, ਐਜ਼ ਏ ਟਰਾਂਸਪੋਰਟ ਦਾ ਕੰਮ ਕਰਦੇ ਨੇ। ਤਾਂ ਆਹ ਸਮਝ ਲਓ ਡੋਲੂ ਤੇ ਜੱਗ ਨੇ ਕੰਪਿਊਟਰ ਦੇ। SSD ਤਾਂ ਚੱਲ ਵਿੱਚ ਹੀ ਹੁੰਦੀ ਹੈ ਇਹਦੇ, ਇਹ ਤਾਂ ਡੋਲੂ ਜੱਗ ਨਹੀਂ ਕੰਮ ਕਰਦਾ। ਮੈਮਰੀ ਕਾਰਡ ਹੋ ਗਿਆ, SD ਕਾਰਡ, ਪੈਨ ਡਰਾਈਵ, ਇਹ ਡਾਟਾ ਦਾ ਟਰਾਂਸਪੋਰਟੇਸ਼ਨ ਕਰਾਉਂਦੇ ਨੇ ਇੱਕ ਕੰਪਿਊਟਰ ਤੋਂ ਦੂਜੇ ਕੰਪਿਊਟਰ ਦੇ ਵਿੱਚ, ਇਹਨਾਂ ਦਾ ਤਾਂ ਇੰਨਾ ਕੁ ਰੋਲ ਹੈ। SSD ਚਲੋ ਵਿੱਚ ਹੁੰਦੀ ਹੈ। ਰਜਿਸਟਰ ਕੰਪਿਊਟਰ ਦੇ ਵਿੱਚ ਹੁੰਦਾ ਕੈਸ਼ੇ, ਰੈਮ ਤੇ ਹਾਰਡ ਡਿਸਕ। ਤਾਂ ਇਹ ਸਮਝ ਲੈਣੇ ਆਪਾਂ। ਇੱਕ ਨੂੰ ਲਾਇਬ੍ਰੇਰੀ ਦੀ ਐਗਜ਼ਾਮਪਲ ਲੈ ਲੈਂਦੇ ਹਾਂ, ਜਿਹੜੀ ਤੁਹਾਨੂੰ ਨਜ਼ਾਰਾ ਲਿਆ ਦੂਗੀ, ਹੈ ਨਾ। ਇਹ ਇੱਕ ਲਾਇਬ੍ਰੇਰੀ ਹੈ ਜਿਹਦੇ ਵਿੱਚ ਬਹੁਤ ਸਾਰੀਆਂ ਕਿਤਾਬਾਂ ਪਈਆਂ ਨੇ, 20-25 ਲੱਖ ਕਿਤਾਬਾਂ ਪਈਆਂ ਨੇ। ਸਾਰੀਆਂ ਸਾਨੂੰ ਚਾਹੀਦੀਆਂ ਨਹੀਂ, ਅਸੀਂ ਹੋਰ ਸਬਜੈਕਟ ਦੇ ਆ। ਮੰਨ ਲਓ ਤੁਸੀਂ, ਤੁਹਾਡਾ ਕਹਿ ਲਓ ਵੀ ਹਿਸਟਰੀ ਸਬਜੈਕਟ ਹੈ, ਤਾਂ ਹਿਸਟਰੀ ਦੀਆਂ ਕਿਤਾਬਾਂ ਕੰਮ ਤੁਸੀਂ ਇੱਥੇ ਕਰਨਾ ਹੈ ਰੈਮ ਦੇ ਵਿੱਚ, ਹੈ ਨਾ, ਜਾਂ ਐਂ ਕਹਿ ਲਓ ਵੀ ਇੱਥੇ ਕੰਮ ਕਰਨਾ। ਇੱਥੇ ਆ CPU ਦੇ ਵਿੱਚ ਆਪਾਂ ਕਿਹਾ ਸੀ ਮੈਮਰੀ ਹੁੰਦੀਆਂ ਨੇ, ਇਹ CPU ਹੈ। ਸਾਰੇ ਆਪਰੇਸ਼ਨ ਰਜਿਸਟਰ ਦੇ ਵਿੱਚ ਪਰਫਾਰਮ ਹੋਣੇ ਨੇ। ਤਾਂ ਆ ਇੱਕ ਲਾਇਬ੍ਰੇਰੀ ਆ, ਲਾਇਬ੍ਰੇਰੀ ਦੇ ਵਿੱਚੋਂ ਇਸ ਸਮੈਸਟਰ ਦੇ ਵਿੱਚ ਤੁਹਾਨੂੰ 10 ਕਿਤਾਬਾਂ ਚਾਹੀਦੀਆਂ ਨੇ, ਤੇ ਇਹ 10 ਨੂੰ ਲਿਆ ਕੇ ਆਪਦੇ ਰੂਮ 'ਚ ਰੱਖ ਲਓ। ਆ ਰੈਮ ਤੁਹਾਡਾ ਐਜ਼ ਏ ਰੂਮ ਐਕਟ ਕਰੂਗਾ। ਘਰੇ ਇਸ਼ੂ ਕਰਾ ਲਿਆ ਏ ਆਪਾਂ ਨੂੰ 6 ਮਹੀਨਿਆਂ ਜਾਂ 3 ਮਹੀਨਿਆਂ ਵਾਸਤੇ, ਜੇ ਤੁਹਾਡੀ JRF ਹੈ ਤਾਂ 3 ਮਹੀਨਿਆਂ ਵਾਸਤੇ ਇਸ਼ੂ ਕਰ ਦਿੰਦੇ ਨੇ, ਬਾਕੀ ਨਹੀਂ 14-15 ਦਿਨਾਂ ਦਾ। ਹਰੇਕ ਲਾਇਬ੍ਰੇਰੀ ਦਾ ਆਪਣਾ ਹਿਸਾਬ ਹੁੰਦਾ। ਤੁਹਾਨੂੰ 10 ਦਿਨਾਂ ਵਾਸਤੇ ਇਹ ਕਿਤਾਬਾਂ ਇਸ਼ੂ ਹੋ ਗਈਆਂ, 10 ਦਿਨਾਂ ਨਹੀਂ, 10 ਕਿਤਾਬਾਂ 3 ਮੰਥ ਵਾਸਤੇ ਇਸ਼ੂ ਹੋ ਗਈਆਂ, ਤਾਂ ਆਪਣੇ ਰੂਮ 'ਚ ਲਿਆ ਕੇ ਰੱਖ ਲਈਆਂ, ਤਾਂ ਸਮਾਂ ਬਚ ਗਿਆ। ਤਾਂ ਰੂਮ ਦੇ ਵਿੱਚੋਂ ਸਾਰੀਆਂ ਪੜ੍ਹਨੀਆਂ ਨਹੀਂ, ਰੂਮ ਦੀਆਂ 10 ਕਿਤਾਬਾਂ ਦੇ ਵਿੱਚੋਂ 3 ਕਿਤਾਬਾਂ ਸੀ ਜਿਹੜੀਆਂ ਅਸੀਂ ਆਪਣੇ ਟੇਬਲ ਤੇ ਰੱਖ ਲਈਆਂ, ਤਾਂ ਕੈਸ਼ੇ ਸਾਡਾ ਐਜ਼ ਏ ਟੇਬਲ ਐਕਟ ਕਰੂਗਾ। ਇਹ ਟੇਬਲ ਦੇ 3 ਵਿੱਚੋਂ ਵੀ ਅਸੀਂ ਇੱਕ ਕਿਤਾਬ ਪੜ੍ਹਨੀ ਸੀ ਜਿਹੜੀ ਸਾਡੇ ਹੈਂਡਸ ਦੇ ਵਿੱਚ ਆ ਗਈ, ਹੱਥਾਂ ਦੇ ਵਿੱਚ ਆ ਗਈ। ਤਾਂ ਕੰਮ ਤਾਂ ਸਾਰਾ ਹੱਥਾਂ ਨੇ ਕਰਨਾ, ਵੀ ਦਿਮਾਗ ਨੇ ਪੜ੍ਹਨਾ ਹੋਣਾ ਹੈ, ਕੋਈ ਵੀ ਹੱਥ ਤਾਂ ਕੀ ਪੜ੍ਹਨਗੇ, ਪਰ ਹੱਥਾਂ 'ਚ ਰੱਖ ਕੇ ਹੀ ਪੜਾਂਗੇ ਨਾ, ਇਹ ਕਿਤਾਬ ਨੂੰ ਐ ਰੱਖ ਕੇ। ਤਾਂ ਰਜਿਸਟਰ ਕੀ ਕਰਦਾ, ਉਹ ਹੱਥਾਂ ਵਾਲਾ ਕੰਮ ਪ੍ਰੋਵਾਈਡ ਕਰਾਉਂਦਾ ਦਿਮਾਗ ਦੇ ਲਈ। CPU ਦੇ ਲਈ ਰਜਿਸਟਰ ਇੱਕ ਹੱਥ ਨੇ, ਉਹਦੇ ਨਾਲ ਆਪਾਂ ਪੇਜ ਅੱਗੇ ਪਿੱਛੇ ਕਰ ਸਕਦੇ ਹਾਂ। ਤਾਂ ਰਜਿਸਟਰ ਇੱਕ ਹੈਂਡ ਦੀ ਤਰ੍ਹਾਂ ਐਕਟ ਕਰਦੇ ਨੇ। ਕੈਸ਼ੇ ਆਪਣਾ ਟੇਬਲ ਹੈ, ਚਾਹੇ ਬੈੱਡ ਹੈ, ਜਿੱਥੇ ਬੈਠ ਕੇ ਪੜ੍ਹ ਰਹੇ ਹੋ ਉੱਥੇ ਆਪਾਂ 3 ਕਿਤਾਬਾਂ ਰੱਖ ਲਈਆਂ। ਆਪਣੇ ਕਮਰੇ ਦੇ ਵਿੱਚ ਜਿੱਥੇ ਮਰਜ਼ੀ ਰੈਕ ਲੱਗਿਆ ਹੋਇਆ, ਚਾਹੇ ਉਹੀ ਸਿੱਟ ਲਈਆਂ ਲਿਜਾ ਕੇ, ਉਹ ਰੂਮ ਹੈ, ਰੈਮ ਹੈ। ਤੇ ਹਾਰਡ ਡਿਸਕ ਸਾਡੀ ਇੱਕ ਲਾਇਬ੍ਰੇਰੀ ਹੈ। ਹਾਰਡ ਡਿਸਕ ਦੇ ਵਿੱਚ ਬਹੁਤ ਡੇਟਾ ਪਿਆ ਹੁੰਦਾ। ਤਾਂ ਜੇ ਆਪਾਂ ਗੱਲ ਕਰੀਏ ਮੋਸਟ ਫ੍ਰੀਕੁਐਂਟਲੀ ਡੇਟਾ ਕਿੱਥੇ ਸਟੋਰ ਹੋਊਗਾ, ਰਜਿਸਟਰ ਦੇ ਵਿੱਚ ਤਾਂ ਨਹੀਂ ਹੋਊਗਾ, ਕਿਉਂਕਿ ਇੱਥੇ ਤਾਂ ਅਸੀਂ ਵਰਤ ਹੀ ਰਹੇ ਹਾਂ, ਕੰਮ ਕਰ ਰਹੇ ਹਾਂ। ਮੋਸਟ ਫ੍ਰੀਕੁਐਂਟਲੀ ਕੈਸ਼ੇ ਦੇ ਵਿੱਚ ਹੋਊਗਾ, ਟੇਬਲ ਤੇ ਹੋਊਗਾ, ਦੂਜੀ ਕਿਤਾਬ ਬਦਲ ਕੇ ਚੱਕ ਲਾਂਗੇ। ਤੇ ਰੂਮ ਇੱਥੇ ਸਾਡਾ ਹੋਊਗਾ ਫ੍ਰੀਕੁਐਂਟਲੀ ਯੂਜ਼ਡ, ਜਿਹੜੀਆਂ ਇਸ ਸਮੈਸਟਰ 'ਚ ਕਿਤਾਬਾਂ ਚਾਹੀਦੀਆਂ ਨੇ। ਇੱਥੇ ਮੋਸਟ ਫ੍ਰੀਕੁਐਂਟਲੀ, ਇਹਦੇ ਤੇ ਕੁਐਸਚਨ ਪੁੱਛੇ ਗਏ, ਮੈਂ ਤਾਂ ਡੀਪ 'ਚ ਕਰਾਉਣ ਲੱਗਾ ਤੁਹਾਨੂੰ।
ਰੈਮ ਦੇ ਵਿੱਚ ਡਾਟਾ ਸਟੋਰ ਹੋਊਗਾ ਫ੍ਰੀਕੁਐਂਟਲੀ ਯੂਜ਼ਡ ਡਾਟਾ ਤੇ ਕੈਸ਼ੇ ਦੇ ਵਿੱਚ ਸਟੋਰ ਹੋਊਗਾ ਮੋਸਟ ਫ੍ਰੀਕੁਐਂਟਲੀ ਯੂਜ਼ਡ ਡਾਟਾ। ਕਲੀਅਰ ਹੋਈ ਗੱਲ? ਤਾਂ ਹੁਣ ਇਹ ਮੈਮਰੀ ਹਾਇਰਾਰਕੀ ਦੀ ਲੋੜ ਕਿਉਂ ਪਈ ਇਹ ਵੀ ਸਮਝ ਲਓ ਨਾਲ ਨਾਲ। ਜੇ ਲੈਵਲ ਨਹੀਂ ਹੈਗੇ ਤਾਂ ਸਾਨੂੰ ਕੈਸ਼ੇ ਤੇ ਰੈਮ ਨਹੀਂ ਹੈਗੀਆਂ, ਡਾਇਰੈਕਟ ਪਹਿਲੀ ਕਿਤਾਬ ਤੋਂ ਬਾਅਦ ਰਾਤ ਨੂੰ 12 ਵਜੇ ਤੁਸੀਂ ਕਿਤਾਬ ਫਿਨਿਸ਼ ਕਰਤੀ, ਫਿਰ ਜਾ ਕੇ ਲਾਇਬ੍ਰੇਰੀ ਖਿਲਾਓਗੇ ਵੀ ਮੈਨੂੰ ਤਾਂ ਜੀ ਕਿਤਾਬ ਚਾਹੀਦੀ ਹੈ, ਮੈਨੂੰ ਤਾਂ ਇਸ਼ੂ ਕਰਕੇ ਦਿਓ। ਹੋ ਸਕਦਾ ਛੁੱਟੀ ਹੋਵੇ, ਉਹ ਨਾ ਖੋਲਣ ਲੜੋ ਲੜਾਈ ਹੋਊਗੀ, ਤਾਂ ਉੱਥੇ ਰਸਤੇ 'ਚ ਦੂਰ ਹੈਗੀ ਹੈ ਲਾਇਬ੍ਰੇਰੀ ਤਾਂ ਵੀ ਸਮਾਂ ਖਰਾਬ ਹੋਊ। ਜੇ ਹੋਸਟਲ 'ਚ ਰਹਿੰਦੇ ਹੋ ਸਕਦਾ ਉੱਥੇ ਕਿਤਾਬ ਹੀ ਅਵੇਲੇਬਲ ਨਾ ਹੋਵੇ, ਬੰਦਾ ਲੈ ਜੇ ਚੱਕ ਕੇ, ਹਨਾ। ਸੋ ਇਹ ਚੀਜ਼ ਨੂੰ ਕੋਪ ਅਪ ਕਰਨ ਦੇ ਲਈ, ਇਹ ਚੀਜ਼ ਨੂੰ ਘਟਾਉਣ ਦੇ ਲਈ, ਸਮਾਂ ਐਕਸੈਸ ਟਾਈਮ ਘਟਾਉਣ ਦੇ ਲਈ, ਸਪੀਡ ਨੂੰ ਬੈਲੈਂਸ ਕਰਨ ਦੇ ਲਈ ਅਸੀਂ ਹਾਇਰਾਰਕੀ ਜਾਂ ਡਿਫਰੈਂਟ ਲੈਵਲਸ ਆਫ ਮੈਮਰੀ ਯੂਜ਼ ਕਰਦੇ ਹਾਂ। ਤਾਂ ਵੀ ਕਈ ਵਾਰੀ ਹੁਣ ਇਹ ਤਾਂ ਤੁਹਾਨੂੰ ਗੱਲ ਕਲੀਅਰ ਹੋ ਗਈ ਹੋਣੀ, ਸਕਰੀਨਸ਼ਾਟ ਲੈ ਲਓ ਚਾਹੇ ਲਿਖ ਲਓ, ਠੀਕ ਹੈ। ਜੇ ਨਾ ਕਲੀਅਰ ਹੋਈ ਤਾਂ ਬੈਕ ਕਰਕੇ ਦੇਖ ਲਿਓ। ਤਾਂ ਹੁਣ ਮੈਂ ਨਾਲ ਇੱਕ ਕੁਐਸਚਨ ਹੋਰ ਦੱਸ ਦਿੰਦਾ ਕਿ ਜੇ ਉਹ ਆਪਾਂ ਨੂੰ ਕੁਐਸਚਨ ਪੁੱਛ ਲੇ ਕਿ ਮੈਮਰੀ ਦੇ ਲੈਵਲ ਕਿਉਂ ਯੂਜ਼ ਕਰਦੇ ਆਪਾਂ, ਡਿਫਰੈਂਟ ਲੈਵਲ ਦੀ ਮੈਮਰੀ ਕਿਉਂ ਯੂਜ਼ ਕਰਦੇ ਆ, ਤਾਂ ਆਪਾਂ ਲਿਖ ਦਾਂਗੇ ਟੂ ਸਪੀਡ ਅਪ ਜਾਂ ਟੂ ਸਿੰਕਰੋਨਾਈਜ਼ ਲਿਖੋ ਸ਼ਬਦ ਜ਼ਿਆਦਾ ਵਧੀਆ। ਟੂ ਸਿੰਕਰੋ CHRONIZE ਹੁੰਦਾ, ਪਤਾ ਨਹੀਂ ਐਸੀ ਹੁੰਦਾ। ਟੂ ਸਿੰਕਰੋਨਾਈਜ਼ ਦੀ ਸਪੀਡ ਆਫ ਹਾਈ ਸਪੀਡ CPU, ਹਾਈ ਸਪੀਡ ਆ ਡੰਡੀ ਯੂ ਹੀ ਪੈ ਗਈ ਮੈਥੋਂ, ਹਾਈ ਸਪੀਡ CPU ਐਂਡ ਲੋ ਸਪੀਡ ਸੈਕੰਡਰੀ ਸਟੋਰੇਜ। ਇਹ ਟੈਕਨੀਕਲ ਭਾਸ਼ਾ ਦੇ ਵਿੱਚ ਜ਼ਿਆਦਾ ਨਾ ਜਾਇਆ ਕਰੋ, ਇਹਨੂੰ ਆਪਾਂ ਲੇਮੈਨ ਨਾਲ ਸਮਝਾਂਗੇ ਵੀ ਆਪਾਂ ਘਰੇ ਕਿਤਾਬਾਂ ਕਿਉਂ ਲਿਆ ਕੇ ਰੱਖਦੇ ਹਾਂ ਲਾਇਬ੍ਰੇਰੀ ਦੇ ਵਿੱਚ, ਕਿਉਂ? ਕਿਉਂਕਿ ਸਾਡਾ ਦਿਮਾਗ CPU ਦੀ ਸਪੀਡ ਬਹੁਤ ਜ਼ਿਆਦਾ ਫਾਸਟ ਹੈ, ਉਹਨੂੰ ਸਿੰਕਰੋਨਾਈਜ਼ ਕਰਨ ਦੇ ਲਈ। ਲਾਇਬ੍ਰੇਰੀ ਸਲੋ ਸਪੀਡ ਆ, ਉੱਥੋਂ ਕਿਤਾਬ ਲੱਭਣੀ ਕਿਹੜਾ ਸੌਖੀ ਹੈ। ਮੈਂ ਲਾਇਬ੍ਰੇਰੀ ਜਾਂਦਾ, ਮੈਨੂੰ ਤਾਂ ਕਿਤਾਬਾਂ ਦਿਸਣੋਂ ਹਟ ਜਾਂਦੀਆਂ ਨੇ, ਪਤਾ ਨਹੀਂ ਕੋਈ ਪ੍ਰੋਬਲਮ ਹੈ ਇਹ। ਜਦੋਂ ਉੱਥੇ ਜਾ ਕੇ ਮੈਨੂੰ ਸਾਰਿਆਂ ਦੇ ਟਾਈਟਲ ਦੇਖਣੋਂ ਇੱਕੋ ਜਿਹੇ ਲੱਗਣ ਲੱਗ ਜਾਂਦੀਆਂ। ਤੁਹਾਡੇ ਨਾਲ ਵੀ ਸ਼ਾਇਦ ਹੁੰਦਾ ਹੋਊ, ਮੈਨੂੰ ਦੱਸਿਓ ਕਮੈਂਟ ਕਰਕੇ ਕਿਹਦੇ ਨਾਲ ਹੁੰਦਾ। ਮੈਨੂੰ ਕਿਤਾਬ ਨਹੀਂ ਲੱਭਦੀ, ਮੈਂ ਕਿਸੇ ਨੂੰ ਨਾਲ ਲੈ ਕੇ ਜਾਂਦਾ ਵੀ ਮੈਨੂੰ ਦੱਸ ਯਾਰ ਵੀ ਕਿਹੜੀ ਕਿਤਾਬ ਕਿੱਥੇ ਪਈ ਹੈ, ਠੀਕ ਆ। ਸੋ ਉਹ ਚੀਜ਼ ਨੂੰ ਬੈਲੈਂਸ ਕਰਨ ਦੇ ਲਈ ਅਸੀਂ ਡਿਫਰੈਂਟ ਲੈਵਲ ਯੂਜ਼ ਕਰਦੇ ਹਾਂ। ਤਾਂ ਉਹਨੇ ਨੌਨ ਵੋਲਾਟਾਈਲ ਪੁੱਛ ਲਿਆ, ਇਹ ਤਾਂ ਚਲੋ ਕਰ ਚੁੱਕੇ ਸੀ ਆਪਾਂ, ਹਨਾ। ਆਪਾਂ ਸੀਗੇ ਅੱਗੇ, ਹਾਂ, ਦੀ ਮੋਸਟ ਫ੍ਰੀਕੁਐਂਟਲੀ ਯੂਜ਼ਡ ਇੰਸਟਰਕਸ਼ਨ ਕਿੱਥੇ ਪਈਆਂ ਹੁੰਦੀਆਂ ਨੇ ਫਿਰ? ਕੈਸ਼ੇ ਮੈਮਰੀ ਦੇ ਵਿੱਚ, ਨਾ ਕਿ ਰਜਿਸਟਰ ਦੇ ਵਿੱਚ। ਕਲੀਅਰ ਹੋਈ ਗੱਲ? ਠੀਕ ਆ। ਹਾਰਡ ਡਿਸਕ ਡਰਾਈਵ ਆਰ ਕੰਸੀਡਰਡ ਡੈਸ਼ ਸਟੋਰੇਜ ਡਿਵਾਈਸ, ਨੌਨ ਵੋਲਾਟਾਈਲ ਹੈ ਤਾਂ ਉਹੀ ਮਾਰਾਂਗੇ ਚੱਕ ਕੇ ਆਪਾਂ। ਹੁਣ ਥੋੜੀ ਅਸੀਂ ਭਜਦੇ ਹਾਂ। ਦੇਖੋ ਹਾਰਡ ਡਿਸਕ ਕਿਹੜਾ ਹੈ? ਨੌਨ ਵੋਲਾਟਾਈਲ, ਆ ਪਿਆ ਨੌਨ ਵੋਲਾਟਾਈਲ। ਕਲੀਅਰ ਹੋਈ ਗੱਲ? 20ਵਾਂ ਕੁਐਸਚਨ, ਵਿਚ ਆਫ ਦੀ ਫੋਲੋਇੰਗ ਇਜ਼ ਸੀਕੁਐਂਸ਼ੀਅਲ ਐਕਸੈਸ, ਹੁਣ ਨਹੀਂ ਭੱਜਣ ਦਿੰਦੇ। ਮੈਗਨੈਟਿਕ ਟੇਪ, ਆਨਸਰ ਬੀ ਆ। ਦੇਖੋ ਇਹ ਸੀਕੁਐਂਸ਼ੀਅਲ ਹੁੰਦਾ ਕਿਸੇ ਸੀਕੁਐਂਸ ਦੇ ਵਿੱਚ, ਜਾਂ ਇਸ ਨੂੰ ਸੀਰੀਅਲ ਐਕਸੈਸ ਵੀ ਬੋਲਿਆ ਜਾਂਦਾ। ਇਹਨੂੰ ਰੈਂਡਮ ਐਕਸੈਸ ਔਰ ਡਾਇਰੈਕਟ ਐਕਸੈਸ, ਜਿਹੜੀ ਮਰਜ਼ੀ ਲੋਕੇਸ਼ਨ ਰੈਂਡਮਲੀ ਤੁਸੀਂ ਐਕਸੈਸ ਕਰ ਸਕਦੇ ਹੋ। ਇਹ ਆਪਾਂ ਆਲਰੇਡੀ ਕਰ ਚੁੱਕੇ ਹਾਂ ਤੇ ਆਨਸਰ ਇਹਦਾ ਹੋ ਜੂ ਮੈਗਨੈਟਿਕ ਟੇਪ। ਅਗਲਾ ਕੁਐਸਚਨ, which file access method is used if data read 1 byte at a time in order? in order मतलब ਉਹੀ ਚੀਜ਼, ਪਹਿਲਾਂ ਆਹਾ ਚਾਹੇ 1 ਬਾਈਟ ਰੀਡ ਕਰ ਲੈ ਚਾਹੇ 50 ਬਾਈਟ ਰੀਡ ਕਰ ਲੈ, ਬਟ ਇਨ ਆਰਡਰ ਕਹਿ ਗਿਆ ਨਾ, ਕਿਸੇ ਆਰਡਰ ਦੇ ਵਿੱਚ। ਦੇਖੋ ਕੁਐਸਚਨ ਉਹੀ ਆ, ਥੋੜਾ ਜਿਹਾ ਘਮਾਤਾ ਤਾਂ ਅਸੀਂ ਕਿਵੇਂ ਉਲਝ ਜਾਾਂਗੇ ਇਹਦੇ ਵਿੱਚ ਜਿਹਨੂੰ ਹੁਣ ਅਸੀਂ ਕਰੀ ਬੈਠੇ ਹਾਂ। ਪਹਿਲਾਂ ਸੀਕੁਐਂਸ਼ੀਅਲ ਐਕਸੈਸ, ਠੀਕ ਆ, ਉਹੀ ਡਾਇਗਰਾਮ ਲੱਗਣੀ ਆ। ਇਹ ਮੈਂ ਕਰਾ ਚੁੱਕਿਆ। CDR ਹੁੰਦਾ ਕੰਪੈਕਟ ਡਿਸਕ ਰਿਕਾਰਡੇਬਲ। ਕੰਪੈਕਟ ਡਿਸਕ ਕਨਕਰੈਂਟ ਨਹੀਂ ਹੁੰਦਾ, ਕਨਕਰੈਂਟ ਨਹੀਂ ਹੁੰਦਾ। ਕੰਪੈਕਟ ਡਿਸਕ ਆ ਵੀ ਠੀਕ ਆ, ਵੀ ਠੀਕ ਆ। ਰਿਕਾਰਡੇਬਲ ਡਿਵਾਈਸ ਨਹੀਂ ਹੁੰਦਾ, ਵੰਸ ਹੁੰਦਾ ਹੈ, ਤਾਂ ਕਰਕੇ ਹੀ ਇਸ ਨੂੰ ਆਪਾਂ ਵਰਮ ਬੋਲਦੇ ਸੀ। ਰਾਈਟ ਵੰਸ, ਰੀਡ ਮੈਨੀ। ਦੇਖੋ ਠੀਕ ਹੈ, ਮੈਂ ਦੱਸੀਆਂ ਹੀ ਹੋਊਗਾ ਨੇ ਤੁਹਾਨੂੰ ਸਾਰੀਆਂ, ਤਾਂ ਆਨਸਰ ਹੋ ਜਾਊਗਾ ਸੀ, ਰਿਕਾਰਡੇਬਲ। ਆ ਦੇਖੋ ਪੁੱਛ ਲਿਆ ਬੰਦੇ ਨੇ, ਕਹਿੰਦਾ CD ROM, ਵਰਮ ਤੇ DVD ਆਰ ਐਗਜ਼ਾਮਪਲ ਆਫ। ਵਰਮ ਹੁੰਦਾ ਰਾਈਟ ਵੰਸ, ਰੀਡ ਮੈਨੀ। ਕੰਪੈਕਟ ਡਿਸਕ, ਰੀਡ ਓਨਲੀ ਮੈਮਰੀ। ਡਿਜੀਟਲ ਵੀਡੀਓ ਜਾਂ ਵਰਸਟਾਈਲ ਡਿਸਕ, ਇਹ ਕਿਹੜੀਆਂ ਹੁੰਦੀਆਂ ਨੇ? ਆਪਟੀਕਲ ਡਿਸਕ, ਆਪਾਂ ਕਰ ਚੁੱਕੇ ਹਾਂ। ਆਪਟੀਕਲ ਹੁੰਦੀਆਂ ਨੇ CD, DVD ਤੇ ਬਲੂ-ਰੇ, ਠੀਕ ਆ। ਅੱਗੇ ਬਹੁਤ ਵਧੀਆ ਕੁਐਸਚਨ ਆ ਗਿਆ, ਪਹਿਲੀਆਂ ਚ ਹੀ ਕਰਾ ਚੁੱਕੇ ਹਾਂ। ਹਾਇਰਾਰਕੀ ਦੇ ਹਿਸਾਬ ਨਾਲ ਪੁੱਟ ਕਰਨਾ। ਦੇਖੋ ਆਹ ਚੀਜ਼ ਪੜ੍ਹਨ ਵਾਲੀ ਹੈ। ਸਟਾਰਟਿੰਗ ਵਿਦ ਸਮੋਲੈਸਟ ਤੇ ਪੁਟਿੰਗ ਗੋਇੰਗ ਟੂ ਦ ਲਾਰਜੈਸਟ। ਛੋਟੇ ਤੋਂ ਸ਼ੁਰੂ ਕਰਨਾ, ਫਿਰ ਵੱਡਾ, ਫਿਰ ਵੱਡਾ, ਫਿਰ ਵੱਡਾ। ਇਹ ਚੀਜ਼ ਬਣਾਉਣੀ ਜ਼ਰੂਰੀ ਹੈ, ਚਾਹੇ ਮੈਥ ਦੇ ਕੁਐਸਚਨ ਕਰ ਰਹੇ ਹੋ ਚਾਹੇ ਪੰਜਾਬੀ ਦੇ। ਜਿਹਦੇ ਵਿੱਚ ਉਹਨੇ ਐਂ ਪੁੱਛ ਲਿਆ ਵੱਧਦੇ ਕਰਮ ਚ ਘਟਦੇ ਕਰਮ ਚ, ਉਹਨੂੰ ਨਾਲ ਬਣਾ ਲਓ ਨਾਲ ਹੀ ਕੁਐਸਚਨ ਤੇ। 1 ਸਕਿੰਟ ਦਾ ਵੀ ਟਾਈਮ ਨਹੀਂ ਲੱਗਦਾ, ਕਿਉਂਕਿ ਬਾਅਦ ਚ ਤਾਂ ਅਸੀਂ ਭੁੱਲ ਭੱਲ ਜਾਂਦੇ ਹਾਂ ਨਾ। ਤਾਂ ਆਰਡਰ ਆਪਾਂ ਨੂੰ ਪਤਾ ਹੀ ਹੈ, ਬਿਟ, ਨਿੱਬਲ। ਬਿਟ ਸਭ ਤੋਂ ਛੋਟਾ, ਨਿੱਬਲ, ਫਿਰ ਬਾਈਟ ਵੱਡਾ, ਫਿਰ ਕਿਲੋ ਬਾਈਟ ਵੱਡਾ,
फिर मैगाबाइट ਵੱਡਾ ਤੇ फिर गीगाबाइट ਵੱਡਾ ਤੇ फिर ਟੈਰਾਬਾइट ਵੱਡਾ ਹੈ। ਉਦੋਂ ਅੱਗੇ ਪੁੱਛਿਆ ਨਹੀਂ, ਸਭ ਤੋਂ ਸਾਰਿਆਂ ਤੋਂ ਵੱਡਾ ਟੈਰਾਬਾइट ਹੈ। ਪੈਟਾ ਪੈਜੀ ਨਹੀਂ ਪੁੱਛਿਆ ਹੋਇਆ ਨਾ, ਪੈਟਾ ਐਗਜ਼ਾ ਤੇ ਜੈਟਾ ਤੇ ਜੋਟਾ, ਉਹ ਮੈਂ ਦੱਸ ਦੇਣਾ ਤੁਹਾਨੂੰ। ਤੇ ਸਾਰਿਆਂ ਤੋਂ ਵੱਡਾ ਟੈਰਾਬਾइट ਹੈ ਇਹਨਾਂ 'ਚ ਟੈਰਾ ਹੈਗਾ ਸਾਰਿਆਂ ਤੋਂ ਐਂਡ ਤੇ ਟੈਰਾ ਹੋਣਾ ਚਾਹੀਦਾ। ਟੈਰਾ ਆ ਪੈਡੀ ਆਨਸਰ ਪਿਆ, ਬਾਕੀ ਦੇਖਣ ਦੀ ਵੀ ਲੋੜ ਨਹੀਂ, ਪਰ ਫਿਰ ਵੀ ਦੇਖ ਲਾਂਗੇ। ਸਭ ਤੋਂ ਛੋਟਾ ਬਿਟ ਹੁੰਦਾ, ਫਿਰ ਬਾਈਟ ਹੁੰਦਾ FB, ਤਾਂ FB ਤਾਂ ਸਾਰਿਆਂ 'ਚ ਹੀ ਹੈ, A ਵੀ ਸਾਰਿਆਂ 'ਚ ਹੈ ਨਾ। FBA ਤੱਕ ਤਾਂ ਕੋਈ ਫੈਸਲਾ ਨਹੀਂ ਹੋਣਾ। ਕਿਲੋ ਤੋਂ ਬਾਅਦ ਹੁੰਦਾ ਮੈਗਾ, ਫਿਰ ਆਊਗਾ C, FBC, ਇਹਦੇ 'ਚ ਵੀ C ਹੈ। ਸੋ ਆਹ ਐਲੀਮੀਨੇਟ ਹੋ ਗਿਆ, ਮਤਲਬ ਸਮਾਰਟ ਤਰੀਕਾ ਵੀ ਲਾਉਣਾ ਆਪਾਂ, ਉਹ ਤਾਂ ਹੀ ਲੱਗੂਗਾ ਜੇ ਥੋੜਾ ਜਿਹਾ ਮਿਹਨਤ ਕਰੀ ਹੋਊਗੀ। ਠੀਕ ਹੈ ਜੀ, ਸੋ ਇਹਦਾ ਆਨਸਰ ਫਿਰ ਹੈਗਾ C। ਅਗਲਾ ਇਹ ਵੀ ਆਪਾਂ ਕੀਤਾ ਹੋਇਆ, ਦੇਖੋ ਕਹਿੰਦਾ ਕਰੈਕਟਲੀ ਕੰਪਿਊਟਰ ਮੈਮਰੀ ਟਾਈਪ ਹਾਈਐਸਟ ਟੂ ਲੋਐਸਟ ਪੁੱਛ ਗਿਆ। ਹੁਣ ਐ ਆ ਗਿਆ, ਪਹਿਲਾਂ ਹਾਈਐਸਟ ਸਪੀਡ ਪੁੱਛ ਕਾਹਦੇ ਲਈ ਲਿਆ, ਵਿੱਚ ਤੋਂ ਫੋਲੋਇੰਗ ਕੰਪਿਊਟਰ ਮੈਮਰੀ ਹਾਈਐਸਟ ਟੂ ਸਪੀਡ, ਹਾਂ ਸਪੀਡ ਹਾਈਐਸਟ ਸਪੀਡ, ਫਿਰ ਉਤੋਂ ਘਟਦਾ ਜਾਊਗਾ। ਸਭ ਤੋਂ ਜ਼ਿਆਦਾ ਸਪੀਡ ਆਪਾਂ ਨੂੰ ਹੀ ਦਿਮਾਗ 'ਚ ਹੀ ਪਤਾ, ਕਿਉਂਕਿ ਹਾਇਰਾਰਕੀ ਪਤਾ ਹੈ। ਸਭ ਤੋਂ ਜ਼ਿਆਦਾ ਹੁੰਦਾ, ਇੱਥੇ ਲਿਖ ਵੀ ਦੇਣਾ, ਰਜਿਸਟਰ, ਫਿਰ ਕੈਸ਼ੇ, ਫਿਰ ਰੈਮ, ਤੇ ਫਿਰ ਆਪਣੇ ਕੋਲੇ ਆਉਂਦੀ ਸੀਗੀ ਫਲੈਸ਼ ਮੈਮਰੀ ਜਾਂ ਇਲੈਕਟ੍ਰੋਨਿਕ ਮੈਮਰੀ, ਫਿਰ ਸੈਕੰਡਰੀ ਸਟੋਰੇਜ ਜਾਂ ਹਾਰਡ ਡਿਸਕ। ਸੈਕੰਡਰੀ ਸਟੋਰੇਜ ਕੋਈ ਗੱਲ ਆ। ਤਾਂ ਸਭ ਤੋਂ ਸਪੀਡ ਉਹਨੇ ਪੁੱਛਿਆ ਕੀ ਹੈ, ਹਾਈਐਸਟ ਟੂ ਲੋਐਸਟ ਸਪੀਡ। ਸਭ ਤੋਂ ਉੱਪਰ ਰਜਿਸਟਰ ਦੀ ਸਪੀਡ ਹੈ, ਰਜਿਸਟਰ ਨਹੀਂ ਹੈਗਾ CPU ਰਜਿਸਟਰ, ਦੋ ਆਪਸ਼ਨਾਂ ਨੇ। ਫਿਰ ਕੈਸ਼ੇ ਬਿਲਕੁਲ ਠੀਕ ਹੈ, ਸੈਕੰਡਰੀ ਨਹੀਂ ਹੈਗਾ। ਉਸ ਤੋਂ ਪਹਿਲਾਂ ਰੈਮ ਹੈ, ਮੈਂ ਵੀ ਪਾਉਣਾ ਭੁੱਲ ਗਿਆ ਸੀ ਇੱਥੇ। ਆ ਦੇਖੋ, ਰਜਿਸਟਰ ਕੈਸ਼ੇ ਤੋਂ ਬਾਅਦ ਕੀ ਹੁੰਦਾ, ਰੈਮ। ਆ ਕਿਹੜਾ ਪਾਇਆ ਸੀ ਮੈਂ, ਰੈਮ, ਹਾਂ ਰੈਮ ਹੀ ਸੀਗਾ ਯਾਰ, ਇਹ ਰੈਮ ਕਿਤੇ ਇਹ ਉਹ ਤਾਂ ਨਹੀਂ, ਹਾਂ ਰੈਮ ਹੀ ਸੀਗਾ। ਠੀਕ ਆ। ਸੋ ਰਜਿਸਟਰ, ਕੈਸ਼ੇ ਤੇ ਰੈਮ ਤੇ ਸੈਕੰਡਰੀ, ਫਿਰ ਆਨਸਰ ਕਿਹੜਾ ਹੋ ਗਿਆ, C ਆਨਸਰ। ਠੀਕ ਹੈ ਜੀ, ਸੋ ਇਹ ਹਾਇਰਾਰਕੀ ਇਸੇ ਦੇ ਵਿੱਚੋਂ ਹੀ ਬਣਦੇ ਨੇ। ਆ ਦੇਖੋ, ਹਾਈ ਸਪੀਡ ਦੇ ਹਿਸਾਬ ਨਾਲ ਰਜਿਸਟਰ, ਜਿਹੜੀਆਂ ਮੈਂ ਤੁਹਾਨੂੰ ਗੱਲਾਂ ਦੱਸਤੀਆਂ ਉਹੀ ਘੁੰਮ ਘੁਮਾ ਕੇ ਆ ਰਹੀਆਂ ਨੇ। C ਆਨਸਰ ਹੈ। ਫਿਰ ਅਗਲਾ, ਇਹ ਪੰਜਾਬ ਪੁਲਿਸ 'ਚ ਪੁੱਛਿਆ 2021 'ਚ, ਸੌਖੇ ਕੁਐਸਚਨ ਵੀ ਸੀਗੇ। ਵਿਚ ਆਫ ਦੀ ਫੋਲੋਇੰਗ ਪੇਅਰ ਆਫ ਸਟੋਰੇਜ ਟਾਈਪ ਰਿਲੇਟਿਵ ਸਪੀਡ ਇਜ਼ ਕਰੈਕਟ, ਇਹਨੂੰ ਗੋਲਾ ਲਾਵਾਂਗੇ। ਰਜਿਸਟਰ ਫਾਸਟੈਸਟ ਹੁੰਦਾ, ਬਿਲਕੁਲ ਠੀਕ ਹੈ। ਸੈਕੰਡਰੀ ਸਟੋਰੇਜ ਮੋਡਰੇਟ, ਦੋਨੋਂ ਗੱਲਾਂ ਠੀਕ ਨੇ। ਰਜਿਸਟਰ ਫਾਸਟੈਸਟ ਹੁੰਦਾ ਹੈ, ਸੈਕੰਡਰੀ ਸਟੋਰੇਜ ਮੋਡਰੇਟ ਹੁੰਦਾ ਹੈ। ਸੋ ਆਨਸਰ A ਆ ਗਿਆ। ਠੀਕ ਹੈ। ਜਿਪ ਡਿਸਕ ਐਂਡ ਵਿਨਚੈਸਟਰ ਡਿਸਕ, ਜਿਪ ਡਿਸਕ ਆਪਾਂ ਨੂੰ ਪਤਾ ਹੈ ਮੈਗਨੈਟਿਕ ਡਿਸਕ ਹੁੰਦਾ, ਵਿਨਚੈਸਟਰ ਸਟੈਕ ਹੁੰਦਾ, ਇੱਕ ਤੋਂ ਜ਼ਿਆਦਾ ਡਿਸਕ ਦੇ ਵਿੱਚ ਡਿਸਕਾਂ ਜੋੜ ਦਈਏ ਤਾਂ ਇਹ ਕਿਹੜਾ ਬਣ ਜੂਗਾ, ਫਿਰ ਮੈਗਨੈਟਿਕ ਡਿਸਕ। ਅਗਲਾ CD ROM ਇਜ਼ ਏ ਕਿਹੜਾ ਐਕਸੈਸ ਹੈ, ਇਹ ਆਪਾਂ ਨੂੰ ਪਤਾ ਸੀਕੁਐਂਸ਼ੀਅਲ ਨਹੀਂ ਹੈਗਾ, ਡਾਇਰੈਕਟ ਐਕਸੈਸ ਹੈ। CD ROM ਆ ਦੇਖੋ ਇਹਦੇ ਵਿੱਚ ਆ ਗਿਆ, ਇਹ ਸਾਰੀਆਂ ਕੀ ਨੇ, ਡਾਇਰੈਕਟ ਐਕਸੈਸ ਨੇ। ਕਲੀਅਰ ਹੋਈ ਗੱਲ, ਆਨਸਰ A ਹੈ। ਫਲੈਸ਼ ਡਰਾਈਵ ਇਜ਼ ਆਲਸੋ ਨੋਨ ਐਜ਼, ਕਹਿੰਦਾ ਇਹ ਪੁੱਛੇਗਾ ਹੁਣ ਸਾਡੇ ਤੋਂ, ਫਲੈਸ਼ ਡਰਾਈਵ ਨੂੰ ਕੀ ਕਹਿੰਦੇ ਆ। ਫਲੈਸ਼ ਡਰਾਈਵ ਨੂੰ ਗਲਤ ਨਹੀਂ ਹੋ ਗਿਆ, ਗੱਲ ਗਲਤ ਹੋ ਗਈ ਹੈ। SSD ਵੀ ਫਲੈਸ਼ ਡਰਾਈਵ ਹੁੰਦੀ ਆ, ਵੀ ਪੈਨਸਲ ਡਰਾਈਵ ਨਹੀਂ ਹੁੰਦਾ, ਲਾਈਟ ਡਰਾਈਵ ਨਹੀਂ ਹੁੰਦਾ, ਤੇ ਪੈਨ ਡਰਾਈਵ ਵੀ ਹੁੰਦਾ, ਫਲੈਸ਼ ਡਰਾਈਵ। ਇੱਕ ਮਿੰਟ ਇਹਨੂੰ ਫਲੈਸ਼ ਮੈਮਰੀ ਬੋਲਦੇ ਆ। ਫਲੈਸ਼ ਡਰਾਈਵ ਤਾਂ ਪੈਨ ਡਰਾਈਵ ਨੂੰ ਹੀ ਬੋਲਦੇ ਆ। ਠੀਕ ਹੈ, ਫਲੈਸ਼ ਡਰਾਈਵ ਇਹ ਫਲੈਸ਼ ਮੈਮਰੀ ਹੈ, ਤਾਂ ਕਰਕੇ ਉਹਨੇ SSD ਨਹੀਂ ਲਾਇਆ। ਜੇ ਫਲੈਸ਼ ਮੈਮਰੀ ਪੁੱਛ ਲੈਂਦਾ ਫਿਰ ਆਪਾਂ SSD ਵੀ ਹੋ ਸਕਦਾ ਸੀ। ਠੀਕ ਹੈ ਜੀ, ਤੇ ਜ਼ਿਆਦਾ ਨਹੀਂ ਤਾਂ ਤੁਸੀਂ ਮੈਨੂੰ ਕਮੈਂਟ ਕਰਕੇ ਦੱਸਿਓ, ਤੁਸੀਂ ਸਰਚ ਕਰਕੇ ਦੱਸਿਓ, ਹੋ ਸਕਦਾ ਹੈ ਥੋੜੀ ਬਹੁਤ ਆਸਾ ਪਾਸਾ ਹੋਵੇ ਇਹ ਚੀਜ਼ ਦਾ, ਮੈਂ ਵੀ ਨੋਟ ਕਰੂੰਗਾ ਇਸ ਚੀਜ਼ ਨੂੰ, ਦੁਬਾਰੇ ਦੱਸ ਦੂੰਗਾ ਤੁਹਾਨੂੰ। ਠੀਕ ਹੈ, ਆਨਸਰ D ਆ। ਸੋ ਮੈਂ ਲਿਖ ਲਾਂ, ਬਾਅਦ ਚ ਨਾ ਮੈਂ ਭੁੱਲ ਜਾਂਦਾ ਹੁੰਦਾ ਕਈ ਵਾਰੀ। ਤੁਸੀਂ ਕਹਿ ਦਿੰਦੇ ਹੋ ਯਾਰ ਬੰਦਾ ਬੋਲ ਤਾਂ ਦਿੰਦਾ ਵੀ ਮੈਂ ਬਾਅਦ ਚ ਦੱਸੂਗਾ, ਤੇ ਬਾਅਦ ਚ ਮੈਂ ਭੁੱਲ ਜਾਣਾ। ਮੈਨੂੰ ਹੁਣ ਵੀਡੀਓ ਰਿਕਾਰਡ ਕਰਨ ਤੋਂ ਬਾਅਦ ਚੀਜ਼ਾਂ ਯਾਦ ਨਹੀਂ ਰਹਿੰਦੀਆਂ ਵੀ ਕੀ ਦੱਸਣਾ ਸੀ। ਠੀਕ ਹੈ, ਤਾਂ ਤੁਸੀਂ ਮੈਂ ਕਈ ਵਾਰੀ ਭੁੱਲ ਜਾ ਤਾਂ ਮੈਨੂੰ ਰਿਮਾਈਂਡ ਜ਼ਰੂਰ ਕਰਾ ਦਿਆ ਕਰੋ। ਸੋ ਕਿਹੜੇ ਕੁਐਸਚਨ ਦੇ ਵਿੱਚ ਪ੍ਰੋਬਲਮ ਹੈ, 31 ਨੰਬਰ ਕੁਐਸਚਨ ਦੇ ਵਿੱਚ ਪ੍ਰੋਬਲਮ ਹੈ, ਮੈਂ ਦੁਬਾਰੇ ਦੱਸ ਦੂੰਗਾ। ਠੀਕ ਹੈ, ਇੱਕ ਹੋਰ ਦੇ ਵਿੱਚ ਸ਼ਾਇਦ ਆਇਆ ਸੀ, ਹੈ ਨਾ। ਠੀਕ ਹੈ, ਬਾਅਦ ਚ ਦੇਖਦੇ ਹਾਂ। ਸੋ 31 ਸੀਗਾ, ਕਿਹੜਾ ਸੀ, ਹਾਂ 30 ਨੰਬਰ। ਅਗਲਾ ਕੁਐਸਚਨ, ਫਲੈਸ਼ ਡਰਾਈਵ ਐਂਡ ਮੈਮਰੀ ਕਾਰਡ ਆਰ ਐਗਜ਼ਾਮਪਲ ਆਫ, ਕਿਹੜੇ ਨੇ ਇਹ, ਫਲੈਸ਼ ਡਰਾਈਵ ਤੇ ਮੈਮਰੀ ਕਾਰਡ ਦੇ। ਮੈਗਨੈਟਿਕ ਟੇਪ ਇਹ ਨਹੀਂ ਹੁੰਦੇ, ਆਪਟੀਕਲ ਡਿਸਕ ਵੀ ਨਹੀਂ ਹੁੰਦੇ, ਇਹ ਮੇਨ ਮੈਮਰੀ ਵੀ ਨਹੀਂ ਹੁੰਦੇ, ਤਾਂ ਇੱਕੋ ਹੀ ਬਚਦਾ, ਮੈਮਰੀ ਸਟੋਰੇਜ ਡਿਵਾਈਸ। ਠੀਕ ਹੈ, C ਆਨਸਰ ਹੈ। ਅਦਰ ਨੇਮ ਆਫ ਹਾਰਡ ਡਿਸਕ ਇਜ਼ ਨੋਨ ਐਜ਼, ਹਾਰਡ ਡਿਸਕ ਨੂੰ ਆਪਾਂ ਪ੍ਰਾਇਮਰੀ ਡਰਾਈਵ ਵੀ ਨਹੀਂ ਕਹਿੰਦੇ, ਰਿਕਾਰਡ ਡਰਾਈਵ ਵੀ ਨਹੀਂ ਕਹਿੰਦੇ, ਡਿਸਕ ਡਰਾਈਵ ਤਾਂ ਬੋਲਦੇ ਆ, ਡਾਟਾ ਡਰਾਈਵ ਵੀ ਨਹੀਂ ਬੋਲਦੇ। D ਆਨਸਰ ਹੈ। ਠੀਕ ਆ। ਅਗਲਾ, ਰੈਮ ਸਟੈਂਡਸ ਫੋਰ, ਬੜਾ ਸੌਖਾ ਹੈ,
ਰੈਂਡਮ ਅਸੈਸ ਮੈਮਰੀ, ਇਹਦੇ ਵਿੱਚ ਗਲਤੀ ਹੋਣ ਦੇ ਚਾਂਸ ਜ਼ਿਆਦਾ ਨੇ। ਕਿਉਂ? ਕਿਉਂਕਿ ਇਹ ਸੌਖਾ ਕੁਐਸਚਨ ਹੈ ਤਾਂ ਇਹਨੂੰ ਧਿਆਨ ਨਾਲ ਪੜ੍ਹਨਾ ਹੈ। ਰੈਂਡਮ ਐਕਸੈਸ ਮੈਮਰੀ, ਰੀਡ ਐਕਸੈਸ ਨਹੀਂ ਲਾਉਣਾ। ਫਿਰ ਇਹਦਾ ਆਨਸਰ ਹੈ, ਇਹਨੂੰ ਵਾਰੀ-ਵਾਰੀ ਚੈੱਕ ਕਰੋ। ਠੀਕ ਹੈ, ਜੇ ਆਨਲਾਈਨ ਹੈ ਪੇਪਰ ਤਾਂ ਵੀ ਚੈੱਕ ਕਰੋ, ਤੇ ਜੇ ਆਫਲਾਈਨ ਹੈ ਫਿਰ ਤਾਂ ਗਲਤੀ ਦੇ ਚਾਂਸ ਜ਼ਿਆਦਾ ਨੇ। ਹੋ ਸਕਦਾ ਉਧਰ ਗੋਲਾ ਉੱਥੇ B ਲਾ ਦਈਏ, C ਲਾ ਦਈਏ। ਠੀਕ ਹੈ, ਇਹਦੀ ਚੀਜ਼ ਤੋਂ ਹੀ ਬਚਣਾ ਹੈ। DVD ਦੀ ਐਬਰੀਵੇਸ਼ਨ ਪੁੱਛ ਲਈ, ਡਿਜੀਟਲ ਵੀਡੀਓ ਡਿਸਕ ਜਾਂ ਵਰਸਾਟਾਈਲ। ਵੀਡੀਓ ਹੈ ਨਹੀਂ, ਵਰਸਾਟਾਈਲ ਹੈ, ਤਾਂ ਆਨਸਰ ਫਿਰ C ਹੋ ਗਿਆ। ਠੀਕ ਹੈ ਜੀ। ਬਿਟ ਦੇਖੋ ਮੈਂ ਗਲਤ ਕਰਾ ਸੀ ਐਬਰੀਵੇਸ਼ਨ ਦੇ ਵਿੱਚ, ਉੱਥੇ ਜਾ ਕੇ ਚੇਂਜ ਕਰ ਲਿਓ। ਆਨਸਰ ਇਹਦਾ ਹੈਗਾ B। ਬਾਈਨਰੀ ਇਨਫੋਰਮੇਸ਼ਨ ਟਰਮ ਨਹੀਂ ਹੈਗਾ, ਬਾਈਨਰੀ ਡਿਜਿਟ। ਕਲੀਅਰ? ਆਹ ਦੇਖ ਲਓ, ਇੰਟੈਲੀਜੈਂਸ ਕਾਂਸਟੇਬਲ ਦਾ ਹੁਣੀ ਪੇਪਰ ਹੋਏ ਨੇ ਪੰਜਾਬ ਪੁਲਿਸ ਦੇ, ਇਹਨਾਂ ਵਿੱਚ ਵੀ ਬੜਾ ਸੋਹਣਾ ਕੁਐਸਚਨ ਪੁੱਛਿਆ ਉਹਨੇ। ਕਹਿੰਦਾ ਵਿਚ ਆਫ ਦ ਫੋਲੋਇੰਗ ਇਜ਼ ਅ ਡਾਇਰੈਕਟ ਐਕਸੈਸ ਸਟੋਰੇਜ ਡਿਵਾਈਸ। ਮੈਗਨੈਟਿਕ ਡਿਸਕ, ਉਹਦਾ ਯਾਰ ਆਨਸਰ ਹਟਾਉਣਾ ਭੁੱਲ ਗਿਆ ਮੈਂ, ਹਨਾ। ਮੈਗਨੈਟਿਕ ਟੇਪ ਨਹੀਂ ਹੁੰਦਾ, ਕਾਰਟ੍ਰਿਜ ਟੇਪ ਵੀ ਨਹੀਂ ਹੁੰਦਾ, ਤੇ ਡਿਜੀਟਲ ਆਡੀਓ ਟੇਪ ਵੀ ਨਹੀਂ ਹੁੰਦਾ, ਤਾਂ ਆਨਸਰ ਹੈਗਾ A। ਕਾਰਟ੍ਰਿਜ ਟੇਪ ਜਿਹੜਾ ਹੁੰਦਾ ਉਹ ਵੀ ਮੈਗਨੈਟਿਕ ਟੇਪ, ਜਿਹੜੀ ਰੀਲ ਹੁੰਦੀ ਹੈ ਨਾ ਗਾਣੇ ਗੂਣੇ ਵਾਲੀ, ਉਹਦੇ ਵਰਗੀ ਹੁੰਦੀ ਹੈ, ਬਟ ਇਹਦੇ ਵਿੱਚ ਇੱਕੋ ਹੀ ਚੱਕਰ ਜਿਹਾ ਹੁੰਦਾ। ਜਿਵੇਂ ਆਪਣੇ ਕੋਲੇ ਕੈਸਟਾਂ ਨੇ, ਉਹਦੇ ਚ 2 ਹੁੰਦੇ ਨੇ, ਬਟ ਇਹਦੇ ਚ ਇੱਕੋ ਹੀ ਹੁੰਦਾ। ਠੀਕ ਆ, 39ਵੇਂ ਦਾ ਵੀ ਨਹੀਂ ਉਡਾਇਆ ਆਨਸਰ। ਇਹ ਤੇ ਮੈਂ ਉਹ ਲਾਉਣਾ ਭੁੱਲ ਗਿਆ, ਕੀ ਕਹਿੰਦੇ ਹੁੰਦੇ ਨੇ ਉਹ, ਐਨੀਮੇਸ਼ਨ ਲਾਉਣੀ ਭੁੱਲ ਗਿਆ। ਚਲ ਕੋਈ ਨਹੀਂ, ਆਪਾਂ ਹੀ ਕਰ ਲੈਂਦੇ ਹਾਂ ਯਾਰ, ਕੋਈ ਨਹੀਂ, ਕੰਮ ਤਾਂ ਦੇਊਗਾ ਹੀ ਆਪਾਂ ਨੂੰ। ਆਨਸਰ ਪਹਿਲਾਂ ਪਤਾ ਲੱਗ ਗਿਆ ਕੀ ਹੈ। ਵਿੱਚ ਉਹਦੀ ਫੋਲੋਇੰਗ ਪੇਅਰ ਆਫ ਸਟੋਰੇਜ ਟਾਈਪ ਰਿਲੇਟਿਵ ਕੈਪੈਸਿਟੀ ਇਜ਼ ਕਰੈਕਟ। ਕਹਿੰਦਾ ਕਰੈਕਟ ਕੀ ਹੈ? ਪ੍ਰਾਇਮਰੀ ਮੈਮਰੀ ਲੋ ਹੈ ਤੇ ਸੈਕੰਡਰੀ ਸਟੋਰੇਜ ਵੈਰੀ ਹਾਈ ਹੈ। ਕੈਪੈਸਿਟੀ ਦੀ ਗੱਲ ਕਰਦਾ, ਹੁਣ ਸਪੀਡ ਦੀ ਗੱਲ ਨਹੀਂ ਕਰਦਾ। ਜੇ ਇੱਥੇ ਕੈਪੈਸਿਟੀ ਦੀ ਥਾਂ ਤੇ ਆਪਾਂ ਸਪੀਡ ਕਰ ਦਈਏ, ਸਪੀਡ ਇਜ਼ ਕਰੈਕਟ। ਸਪੀਡ ਕਹਿੰਦਾ ਪ੍ਰਾਇਮਰੀ ਮੈਮਰੀ ਦੀ ਲੋ ਹੈ, ਗਲਤ ਹੋ ਜੂ। ਪ੍ਰਾਇਮਰੀ ਮੈਮਰੀ ਦੀ ਸਪੀਡ ਸਭ ਤੋਂ ਜ਼ਿਆਦਾ ਹੈ, ਮਤਲਬ ਕਿ ਰਜਿਸਟਰ ਤੋਂ ਤੇ ਕੈਸ਼ੇ ਤੋਂ ਤਾਂ ਘੱਟ ਹੈ। ਪ੍ਰਾਇਮਰੀ ਦੇ ਵਿੱਚ 2 ਆਉਂਦੀਆਂ ਨਾ, ਰੈਮ ਤੇ ਰੋਮ, ਬਟ ਸੈਕੰਡਰੀ ਸਟੋਰੇਜ ਦੀ ਸਪੀਡ ਦੇ ਨਾਲੋਂ ਜ਼ਿਆਦਾ ਹੈ। ਸੈਕੰਡਰੀ ਸਟੋਰੇਜ ਸਪੀਡ ਵੈਰੀ ਲੋ ਕਹਦੇ, ਦੋਨੋਂ ਹੀ ਗਲਤ ਹੋ ਜੂ। ਫਿਰ ਆਨਸਰ ਹੋ ਜੂਗਾ ਨਾਈਦਰ 1 ਨੋਰ 2। ਤਾਂ ਹੁਣ ਇਹ ਕੈਪੈਸਿਟੀ ਦੀ ਗੱਲ ਕਰਦਾ ਹੈ, ਤਾਂ ਕੈਪੈਸਿਟੀ ਜਿਹੜੇ ਇਹਦੀ ਘੱਟ ਹੁੰਦੀ ਹੈ, ਇਹਦੀ ਹਾਈ ਹੁੰਦੀ ਹੈ, ਤਾਂ ਆਨਸਰ ਤਾਂ ਕਰਕੇ C ਹੈ। ਬਿਲਕੁਲ ਠੀਕ ਹੈ। ਅਗਲੇ ਕੁਐਸਚਨ ਦੇ ਵਿੱਚ ਵੀ ਆਨਸਰ ਦਿੱਤਾ ਹੋਊ ਪਹਿਲਾਂ ਹੀ। ਸੋ ਇਹ ਪੁੱਛਿਆ ਸੀ ਇੰਟੈਲੀਜੈਂਸ ਕਾਂਸਟੇਬਲ ਦਾ 14 ਅਕਤੂਬਰ 2022 ਦਾ। ਮਾਈਕਰੋ SD ਤਾਂ ਫਿਰ ਸੀਗਾ ਮਾਈਕਰੋ ਸਿਕਿਉਰ ਡਿਜੀਟਲ। SD ਦੀ ਮੈਂ ਤੁਹਾਨੂੰ ਦੱਸਿਆ ਸੀ ਨਾ, ਸਿਕਿਉਰ ਡਿਜੀਟਲ ਐਕਸਟੈਂਡਡ ਬਾਈਨਰੀ, ਨਾ ਕਿ ਸਰਵਿਸ ਡਿਜੀਟਲ ਹੈ, ਨਾ ਸਿਕਿਉਰ ਡਿਊਅਲ ਹੈ, ਨਾ ਸਰਵਿਸ ਡਿਊਅਲ ਹੈ। ਠੀਕ ਹੈ। ਸੋ ਅਗਲਾ ਕੁਐਸਚਨ ਹੈ HDD। ਇਹ ਵੀ ਆਪਾਂ ਨੂੰ ਪਤਾ ਹੈ ਹਾਰਡ ਡਿਸਕ ਡਰਾਈਵ। ਹਾਰਡ ਡਾਟਾ ਡਰਾਈਵ ਨਹੀਂ ਹੈ, ਹਾਰਡ ਡਿਸਕ ਡੇਟਾ ਨਹੀਂ ਹੈ, ਹਾਈਪਰ ਡਿਸਕ ਡਰਾਈਵ ਨਹੀਂ ਹੈਗਾ, ਤਾਂ ਹਾਰਡ ਡਿਸਕ ਡਰਾਈਵ। ਹੈਡ ਕਾਂਸਟੇਬਲ ਦਾ 15 ਅਕਤੂਬਰ ਦਾ। ਸੋ ਇਹ ਸੀਗਾ ਚੈਪਟਰ 5ਵਾਂ ਕੰਪਿਊਟਰ ਮੈਮਰੀ, ਜਿਹਦੇ ਵਿੱਚ ਆਪਾਂ ਬੇਸਿਕ ਲੈਵਲ ਦੇ ਕੁਐਸਚਨ ਡਿਸਕਸ ਕੀਤੇ ਨੇ। ਤੇ ਆਪਾਂ ਹਜੇ ਮੈਂ ਸਾਰੇ ਬੇਸਿਕ ਦੀ ਕਰਾਊਂਗਾ, 6ਵੇਂ ਦਾ ਵੀ ਬੇਸਿਕ ਲੈਵਲ ਦਾ ਕਰਾਵਾਂਗੇ, 7ਵੇਂ ਦਾ ਵੀ, 8ਵਾਂ ਆਪਾਂ ਕਰਾ ਚੁੱਕੇ ਹਾਂ, 9ਵੇਂ 10ਵੇਂ ਤੱਕ ਆਪਾਂ ਬੇਸਿਕ ਲੈਵਲ ਕਰਾਵਾਂਗੇ। ਫਿਰ ਦੂਜੀ ਵਾਰੀ ਗੇੜਾ ਲਾਵਾਂਗੇ ਆਪਾਂ, ਹਾਰਡ ਲੈਵਲ ਤੱਕ ਜਾਵਾਂਗੇ। ਕਲੀਅਰ ਹੈ ਜੀ? ਆਈ ਹੋਪ ਕਿ ਤੁਹਾਨੂੰ ਸਾਰਿਆਂ ਨੂੰ ਵਧੀਆ ਲੱਗਿਆ ਹੋਣਾ। ਤਾਂ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਆ ਕਰੋ। ਸੋ ਮਿਹਨਤ ਕਰਨੀ ਹੈ, ਜੱਜ ਕੇ ਮੈਂ ਵਾਰੀ-ਵਾਰੀ ਬੋਲ ਰਿਹਾ, ਕੋਈ ਸ਼ਾਰਟਕਟ ਨਹੀਂ ਜ਼ਿੰਦਗੀ ਦਾ, ਕੋਈ ਪੈਸੇ ਪੂਸੇ ਲਾਉਣ ਦੀ ਲੋੜ ਨਹੀਂ, ਕਿਤੋਂ ਵੀ ਖਰੀਦਣ ਦੀ ਲੋੜ ਨਹੀਂ। ਤੁਹਾਡਾ ਭਰਾ ਬੈਠਾ ਹੈ, ਮੈਂ ਕਰਾਊਂਗਾ ਨੋਟਸ, ਮੈਂ ਤੁਹਾਨੂੰ ਫ੍ਰੀ ਦਊਂਗਾ, ਕੋਈ ਗੱਲ ਨਹੀਂ। ਬਟ ਇੰਨੀ ਕੁ ਤੁਹਾਡੀ ਬਣਦੀ ਹੈ ਵੀ ਤੁਸੀਂ ਨੋਟਸਾਂ ਦੇ ਵਿੱਚ ਕੋਈ ਗਲਤੀ ਹੋਈ ਮੈਨੂੰ ਜ਼ਰੂਰ ਦੱਸਿਓ, ਕਿਉਂਕਿ ਆਪਾਂ ਯਾਰ ਚੀਜ਼ਾਂ ਇੰਪਰੂਵ ਕਰਨੀਆਂ ਨੇ। ਤਾਂ ਉਹ ਓਪਨ ਸੋਰਸ ਹੈ, ਖੁੱਲਾ ਸੱਦਾ ਹੈ, ਚੀਜ਼ਾਂ ਠੀਕ ਕਰਾਓ, ਨਵੇਂ ਟੌਪਿਕ ਐਡ ਕਰਾ ਦਿਓ, ਕੁਐਸਚਨ ਭੇਜ ਦਿਓ ਮੈਨੂੰ। ਜਿਵੇਂ ਮੈਨੂੰ ਫੋਰੈਸਟ ਗਾਰਡ ਦੇ ਕੁਐਸਚਨ ਨਹੀਂ ਹੈ ਮੇਰੇ ਕੋਲੇ, ਠੀਕ ਹੈ। ਬਾਕੀ ਸਾਰੇ ਪੇਪਰ ਮੇਰੇ ਕੋਲੇ ਹੈਗੇ, ਕਾਫੀ ਸਟੂਡੈਂਟਸ ਨੇ ਤੁਹਾਡੇ ਚੋਂ ਭੇਜੇ ਵੀ ਹੈ। ਸੋ ਕਰਾਉਣਾ ਮੇਰਾ ਕੰਮ ਹੈ, ਕੁਐਸਚਨ ਭੇਜਣਾ ਤੁਹਾਡਾ ਕੰਮ, ਠੀਕ ਹੈ। ਸੋ ਮਿਲਦੇ ਹਾਂ ਕਿਸੇ ਹੋਰ ਵੀਡੀਓ 'ਚ। ਥੈਂਕ ਯੂ।